कहूँ पए किन्नर पिसाच कहूँ प्रेत हो। कहूँ जछ ਗੰਧਰਵ ਜਸ ਇਹ ਦੇਵ ਤੇ ਦੇਵਲੋਕ ਦੇ ਵਿੱਚ ਨਾ ਪੁਰਾਣੀਆਂ ਅਸਲ ਦੇ ਵਿੱਚ ਇਹ ਜਾਤਾਂ ਨੇ। ਆ ਜਿਹੜੀਆਂ ਜਾਤਾਂ ਇਹਨਾਂ ਨੇ ਬਾਅਦ ਚ ਬਣਾਈਆਂ ਨੇ, ਆ ਜਿਵੇਂ ਵਰਣ ਚਾਰ ਇਹ ਪਿੱਛੋਂ ਬਣਾਏ ਹੋਏ ਨੇ। ਪਹਿਲਾਂ ਇਹੀ ਹੁੰਦੇ ਸੀ ਜੱਛ ਗੰਧਰਵ किन्नर ਮੁਰਗ ਕਿੰਨਰ ਵਿਦਿਆਧਰ, ਯਾਨੀ ਕਿੱਤਾਵਾਚਕ ਨਾਮ ਸੀ। ਗਣ ਜੱਛ ਅਪੱਛਰ ਨ੍ਰਿਤ ਦਿਖਾਵੇਂ, ਜੱਛ ਸੀਗੇ ਨੱਚਣ ਵਾਲੇ, ਗੰਧਰਵ ਰਾਗੀ ਵਜਾਉਣ ਵਾਲੇ, ਸਾਜ਼ ਵਜਾਉਣ ਵਾਲੇ, ਸਿਰਫ ਕਿੰਨਰ ਗਾਉਣ ਵਾਲੇ ਸੀ। ਸਾਜ਼ ਵਜਾਉਣ ਵਾਲੇ ਸਿਰਫ ਸਾਜ਼ੇ ਵਜਾਉਂਦੇ ਸੀ, ਗਾਉਣ ਵਾਲੇ ਗਾਉਂਦੇ ਸੀ, ਨੱਚਣ ਵਾਲੇ ਨੱਚਦੇ ਸੀ। ਹੁੰਦੇ ਸੀ ਧਾਰਮਿਕ ਦੇ ਉਹ ਜਿਹੜੇ ਉਹ ਗਾਇਨ ਚੱਲੇ ਨੱਚਣ ਗੁਰ ਪੈਰ ਹਿਲਾਏ ਰਾਸਧਾਰੀ ਜਿਵੇਂ ਹੁੰਦੇ ਸੀ। ਹੈ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ, ਪਰ ਉਹ ਨੱਚਦੇ ਵੀ ਸੀ, ਗਾਉਂਦੇ ਵੀ ਸੀ, ਸਾਜ਼ ਵੀ ਵੱਜਦੇ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ। ਧਰਮ ਦੀ ਕਥਾ ਕਹਾਣੀਆਂ ਸੁਣਾਉਂਦੇ ਸੀ। ਪਹਿਲਾਂ ਤਾਂ ਸੁਣਾਉਂਦੇ ਸੀਗੇ ਕੁਛ ਇਹੋ ਜਿਹਾ ਲਿਖਿਆ ਹੋਇਆ। ਹੌਲੀ ਹੌਲੀ ਫਿਰ ਰਾਜਿਆਂ ਦੀਆਂ ਕਥਾ ਕਹਾਣੀਆਂ ਸੁਣਾਉਣ ਲੱਗ ਗਏ, ਉਹਨਾਂ ਦੀ ਵਡਿਆਈ ਉਹ ਕਰਨ ਲੱਗ ਗਏ। ਡਿੱਗਦਾ ਜਿਹੜਾ ਹੈ ਨਾ, ਫਿਰ ਸਤਰ ਥੱਲੇ ਡਿੱਗੀ ਜਾਂਦਾ ਹੁੰਦਾ। ਜਿਵੇਂ ਪਹਿਲਾਂ 6ਵੇਂ ਪਾਤਸ਼ਾਹ 12 ਜਿਹੜੀਆਂ ਗੁਰਬਾਣੀ 'ਚ ਨੇ ਉਹ ਸ਼ੁਰੂ ਕੀਤੀਆਂ ਸੀ। ਉਲਟ ਪਟਾਂਗੇ ਗਾਈ ਜਾਂਦੇ ਨੇ, ਜਾਂ ਤੇ ਢਾਡੀ ਆਪਣੇ ਐਵੇਂ ਆਪਣੀਆਂ ਹੀ ਜਾਂ ਗੁਰੂਆਂ ਦੀਆਂ ਇਤਿਹਾਸ ਦੀਆਂ 12 ਇਹ ਨਹੀਂ ਸੀ, ਇਹ ਬਣਾ ਸੀਗਾ। ਗੁਰੂ ਘਰ 'ਚ ਇਤਿਹਾਸ ਬਣਾ। ਹੁਣ ਢਾਡੀ ਕੁਰਬਾਨ ਜੋ ਗਾਵੇ ਗੁਣਾ ਪਾਰ ਦੇ ਵਿੱਚ ਢਾਡੀ ਨਾਨਕ ਆਪ ਨੂੰ ਹੈ। ਹਾਂ ਢਾਡੀ ਦਾ ਨੀ ਜਾਤ ਹੋਰ ਉੱਤਮ ਜਾਤ ਕਾ ਹੈ। ਜਿਹੜਾ ਹਰ ਜਸ ਕਰਦਾ ਉਹ ਢਾਡੀ, ਜਿਹੜਾ ਹਰ ਜਸ ਨਹੀਂ ਕਰਦਾ ਢਾਡੀ ਨਹੀਂ। ਹਰ ਜਸ ਕਰਨ ਵਾਲਾ ਢਾਡੀ, ਦੂਜਾ ਨਹੀਂ ਢਾਡੀ। ਜੋ ਗਾਵੇ ਗੁਣਾ ਪਾਰ। ਹਾਂ कहूँ जछ गंधर्व उर्ग कहूँ विद्याधर। कहूँ विद्याधर, विद्या विद्वान, विद्याधर विद्या पढ़ने वाले। कहूँ पए किन्नर पिसाच कहूँ प्रेत हो। किते किन्नर है तू, यानी किन्नर दे विच भी वही आत्मा है, वही हुक्म है, यानी वही शब्द है। ਉਹਨੂੰ ਸਿੱਖਿਆ ਦੇਣ ਵਾਲਾ ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੀ ਹੈ। ਸਿੱਖਿਆ ਦੇਣ ਵਾਲਾ ਵੀ ਉਹੀ ਹੈ ਤੇ ਆਤਮਾ ਵੀ ਉਹੀ ਹੈ। ਆਤਮਾ ਤਾਂ ਸਾਰੇ ਇੱਕੋ ਹੀ ਹੈ। ਆਤਮਾ ਦਾ ਮੂਲ ਇੱਕ ਹੈ। ਆਤਮਾ ਦੇ ਵਿੱਚ ਗੁਣ ਔਗਣ ਵੱਧ ਘੱਟ ਹੋ ਸਕਦੇ ਨੇ। ਪਾਣੀ ਧਰਤੀ ਚੋਂ ਨਿਕਲਣ ਵਾਲਾ ਪਾਣੀ ਹੈ। ਕਿਸੇ ਧਰਤੀ ਦਾ ਪਾਣੀ ਖਾਰਾ ਹੈ, ਕਿਤੇ ਕੌੜਾ ਹੈ, ਕਿਤੇ ਮਿੱਠਾ ਹੈ, ਉਹ ਥੋੜਾ ਫਰਕ ਹੈ। ਕਹਿੰਦੇ ਉਹਨੂੰ ਪਾਣੀ ਹੋਣੇ ਸਾਰੇ। ਉਹ ਜਿਹੀ ਕੋਈ ਮਿਲਾਵਟ ਹੈ, ਜੇ ਔਗਣਾਂ ਦੀ ਤਾਂ ਮਿਲਾਵਟ ਹੈ ਜ਼ਰੂਰ। ਔਗਣਾਂ ਦੀ ਮਿਲਾਵਟ ਕਰਕੇ ਆਤਮਾ ਦੇ ਉੱਤੇ ਫਰਕ ਪਿਆ ਹੈ, ਮਾਇਆ ਦਾ ਪ੍ਰਭਾਵ ਪਿਆ ਹੈ। ਐਂ ਕਹਿ ਲਓ, ਮਾਇਆ ਦੇ ਪ੍ਰਭਾਵ ਕਰਕੇ ਫਰਕ ਹੈ। ਵੈਸੇ ਆਤਮਾ ਮੂਲ ਦੇ ਵਿੱਚ ਆਤਮਾ ਇੱਕੋ ਹੀ ਹੈ। ਪਵਿੱਤਰ ਹੋ ਕੇ ਆਤਮਾ ਸਭ ਇੱਕੋ ਹੀ ਨੇ। कहूँ होए के हिंदुआ गायत्री को गुप्त जप्यो। ਕਿਤੇ ਤੂੰ ਹਿੰਦੂ ਧਰਮ ਨੂੰ ਤਿਆਰ ਕੀਤਾ ਹੋਇਆ, ਇਹ ਆਤਮਾ ਨੇ ਕੀਤਾ ਹੋਇਆ ਨਾ। ਗਲਤ ਆਤਮਾ ਦੀ ਆਉਂਦੀ ਹੈ ਨਾ। ਇੱਥੇ ਗਾਇਤਰੀ ਕੋ ਗੁਪਤ ਜਪਿਓ, ਗਾਇਤਰੀ ਦਾ ਪਾਠ ਗੁਪਤ ਕਰਦੇ ਹੁੰਦੇ ਨੇ, ਦੂਏ ਨੂੰ ਨਾ ਸੁਣ। ਗੁਪਤ ਮਤਲਬ ਇਹ ਗਾਇਤਰੀ ਮੰਤਰ ਦਾ ਪਾਠ ਜਪਦਾ। ਹੁਣ ਗਾਇਤਰੀ ਦੀ ਜਗ੍ਹਾ ਸਾਡੇ ਮੂਲ ਮੰਤਰ ਦਾ ਪਾਠ ਜਪਣ ਲੱਗ ਗਿਆ, ਕੋਈ ਹੋਰ ਸ਼ਬਦ ਜਪਣ ਲੱਗ ਗਏ। ਇਹ ਖੰਡਨ ਕੀਤਾ ਹੋਇਆ ਹੈ। ਅਸਲ 'ਚ ਖੰਡਨ ਕੀਤਾ। ਨਹੀਂ ਤਾਂ ਗਾਇਤਰੀ ਦਾ ਵੀ ਲਫ਼ਜ਼ ਤਾਂ ਗਾਇਤਰੀ ਦੇ ਵੀ ਠੀਕ ਨੇ। ਜੇ ਉਹ ਗਲਤ ਹੈ ਤਾਂ ਸਾਡੇ ਵਾਲਾ ਵੀ ਗਲਤ ਹੈ। ਇਹਨਾਂ ਨੇ ਕੰਮ ਉਹੀ ਰੱਖਿਆ ਸਾਡਾ, ਸ਼ਬਦ ਦੂਏ ਬਦਲ ਲਏ ਨਾ ਜੀ। ਹੁਣ ਤਾਂ ਅਸੀਂ ਕੁਰਬਾਨੀ ਜਪਦੇ ਹਾਂ, ਗਾਇਤਰੀ ਤਾਂ ਜਪਦੇ ਨਹੀਂ। ਪਖੰਡਵਾਦ ਉਬਾਲ ਲਿਆ। ਉਹ ਜਿਵੇਂ ਇੱਕੋ ਮਠਿਆਈ ਬਣਾਉਂਦੇ ਨੇ, ਉਸੇ ਉਹ ਰੰਗ ਬਦਲ ਦਿੰਦੇ ਨੇ ਉਹਦਾ। ਵਿਆਹ ਨਹੀਂ ਬਣਾਉਂਦੇ, ਇੱਕੋ ਹੀ ਚੀਜ਼ ਦੇ ਪਾੜ ਕੇ ਬਣਾਉਂਦੇ ਨੇ। ਉਹਨਾਂ ਦਾ ਰੰਗ ਬਸ ਅੱਡ ਅੱਡ ਕਰ ਦਿੰਦੇ। ਇਹ ਰੰਗ ਹੋਰ ਦੇ ਲਿਆ। ਇਹ ਜਿਹੜੇ ਸ਼ਾਤਰ ਲੋਕ ਹੁੰਦੇ ਨੇ ਇਹੋ ਜਿਹੇ ਕੰਮ ਕਰਦੇ ਹੁੰਦੇ।
ਹਾਂਜੀ कहूँ होए के तुरका पुकारे बांग देत हो। ਕਿਤੇ ਤੁਰਕ ਹੋ ਕੇ ਤੂੰ ਉੱਚੀ ਪੁਕਾਰ ਕੇ ਬੰਗ ਦਿੰਦੇ ਨੇ ਨਾ ਉਹ ਅਸਲ ਤਾਂ ਉਹ ਦਿੰਦੇ ਨੇ ਵੀ ਬੇੜਾ ਹੋ ਗਿਆ ਆਪਣੇ ਆਦਮੀ ਨੂੰ ਸੱਦਣ ਵਾਸਤੇ ਅਜਾਨ ਕਹਿੰਦੇ ਨੇ ਉਹਨੂੰ ਆਪਾਂ ਬੰਗ ਕਹਿੰਦੇ ਉਹ ਅਜਾਨ ਕਹਿੰਦੇ ਨੇ कहूँ कोक काब होए के प्राण को पढ़त मत कतहूँ करान को निदान जान लेत हो। ਹੁਣ ਕੋਕ ਆ ਗਿਆ ਇੱਥੇ कोक काब ਕੋਕ ਆ ਇਹ ਅਕਾਲ ਉਸਤਤ ਨੂੰ ਦਾ ਮੰਨਦੇ ਨੇ ਉਹ ਬਾਣੀ ਹੈ ਇੱਥੇ ਕੋਕ ਦੀ ਗੱਲ ਕਿਉਂ ਕਰਤੀ ਦਸਮ ਪਾਤਸ਼ਾਹ ਨੇ ਇੱਥੇ ਵੀ ਤਾਂ ਕੋਕ ਸ਼ਾਸਤਰ ਦੀ ਗੱਲ ਹੈ ਕਿਤੇ ਕੋਕ ਕਾਵ ਪੜ੍ਹਦੇ ਕੋਕ ਦੀ ਕਹਾਣੀ ਅੱਗੇ ਦੋ ਤਿੰਨ ਵਾਰ ਆਉਣਾ ਹੈ ਕੋਕ ਦੀ ਗੱਲ ਕਿਤੇ ਕੋਕ ਕਾਵ ਪੜ੍ਹਦਾ ਤੂੰ ਕੋਕ ਸ਼ਾਸਤਰ ਨੂੰ कोक काब होए के प्राण को पढ़त मत। ਪੁਰਾਣਾ ਦੀ ਮੱਤ ਪੁਰਾਣਾ ਦੇ ਵਿੱਚ ਇਹ ਸਾਰੇ ਪੁਰਾਣਾ ਦੀਆਂ ਮੱਤਾਂ ਨੇ 18 ਪੁਰਾਣ ਨੇ ਕੋਕ ਦਾ ਵੀ ਇੱਕ ਵਿੱਚ ਉਹਦੇ ਹੈ ਚੈਪਟਰ ਹੈ ਪ੍ਰਾਣ ਕੋ ਪੜਤ ਮਤ ਪ੍ਰਾਣ ਦੀ ਮੱਤ ਹੈ ਇਹਦੇ ਇਸ਼ਾਰੇ ਆਦਿ ਦੇ ਵਿੱਚ ਵੀ ਨੇ ਆਦਿ ਬਾਣੀ ਸ਼ਾਇਰੀ ਗੱਲ ਕੋਕ ਦੀ ਹੋ ਕੀਤੀ ਹੋਈ ਹੈ ਕਾਮਾ ਰੂਪ ਹੈ ਦੋਸਤੀ ਭੁੱਖੇ ਸਾਦੇ ਗੰਢ ਕੋਕ ਦੀ ਗੱਲ ਹੈ ਰੂਪੇ ਕਾਮ ਹੈ ਦੋਸਤੀ ਭੁੱਖੇ ਸਾਦੇ ਗੰਢ ਦੋ ਸਚਾਈਆਂ ਨੇ ਰੂਪ ਔਰ ਕਾਮ ਤੁਸੀਂ ਸਚਾਈ ਕਿਸੇ ਤੇ ਨਹੀਂ ਮੁਨਕਰ ਹੋ ਸਕਦੇ ਦੋਸਤੀ ਦਾ ਮਤਲਬ ਦੋ ਸਚਾਈਆਂ ਨੇ ਇੱਕ ਦੂਏ ਵੱਲ ਖਿੱਚ ਹੈ ਆਕਰਸ਼ਣ ਐਡਾ ਬੜਾ ਸ਼ਕਤੀ ਹੈ ਕਿ ਮਤ ਮਾਰੀ ਪਈ ਆਦਮੀ ਜਿਹੜੀ ਆਦਮੀ ਦੀ ਮਤ ਮਾਰ ਕੇ ਆਪਣੇ ਚੁੰਗਲ ਦੇ ਵਿੱਚ ਸ਼ਕਤੀ ਨਿਕਲ ਨਹੀਂ ਦਿੰਦੀ ਉਹਨੂੰ ਇਗਨੋਰ ਕਰਦੇ ਹੋ ਤੁਸੀਂ ਇਗਨੋਰ ਦੁਸ਼ਮਣ ਦੀ ਤਾਕਤ ਨੂੰ ਜਿਹੜਾ ਇਗਨੋਰ ਕਰਦਾ ਮਰ ਜਾਂਦਾ ਹੈ ਦੁਸ਼ਮਣ ਦੀ ਤਾਕਤ ਨੂੰ ਡੀਪਲੀ ਸਟੱਡੀ ਕਰਨਾ ਚਾਹੀਦਾ ਇਹ ਸਾਰੇ ਸਾਡੇ ਵਕਾਰ ਦੁਸ਼ਮਣ ਨੇ ਦੁਸ਼ਮਣ ਦੀ ਜਿਹੜੀ ਤਾਕਤ ਹੈ ਨਾ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਦੀ ਤਾਕਤ ਨੂੰ ਫालतू ਜੇ ਸ਼ੇਰ ਦਾ ਦੁਸ਼ਮਣ ਹੈ ਤਾਂ ਉਹਨੂੰ ਸਵਾ ਸ਼ੇਰੇ ਬਣਨਾ ਚਾਹੀਦਾ ਕਹਿੰਦੇ ਨੇ ਨਾ ਜੇ ਗਿੱਦੜ ਮਾਰ ਜਾਈਏ ਤੇ ਸ਼ੇਰ ਦਾ ਸਮਾਨ ਲੈ ਕੇ ਜਾਈਦਾ ਉਹ ਕਹਿੰਦਾ ਕਿਉਂ ਕਹਿੰਦਾ ਕੀ ਪਤਾ ਜੰਗਲ ਚੋਂ ਮੂਹਰੇ ਸ਼ੇਰ ਨਿਕਲਿਆ ਵੀ ਫਿਰ ਤੁਹਾਨੂੰ ਨਹੀਂ ਕਰਨ ਦੇਣਾ ਉਹਨੇ ਸ਼ਿਕਾਰ ਕੱਢਣ ਚਾਹੀਏ ਗਿੱਦੜ ਦਾ ਤੇ ਸ਼ੇਰ ਦਾ ਸਮਾਨ ਲੈ ਕੇ ਜਾਈਦਾ ਸਿਆਣੇ ਤਾਂ ਇਹ ਕਹਿੰਦੇ ਨੇ ਤੇ ਚੱਲਿਓ ਤੁਸੀਂ ਨੱਥ ਪਾਉਣ ਬਕਾਰਾਂ ਦੇ ਧਰਮ ਦਾ ਕੀ ਮਤਲਬ ਹੈ ਧਰਮ ਦਾ ਮਤਲਬ ਬਕਾਰਾਂ ਨਾਲ ਲੜਨਾ ਨੱਥ ਪਾਉਣੀ ਸਟੱਡੀ ਤੁਸੀਂ ਉਹਨਾਂ ਨੂੰ ਕਰਦੇ ਨਹੀਂ ਤੁਸੀਂ ਸਾਜਰੇ ਨੱਥ ਪਾ ਲਓਗੇ ਉਹਨਾਂ ਦੇ ਇਹ ਨਾ ਲੋਕਾਂ ਨੂੰ ਧਰਮ ਦੇ ਕੋਈ ਮਤਲਬ ਨਹੀਂ ਨਾ ਇਹ ਧਰਮ ਜਾਣਦੇ ਨੇ ਨਾ ਇਹਨਾਂ ਨੂੰ ਪਤਾ ਧਰਮ ਹੁੰਦਾ ਕੀ ਹੈ ਨਾ ਇਹਨਾਂ ਨੇ ਧਾਰਮਿਕ ਬਣਨਾ ਉਹਦਾ ਚੈਪਟਰ ਨਹੀਂ ਧਾਰਮਿਕ ਬਣਨ ਵਾਲਾ ਤਾਂ ਇਹ ਤਾਂ ਸਲਾਹਾਂ ਦਿੰਦੇ ਨੇ ਸਾਨੂੰ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਜਿਹੜੇ ਪਹਾੜ ਤੇ ਚੜ੍ਹ ਰਹੇ ਨੇ ਨੇੜੇ ਗਏ ਹੋਏ ਨੇ ਜਿਹੜੇ ਨੇੜੇ ਗਏ ਨੇ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਆਪ ਇਹਨਾਂ ਨੇ ਚੜ੍ਹਨਾ ਹੀ ਨਹੀਂ ਆਪ ਪਿੱਠ ਕਰੀ ਖੜੇ ਨੇ ਤੁਸੀਂ ਉਹਨਾਂ ਨੂੰ ਸਲਾਹਾਂ ਕੀ ਦਿੰਦੇ ਹੋ ਆਪ ਦੇਖੋ ਚੜ੍ਹ ਕੇ ਥੋੜਾ ਜਿਹਾ ਤੁਸੀਂ ਫਿਰ ਤੁਹਾਨੂੰ ਪਤਾ ਲੱਗੇ ਉਹ ਜਿਹੜਾ ਆਪ ਚੜ੍ਹ ਰਿਹਾ ਤਾਂ ਉਹ ਤਾਂ ਦੂਏ ਨੂੰ ਗੱਲ ਕਹੇ ਥੱਲੇ ਵਾਲੇ ਨੂੰ ਉਹ ਜਿਹੜਾ ਨੇੜੇ ਖੜਾ ਹੈ ਚੜਿਆ ਹੋਇਆ ਉਹਨੂੰ ਤੁਸੀਂ ਸਲਾਹਾਂ ਦਿੰਦੇ ਆਪ ਤੁਹਾਡੀ ਪਿੱਠ ਕਰੀ ਹੋਈ ਹੈ ਉਧਰ ਨੂੰ ਇਹਨਾਂ ਦੀ ਗੱਲ ਸੁਣੇ ਕੌਣ ਕਿਉਂ ਸੁਣੇ ਇਹਨਾਂ ਦੀ ਗੱਲ ਕੀ ਅਧਿਕਾਰ ਹੈ ਇਹਨਾਂ ਨੂੰ ਗੱਲ ਕਹਿਣ ਸਮਝ ਨਹੀਂ ਆਉਂਦੀ ਵੀ ਕਿ ਅਧਿਕਾਰ ਕੀ ਹੈ ਇਹਨਾਂ ਨੂੰ ਗੱਲ ਕਹਿਣ ਕਿਸ ਬੇਸ ਤੇ ਗੱਲ ਕਹਿ ਰਹੇ ਨੇ ਧਾਰਮਿਕ ਬੰਦੇ ਜਾਂ ਧਾਰਮਿਕ ਬੰਦੇ ਹੀ ਨਹੀਂ ਧਾਰਮਿਕ ਬੰਦਿਆਂ ਨੂੰ ਸਲਾਹ ਕਿਉਂ ਦੇ ਰਹੇ ਨੇ ਡਾਕਟਰ ਨੂੰ ਸਲਾਹ ਦੇ ਰਿਹਾ ਕੋਈ ਅਨਪੜ੍ਹ ਆਦਮੀ ਜਿਹੜਾ ਆਪ ਰੋਗੀ ਹੈ ਉਹ ਡਾਕਟਰ ਨੂੰ ਸਲਾਹ ਦੇ ਰਿਹਾ ਬਹੁਤ ਵਧੀਆ ਡਾਕਟਰ ਨੂੰ ਕੋਈ ਸਲਾਹ ਦੇਵੇ ਰੋਗੀ ਆਪ ਨੂੰ ਦੁਨੀਆ ਭਰ ਦੇ ਰੋਗ ਚਿੰਬੜੇ ਹੋਣ ਇਹ ਉਹਨਾਂ ਦੀ ਇਹ ਗੱਲ ਆਪਣਾ ਦੇਸ਼ ਚੁੱਲੂ ਪਰ ਪਾਣੀ ਤੇ ਨੰਦੇ ਜੇ ਗੰਗਾ ਨਹੀਂ ਇਹ ਉਹ ਨੇ ਆਪ ਤਾਂ ਕੋਲ ਕੁਝ ਵੀ ਨਹੀਂ ਨਾ ਧਰਮ ਧਾਰਨ ਕਰਨਾ ਨਾ ਉਹਨੂੰ ਜਾਣਾ ਨਾ ਕੋਈ ਗੱਲ ਹੈ ਨਾ ਬਾਤ ਹੈ ਸਲਾਹ ਦੇ ਰਹੇ ਨੇ ਉਹਨਾਂ ਨੂੰ ਜਿਹੜੇ ਕਿਤੇ ਅੱਧ ਪਚੱਧ ਤੁਰੇ ਹੋਏ ਨੇ ਪਹਿਲਾਂ ਤੁਰੇ ਹੋਇਆਂ ਦੇ ਮਗਰ ਤੁਰੇ ਹੋਏ ਨੇ ਕੁਝ ਸੁਣਿਆ ਵੀ ਹੋਇਆ ਅਗਲਿਆਂ ਤੇ ਪਹਿਲਿਆਂ ਤੇ ਜਿਹਨਾਂ ਨੇ ਮਗਰ ਲੱਗ ਕੇ ਤੁਰੇ ਨੇ ਉਹ ਵੀ ਤਾਂ ਗੁੱਥੀ ਗਈ
कहूँ कोक काब होए कै प्राण को पढ़त मत ਕਿਤੇ ਕੋਕ ਕਾਬ ਹੋ ਕੇ, ਕੋਕ ਦਾ ਕਵੀ ਹੋ ਕੇ ਪੁਰਾਣਾ ਦੀ ਮਤ ਪੜ੍ਹਦਾ। कतहु कुरान निदान जान लेत हो। ਕਦੋਂ ਕੁਰਾਨ ਕਿਤੇ ਕੁਰਾਨ ਨੂੰ ਦੇ ਭੇਦ ਨੇ, ਜਿਹੜੇ ਕੁਰਾਨ ਦੇ ਭੇਦ ਉਹਨਾਂ ਨੂੰ ਸਮਝ ਰਹੇ ਮੁਸਲਮਾਨ ਹੋ ਕੇ। कहूँ वेद रीत कहूँ तासो विपरीत कहूँ त्रिगुण अतीत कहूँ सुरगुण समेत हो। ਕਿਤੇ ਵੇਦ ਰੀਤ ਹੈ। ਵੇਦ ਰੀਤ ਕੀ ਹੁੰਦਾ? ਵੇਦ ਰੀਤ ਹੁੰਦਾ ਅੰਤਰਾਤਮਾ ਦੀ ਆਵਾਜ਼। ਜਿਹੜਾ ਅੰਤਰਾਤਮਾ ਹੈ ਨਾ, ਇਹ ਵੇਦ ਹੈ, ਗਿਆਨ ਦੀ ਰੀਤ। ਤਾਂ ਕਾ ਮੂੜ ਚਾਰਤ ਭੇਦਾ ਜਾਓ ਕੋ ਭੇਦ ਨਾ ਪਾਵਤ ਭੇਦਾ। ਵੇਦਾ ਅੰਤਰਾਤਮਾ ਨੂੰ ਕਹਿੰਦੇ ਨੇ। ਉਹਨਾਂ ਦਾ ਭੇਦ ਪਾਇਆ ਨਹੀਂ। ਉਹ ਵੇਦਾਂ ਨੇ ਜਿਹੜਾ ਸੱਚ ਤੇ ਖੜਾ ਉਹਨਾਂ ਦਾ ਭੇਦ ਪਾਇਆ ਨਹੀਂ। ਆ ਜਿਹੜਾ ਮਨ ਹੈ 400 ਬੀਸੀਆਂ ਕਰਦਾ ਉਹਨੂੰ ਸਿੱਖਿਆ ਦੇ ਰਿਹਾ। ਮੂਰਖ ਹੈ ਜਿਹੜੇ ਉਹ ਭੇਦ ਉਚਾਰਨ ਕਰ ਰਿਹਾ ਹੈ। ਜਿਹੜਾ ਉਹ ਤੁਰਦਾ ਉਹਨੂੰ ਤਾਂ ਭੇਦ ਹੈ ਨਹੀਂ। ਤੈਨੂੰ ਕਿੱਥੋਂ ਹੋ ਗਿਆ? ਗੁਰਮਤ ਦਾ ਇਹਨਾਂ ਨੂੰ ਕਿੱਥੋਂ ਭੇਦ ਹੋ ਗਿਆ? ਗੁਰਮਤ ਨਾਨਕ ਨੇ ਬਣਾਈ ਹੈ। ਜੇ ਕੋਈ ਗੁਰਮਤ ਦੀ ਗੱਲ ਪੁੱਛ ਲਵੇ ਫਿਰ ਵਿਦਵਾਨ ਦਾ ਹੋਵੇ ਜਵਾਬ ਤੁਸੀਂ ਦਿਓ। ਤੈਨੂੰ ਕੀ ਹੋਇਆ? ਤੇਰੇ ਸੂਲ ਹੁੰਦਾ, ਤੂੰ ਦੇ ਜਵਾਬ। ਜਾਂ ਗੁਰਮਤ ਦੀ ਗੱਲ ਕੋਈ ਪੁੱਛੇ ਫਿਰ ਜਵਾਬ ਕੋਈ ਹੋਰ ਦੇਵੇ। ਉਹ ਗੁਰਮਤ ਆਪ ਲਿਖਦਾ ਰੋਜ਼ ਵੀ ਮੈਂ ਉਹ ਜਾਣਦਾ ਗੁਰਮਤ ਨਾਨਕ ਨੇ ਚਲਾਇਆ ਸੀ, ਇਹ ਚਲਾਇਆ ਸੀ, ਉਹ ਚਲਾਇਆ ਸੀ। ਹੋਰ ਵੀ ਜਦ ਕੋਈ ਗੱਲ ਪੁੱਛਦਾ ਗੁਰਮਤ ਦਾ ਭੇਦ ਦੀ, ਫਿਰ ਤਾਂ ਤੂੰ ਲੋਕਾਂ ਨੂੰ ਕਹਿਣਾ ਤੁਸੀਂ ਦਿਓ ਜਵਾਬ। ਫਿਰ ਤੂੰ ਹੀ ਦਿਆ ਕਰ ਜਵਾਬ ਜੇ ਤੈਨੂੰ ਪਤਾ। ਸਮਝ ਦਾ ਪਤਾ ਨਹੀਂ ਵੀ ਲੋਕਾਂ ਨੂੰ ਗਿਆਨ ਹੀ ਨਹੀਂ ਹੈ। ਮੈਂ ਕੀ ਹਾਂ? ਤੂੰ ਆਪ ਪਾਗਲ ਹੈ, ਆਪ ਸਦਾਈ ਹੈ। ਸਾਰਿਆਂ ਨੂੰ ਪਤਾ ਵੀ ਤੂੰ ਸਦਾਈ ਹੈ। ਤੇ ਤੋਂ ਬਹੁਤ ਸਿਆਣੇ ਨੇ ਬੰਦੇ। ਜੋਗਿੰਦਰ ਸਿੰਘ ਹੋਰ ਕੌਣ? ਜੋਗਿੰਦਰ ਸਿੰਘ ਦੀ ਗੱਲ ਕਰਦਾ, ਹੁਣ ਮੈਂ ਕਿਹਦੀ ਕਰਦਾ? ਜਿਹੜਾ ਰੋਜ਼ ਉਹ ਲਿਖੀ ਜਦ ਉਹਦੇ ਕੋਈ ਸਵਾਲ ਪੁੱਛਦਾ ਫਿਰ ਤਾਂ ਵਿਦਵਾਨਾਂ ਨੂੰ ਕਹਿੰਦਾ ਵੀ ਤੁਸੀਂ ਦੱਸੋ। ਉਹ ਕਹਿੰਦਾ ਬਾਬੇ ਨਾਨਕ ਨੇ ਮਤ ਚਲਾਈ ਸੀ ਜੀ। ਉਹ ਐਂ ਕੱਲ ਉਹਦਾ ਆਰਟੀਕਲ ਨਹੀਂ ਪੜ੍ਹਿਆ ਉਹਦਾ? ਬਾਬੇ ਨਾਨਕ ਨੇ ਜਿਹੜੀ ਮਤ ਚਲਾਈ ਸੀ ਤਾਂ ਸਾਜੇ ਸਮਝ ਲਈ ਉਹ ਕੀ ਚਲਾਈ ਸੀ। ਨਾਲ ਦਾ ਨੂੰ ਪਤਾ ਨਹੀਂ ਲੱਗਾ ਕਿਸੇ ਨੂੰ। ਸਵਾਲ ਲੈਣੇ ਤੇ ਕੋਈ ਬਾਤ ਨਹੀਂ ਹੋਇਆ ਉਹ ਚ। ਉਦੋਂ ਜਿਹੜੀ ਸੌਖੀ ਹੋਈ ਹੈ ਇਹ, ਉਹ ਤਾਂ ਕਹਿੰਦਾ ਕੋਟਰ ਮੈਂ ਨਾਨਕ ਕਹੂੰ। ਨਾਨਕ ਦਾ ਕਹਿੰਦਾ ਹੈਨ ਬਿਰਲੇ ਨਹੀਂ ਗਣੇ, ਕੋਈ ਬਿਰਲਾ। ਤੂੰ ਕਹਿੰਦਾ ਬਹੁਤ ਸੌਖੀ ਮਤ ਹੈ। ਜੋ ਤੈਂ ਸਮਝਿਆ ਉਲਟਾ ਫਿਰ ਹੋਏ। ਗੁਰਬਾਣੀ ਨਹੀਂ ਮੰਨਦੀ ਹੈ। ਉਹਦਾ ਕਹਿੰਦਾ ਗਾਖੜੀ ਕਾਰ ਹੈ ਬਹੁਤ ਔਖੀ ਹੈ, ਤੂੰ ਕਹਿੰਦਾ ਸੌਖੀ ਬਹੁਤ ਹੈ। ਤੈਂ ਕੁਝ ਹੋਰ ਸਮਝਿਆ ਹੋਇਆ। ਜਦੋਂ ਤੂੰ ਸਮਝੇਗਾ ਫਿਰ ਪਤਾ ਲੱਗੂਗਾ ਵੀ ਕੀ ਹੈ। कहूँ वेद रीत कहूँ तासो विपरीत कहूँ वेद रीत। ਆ ਵੇਦ ਤੇ ਐਲਰਜੀ ਸੀ ਉਹਨੂੰ। ਵੇਦ ਰੀਤ ਹੈ। ਵੇਦ ਗਿਆਨ ਨੂੰ ਕਹਿੰਦੇ ਨੇ। ਗਿਆਨ ਦੀ ਰੋਸ਼ਨੀ ਚੱਲਦਾ ਜਾਂ ਦੀਵਾ ਤੇਰੇ ਕੋਲ ਦਿੱਤਾ ਹੋਇਆ। ਕਬੀਰ ਕਹਿੰਦਾ ਹੱਥ ਦੀਪ ਕੂਏ ਪੜ। ਜਾਂ ਤੇਰੇ ਕੋਲ ਦੀਵਾ ਹੈ ਗਿਆਨ ਦਾ, ਅਕਲ ਦਾ, ਤੂੰ ਅਕਲ ਦੀ ਰੋਸ਼ਨੀ ਚੱਲ। ਅੰਤਰਾਤਮਾ ਅਕਲ ਦਾ ਹੀ ਨਾ ਹੈ। ਉਹਦੀ ਰੋਸ਼ਨੀ 'ਚ ਮਨ ਨਹੀਂ ਚੱਲਦਾ ਹੈ। ਮਨ ਹਨੇਰੇ ਚੱਲਦਾ, ਉਡਾਰੀਆਂ ਮਾਰਦਾ। ਜੇ ਅਕਲ ਦੀ ਰੋਸ਼ਨੀ 'ਚ ਮਨ ਚੱਲੇ, ਅਕਲ ਦੇ ਕਾਬੂ 'ਚ ਰਹਿ ਕੇ ਚੱਲੇ, ਫਿਰ ਗਲਤੀਆਂ ਨਹੀਂ ਕਰਦਾ। ਫਿਰ ਵਿਚਾਰ ਕੇ ਕੰਮ ਕਰਦਾ ਹੈ। ਜੇ ਸੋਚ ਕੇ ਕਰਦਾ ਹੈ ਫਿਰ ਅਕਲ ਨੂੰ, ਅਕਲ ਤੋਂ ਪੁੱਠਾ ਹੋ ਕੇ ਚੱਲਦਾ। ਫਿਰ ਇਹ ਬੇਅਕਲੀ ਦਾ ਕੰਮ ਕਰਦਾ ਹੈ। ਕਹੋ ਤਾਸੋ ਵਿਪਰੀਤ, ਕਿਤੇ ਤਾਂ ਬੇਦਰੀਤ ਹੈ। ਬੇਦਰੀਤ ਅੰਤਰਾਤਮਾ ਦੀ ਆਵਾਜ਼ ਹੈ। ਵਿਪਰੀਤ ਕੀ ਹੈ? ਵਿਪਰੀਤ ਕਲਪਨਾ ਜਿਹੜੀ ਸਾਡੀ ਆਪਣੀ ਸੋਚ ਹੈ ਨਾ। ਬੇਦਰੀਤ ਤਾਂ ਕਹਿੰਦੀ ਹੈ ਹੁਕਮ ਦੇ ਨਾਲ ਚੱਲ, ਕੁਦਰਤ ਦੇ ਨਾਲ ਚੱਲ। ਆਪਣੀ ਮਰਜ਼ੀ ਹੈ ਸਾਡੀ, ਕੁਦਰਤ ਤੋਂ ਵਿਰੋਧ ਕਰਦੀ ਹੈ ਉਹ। ਇਹ ਵਿਪਰੀਤ ਹੈ। ਦੋ ਤਰ੍ਹਾਂ ਦੇ ਹੁਕਮ ਨੇ। ਇੱਕ ਹੁਕਮ ਕੀ ਹੈ? ਮਨ ਭਾਵ ਦੇ। ਇਹ ਵਿਪਰੀਤ ਹੈ। ਪਾਣੇ ਚੱਲਣਾ ਬੇਦਰੀਤ ਹੈ। ਬੇਦਰੀਤ ਚੱਲਣਾ, ਪਾਣੇ ਚੱਲਣਾ। ਨੁਕਸਾਨ ਹੋ ਗਿਆ ਕੋਈ ਨਹੀਂ ਭਾਈ, ਹੋਣਾ ਹੀ ਸੀ, ਹੋ ਗਿਆ। ਇਹ ਬੇਦਰੀਤ ਹੈ। ਕਿਉਂ ਹੋ ਗਿਆ? ਉਹ ਲੜਾਈ ਕਰ ਲੈਣੀ ਘਰਦਿਆਂ ਨਾਲ ਜੇ ਕਿਸੇ ਤੇ ਹੋ ਗਿਆ, ਇਹ ਵਿਪਰੀਤ ਹੈ। ਨੁਕਸਾਨ ਤਾਂ ਕਿਸੇ ਤੇ ਵੀ ਹੋ ਸਕਦਾ। ਵਿਚਾਰ ਕੇ ਨਹੀਂ ਚੱਲੇ। ਇਹ ਤਾਂ ਕਹਿ ਸਕਦਾ ਭਾਈ ਵਿਚਾਰ ਕੇ ਨਹੀਂ ਚੱਲੇ। ਤਾਸੋ ਵਿਪਰੀਤ। कहूँ त्रिगुण अतीत कहूँ ਜਿਹੜਾ सुरगुण समेत हो।
ਜਿਹੜਾ ਬੇਦਰੀਤ ਆ ਉਹ ਤਿਰਗੁਣ ਅਤੀਤ ਹੋਊਗਾ। ਬੇਦਰੀਤ ਇੱਕ ਮਾਰਗ ਹੈ। ਸਟਾਰਟ ਬੇਦਰੀਤ ਤੋਂ ਹੀ ਹੋਣਾ। ਸਟਾਰਟ ਅੰਤਰਾਤਮਾ ਦੇਖੋ ਨਾ, ਸਟਾਰਟ ਤਾਂ ਕਿਤੋਂ ਹੋਣਾ ਹੀ ਹੈ ਨਾ। ਸਟਾਰਟ ਕਿੱਥੋਂ ਹੋਣਾ? ਦੇਵਤੇ ਤੋਂ ਸਟਾਰਟ ਹੋਣਾ। ਜਿਹਨੇ ਮਾਨਸ ਤੇ ਦੇਵਤੇ ਕੀ ਦੇਵਤਾ ਬੇਦਰੀਤ ਤੇ ਚੱਲਦਾ। ਸਟਾਰਟ ਹੈ ਇੱਥੋਂ। ਜਿਹੜਾ ਅੰਤਰਾਤਮਾ ਦੀ ਆਵਾਜ਼ ਤੇ ਚੱਲਦਾ ਉਹ ਤਿਰਗੁਣ ਅਤੀਤ ਹੋ ਜਾਂਦਾ। ਸਿਲੇਬਸ ਰੋਜ਼ ਬਦਲਦਾ, ਰੋਜ਼ ਅਕਲ ਵੱਧਦੀ ਉਹਦੀ, ਰੋਜ਼ ਨਵੀਂ ਅਕਲ ਆਉਂਦੀ ਹੈ। ਤਜਰਬੇ ਚੋਂ ਸਿੱਖਦਾ, ਉਹ ਤਿਰਗੁਣ ਅਤੀਤ ਹੋ ਜਾਂਦਾ। ਤਿਰਗੁਣ ਅਤੀਤ ਕੀ ਹੈ? ਰਜੋ ਤਮੋ ਸਤੋ ਤਿੰਨਾਂ ਗੁਣਾਂ ਤੇ ਉੱਪਰ ਉੱਠ ਖੜਦਾ। ਕਹੂੰ ਸੁਰਗੁਣ ਸਮੇਤ ਹੋ। ਇਹ ਰਜੋ ਤਮੋ ਸਤੋ ਗੁਣ ਵਾਲੇ ਨੂੰ ਅਵਤਾਰ ਮੰਨਦੇ ਨੇ ਹਿੰਦੂ। ਗੁਰਬਾਣੀ ਉੱਤੋਂ ਇਹਨਾਂ ਦੇ ਅਵਤਾਰਾਂ ਤੋਂ ਉੱਤੇ ਉੱਠਣ ਦੀ ਗੱਲ ਕਰ ਰਹੀ ਹੈ। ਇਹ ਤਿਰਗੁਣ ਜਿਹੜੇ ਨੇ ਨਾ, ਤਿੰਨਾਂ ਗੁਣਾਂ ਵਾਲੇ ਨੂੰ ਅਵਤਾਰ ਮੰਨਦੇ ਨੇ। ਜਿਹੜਾ ਸਰਗੁਣ ਸਮੇਤ ਕਹਿੰਦੇ ਨੇ ਉਹ ਤਿੰਨੇ ਗੁਣਾਂ ਵਾਲੇ ਨੂੰ ਸਰਗੁਣ ਕਹਿੰਦੇ ਨੇ। ਤਾਂ ਸੁਰਗੁਣ ਲਿਖਿਆ, ਸਰਗੁਣ ਤਾਂ ਨਹੀਂ ਲਿਖਿਆ। ਉਹ ਸਮੇਤ ਆ, ਅਤੀਤ ਨਹੀਂ ਹੈ। ਕੱਲ ਖੋਲੀ ਨਹੀਂ ਸੀ ਗੱਲ ਮੈਂ ਇਹ ਵੀ ਸਰਗੁਣ ਕਿਉਂ ਨਹੀਂ ਲਿਖਿਆ, ਸੁਰਗੁਣ ਕਿਉਂ ਲਿਖਿਆ। ਸਾਡੀ ਬੋਲੀ ਚ ਗੁਰਮਤਿ ਬੋਲੀ ਸਰਗੁਣ ਤਾਂ ਨੇ ਤੂੰ ਸਾਹਿਬ ਗੁਣੀ ਨਿਧਾਨ, ਉਹਦੇ ਕੋਲ ਨੇ ਗੁਣ। ਸਰਗੁਣ ਸਮੇਤ ਪਰਮੇਸ਼ਰ ਹੈ, ਹੋਰ ਕੋਈ ਨਹੀਂ ਹੈ। ਜੇ ਸਾਡੇ ਕੋਲ ਗੁਣ ਆਉਂਦੇ ਵੀ ਨਾ, ਅਸੀਂ ਇਹ ਕਹਿੰਦੇ ਸਭ ਗੁਣ ਤੇਰੇ, ਮੈਂ ਨਹੀਂ ਕੋਈ। ਅੰਤਰਾਤਮਾ ਦੇ ਵਿੱਚ ਗੁਣ ਨੇ, ਮਨ ਕੋਲ ਕੋਈ ਗੁਣ ਨਹੀਂ ਹੈ। ਮਨ ਤਾਂ ਔਗਣ ਹਾਰਾ ਸੀ, ਇਹਨੇ ਔਗਣ ਕਰਨਾ ਹੀ ਛੱਡਣਾ, ਇਹਨੇ ਗੁਣ ਨਹੀਂ ਹਾਸਲ ਕਰਨਾ ਕੋਈ। ਗੁਣਾਂ ਦਾ ਖਜ਼ਾਨਾ ਤਾਂ ਅੰਦਰ ਵਾਲੇ ਕੋਲ ਹੈ। ਇਹਨੇ ਔਗਣ ਜਿਹੜੇ ਕਰੀ ਜਾਂਦਾ, ਗੁਣਾਂ ਨੂੰ ਬੈਲੈਂਸ ਕਰੀ ਜਾਂਦਾ ਉਹਦਿਆਂ ਨੂੰ। ਇਹਨੇ ਔਗਣ ਕਰਨਾ ਹੀ ਛੱਡਣਾ, ਉਹਦੇ ਨਾਲ ਕੁਛ ਨਹੀਂ ਕਰਨਾ ਮਨ ਨੇ। ਬਸ ਔਗਣ ਕਰਨਾ ਛੱਡ ਦੇਵੇ, ਬਾਕੀ ਲੋੜ ਕੁਛ ਨਹੀਂ ਇਹਨੂੰ ਕਰਨ ਦੀ। ਜੇ ਔਗਣ ਕਰਨਾ ਛੱਡ ਦੇ, ਤਿਰਗੁਣ ਅਤੀਤ ਹੋ ਗਿਆ। ਤਿਰਗੁਣ ਅਤੀਤ ਆਪੇ ਹੋ ਗਿਆ, ਔਗਣ ਛੱਡਦੇ। ਉਹ ਤਿੰਨੇ ਗੁਣ ਜਿਨ੍ਹਾਂ ਨੂੰ ਗੁਣ ਕਹਿੰਦੇ ਨੇ, ਹਿੰਦੂ ਮਤ ਵਾਲੇ ਔਗਣ ਨੇ। ਉਹ ਉਹਨਾਂ ਨੂੰ ਗੁਣ ਮੰਨਦੇ ਨੇ, ਅਸਲ ਦੇ ਵਿੱਚ ਔਗਣ ਨੇ। ਤੇਰੇ ਗੁਣ ਬੈਠੇ ਖਾਈਏ, ਉਹੀ ਗੁਣ ਤਾਂ ਮਟਾਉਣੇ ਨੇ, ਖਤਮ ਕਰਨੇ ਨੇ। ਉਹ ਤਿੰਨੇ ਗੁਣ ਤਾਂ ਜੇ ਗੁਣ ਹੁੰਦੇ ਗੁਣ ਖਤਮ ਕਰੀਦੇ ਨੇ। ਉਹ ਗੁਣ ਨਹੀਂ ਖਤਮ ਕਰੀਦੇ, ਔਗਣ ਨੇ ਅਸਲ ਦੇ ਵਿੱਚ। ਉਹ ਗੁਣ ਕਹਿੰਦੇ ਨੇ ਉਹਨਾਂ ਨੂੰ। ਤਾਂ ਇੱਥੋਂ ਹੀ ਮੱਤ ਪੁੱਠੀ ਹੋਈ ਆ ਉਹਨਾਂ ਦੀ। ਇੱਥੋਂ ਹੀ ਪੰਡਤ ਨੇ ਬਾਟ ਪਾੜੀ ਹੈ, ਇੱਥੋਂ ਬਾਟ ਪਾੜੀ ਹੈ। ਉਹਨਾਂ ਨੂੰ ਔਗਣਾਂ ਨੂੰ ਗੁਣ ਮੰਨ ਲਿਆ। ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਔਗਣ ਨੇ। ਤਿੰਨਾਂ ਕੋਲ ਇੱਕ ਗੁਣ ਹੈ ਇਹਨਾਂ ਕੋਲ। ਇੱਕੋ ਰਜੋ ਗੁਣ ਹੈ, ਇੱਕੋ ਸਤੋ ਗੁਣ ਹੈ, ਇੱਕੋ ਤਮੋ ਗੁਣ ਹੈ। ਤਮੋ ਗੁਣ ਸ਼ਿਵ ਜੀ ਨੂੰ ਬਣਾਤਾ ਇਹਨਾਂ ਨੇ। ਰਜੋ ਗੁਣ ਬ੍ਰਹਮਾ ਹੈਗਾ, ਵਿਸ਼ਨੂੰ ਸਤੋ ਗੁਣ ਹੈ। ਚਾਹੇ ਕੋਈ ਵਿਸ਼ਨੂੰ ਨੂੰ ਰਜੋ ਗੁਣ ਮੰਨਦਾ, ਬ੍ਰਹਮਾ ਨੂੰ ਸਤੋ ਗੁਣ ਮੰਨਦਾ, ਚੱਲ ਉਹ ਤਾਂ ਇੱਕੋ ਹੀ ਨੇ। ਇਹ ਇਹਨਾਂ ਦੇ ਵਿੱਚ ਵੀ ਫਰਕ ਹੈ। ਕਿਉਂ ਬ੍ਰਹਮ ਗਿਆਨੀ ਸਤੋ ਗੁਣ ਹੀ ਹੁੰਦਾ ਨਾ। ਕੋਈ ਉਹਨੂੰ ਮੰਨਦਾ, ਉਹਦੀ ਕੋਈ ਬ੍ਰਹਮਾ ਨੂੰ ਮੰਨ ਲੈਂਦਾ, ਕੋਈ ਮੰਨੇ। ਮਤਲਬ ਤਾਂ ਬੰਦਿਆਂ ਨੂੰ ਮੰਨਿਆ ਹੋਇਆ। ਸਵਾਲ ਤਾਂ ਆਪਣਾ ਤਾਂ ਇੰਨਾ ਹੀ, ਬੰਦਿਆਂ ਨੂੰ ਮੰਨਿਆ ਹੋਇਆ ਨਾ। ਅਸੀਂ ਤਿਰਗੁਣ ਅਤੀਤ ਦੀ ਗੱਲ ਕਰਦੇ ਹਾਂ। ਤਿੰਨਾਂ ਗੁਣਾਂ ਦੇ ਪਰੇ ਉੱਤੇ ਉੱਠ ਜਾਣਾ। ਜਿਹੜਾ ਤਿੰਨਾਂ ਗੁਣਾਂ ਉੱਤੇ ਉੱਪਰ ਉੱਠ ਗਿਆ, ਸੰਸਾਰ 'ਚ ਨਹੀਂ ਰਿਹਾ ਜਿਉਂਦਾ ਹੀ, ਉਹ ਜੀਵਨ ਮੁਕਤ। ਤਿਰਗੁਣ ਅਤੀਤ ਕਹੋ, ਸਰਗੁਣ ਸੁਰਗੁਣ ਸਮੇਤ ਹੋ। ਸੁਰਗੁਣ ਸਮੇਤ। ਸੁਰਗੁਣ ਸੁਰਗੁਣ ਸਮੇਤ ਕੀ ਹੈ? ਕੋਈ ਤਾਂ ਜੋ ਦੇਵਤਾ ਹੀ ਹੈ। ਦੇਵਤਾ ਹੀ ਨਾ ਚੱਲਦਾ ਰਾਹ 'ਚ। ਕੋਈ ਪਹੁੰਚ ਗਿਆ ਜਿਹੜਾ ਤਿਰਗੁਣ ਅਤੀਤ ਹੋ ਗਿਆ, ਉਹ ਗੁਰਮੁਖ ਹੋ ਗਿਆ, ਜੀਵਨ ਮੁਕਤ ਹੋ ਗਿਆ। ਉਹ ਜਿਹੜਾ ਦੂਆ ਤਾਸੋ ਵਿਪਰੀਤ ਕਹੂ, ਬੇਦਰੀਤ ਕਹੂ, ਤਾਸੋ ਵਿਪਰੀਤ, ਉਹਦਾ ਵਿਪਰੀਤ ਵਾਲਾ ਹੈ, ਉਹ ਦੋ ਹੈ ਉਹਦੇ 'ਚ। ਉਹਦੇ ਦੇਵਤੇ ਵੀ ਉਹਦੇ ਵਿੱਚ ਨਾ, ਰਾਖਸ਼ ਉਹਦੇ ਵਿੱਚ ਹੀ ਨੇ। ਉਹ ਜਿਹੜੇ ਦੇਵਤੇ ਵਿਗੜ ਗਿਆ ਨਾ, ਜਿਹੜਾ ਦੁੱਧ, ਉਹਦੇ ਦੇਵਤੇ ਕਹਾਉਂਦੇ ਨੇ ਨਾ, ਧਾਰਮਿਕ ਬੰਦੇ ਕਹਾਉਂਦੇ ਨੇ, ਤਾਂ ਗਾਂ ਤੁਰਦੇ ਨਹੀਂ। ਉਹ ਕੌਣ ਨੇ? ਚਾਲੇ ਤੇ ਯਾਰ ਮਿਲਣ ਕੋ ਵਿੱਚ ਅਟਕਿਆ ਚੀਤ। ਜਿਹੜੇ ਉਹ ਨੇ ਨਾ ਬੰਦੇ, ਉਹ ਰਾਖਸ਼ਾਂ ਦੇਵਤੇ ਇੱਕੋ ਜਿਹੇ ਨੇ। ਉਹਨਾਂ ਦੇ ਕੁੱਟ ਪੈਂਦੀ ਹੁੰਦੀ ਹੈ ਚੰਡੀ ਦੀ।
ਉਹਦੇ ਚੰਡੀ ਚਰਿੱਤਰ ਦੇ ਚ ਕਰਕੇ ਆਇਆ ਆਪਾਂ ਸਾਰਾ ਵਿਚਾਰ ਕੇ। ਉਹ ਦੋਏ ਨੇ, ਉਹ ਵਿਪਰੀਤ ਨੇ ਦੋਏ ਬੇਦਰੀਤ ਤੇ। ਗੁਰਬਾਣੀ ਤੇ ਦੋਏ ਵਿਪਰੀਤ ਨੇ। ਜਿੰਨੇ ਗੋਲਗਧਾਰੀ ਨੇ ਪਤਾ ਲੱਗੇ ਤੇ ਵੀ ਗੁਰਬਾਣੀ ਨੂੰ ਨਹੀਂ ਮੰਨਦੇ, ਛੱਡਣੀ ਚਾਹੁੰਦੇ, ਸੱਚ ਨੂੰ ਪ੍ਰਗਟ ਨਹੀਂ ਹੋਣ ਦੇਣਾ ਚਾਹੁੰਦੇ, ਪਤਾ ਲੱਗੇ ਤੋਂ ਵੀ, ਉਹ ਸਾਰੇ ਬੇਦਰੀਤ ਤੇ ਉਲਟ ਨੇ, ਵਿਪਰੀਤ ਨੇ। ਉਹ ਪਤਾ ਲੱਗੇ ਤੇ ਵੀ ਨਹੀਂ ਜਿਹੜੇ ਮੰਨਦੇ ਨਾ, ਉਹ ਬੇਦਰੀਤ ਤੇ ਵਿਪਰੀਤ ਨੇ। ਗੁਰਮਤਿ ਬੇਦਰੀਤ ਹੈ ਤੇ ਵਿਪਰੀਤ ਨੇ। ਉਹ ਇਹਦੇ ਖਿਲਾਫ ਖੜੇ ਨੇ। ਉਹ ਕਹੂੰ ਬੇਦਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤਿਰਗੁਣ ਅਤੀਤ। ਜਿਹੜੇ ਉਹ ਵਿਪਰੀਤ ਨਹੀਂ ਹੋਣਗੇ ਉਹ ਤਿਰਗੁਣ ਅਤੀਤ ਹੋ ਜਾਣਗੇ। ਜਿਹੜੇ ਗੁਰਬਾਣੀ ਨੂੰ ਜਿਉਂ-ਜਿਉਂ ਸੱਚ ਨੇੜੇ ਆਊ ਕਬੂਲੀ ਜਾਣਗੇ, ਜਿਉਂ-ਜਿਉਂ ਸੱਚ ਦਾ ਪਤਾ ਲੱਗੂ ਕਬੂਲੀ ਜਾਣਗੇ, ਉਹ ਤਿਰਗੁਣ ਅਤੀਤ ਹੋ ਜਾਣਗੇ। ਇਹ ਕੈਟਾਗਰੀਆਂ ਨੇ ਦੱਸੀਆਂ, ਇਦੋਂ ਕੋਈ ਹੋਰ ਕੈਟਾਗਰੀ ਨਹੀਂ। ਜਿਹੜੇ ਡਟ ਕੇ ਵਿਰੋਧੀ ਹੋ ਜਾਣਗੇ, ਉਹ ਖੁੱਲ੍ਹ ਕੇ ਵਿਰੋਧ ਕਰਨਗੇ। ਵਿਰੋਧ ਅਸਲ ਦੇ ਵਿੱਚ ਬੇਦਰੀਤ ਦਾ ਨਹੀਂ ਕਰਦੇ ਹੁੰਦੇ ਰਾਖਸ਼ ਵਿਰੋਧ। ਰਾਖਸ਼ ਬੇਦਰੀਤ ਦਾ ਵਿਰੋਧ ਨਹੀਂ ਕਰਦੇ। ਰਾਖਸ਼ ਉਸ ਮਤ ਦਾ ਵਿਰੋਧ ਕਰਦੇ ਨੇ ਜਿਹੜੀ ਬੇਦਰੀਤ ਤੇ ਉਲਟ ਪ੍ਰਚਾਰ ਕੀਤੀ ਜਾਂਦੀ ਹੈ, ਦੇਵਤਿਆਂ ਵੱਲੋਂ ਪ੍ਰਚਾਰੀ ਜਾਂਦੀ। ਜਿਵੇਂ ਆਪਣੇ ਹੁਣ ਧਰਮਾਂ 'ਚ ਸਾਰੇ ਜਿਵੇਂ ਸੰਤ ਪ੍ਰਚਾਰ ਕਰਦੇ ਨੇ, ਉਹ ਪਰਮੇਸ਼ਰ ਹੈ ਉਹ ਨਹੀਂ ਜਿਹਦਾ ਪ੍ਰਚਾਰ ਕਰਦੇ ਨੇ। ਜੇ ਹੈਗਾ ਤਾਂ ਦਰਸ਼ਨ ਕਰਾ ਕੇ ਦਿਖਾਉਣ, ਜੇ ਹੈਗਾ ਤਾਂ ਦਰਸ਼ਨ ਕਰਾਉਣ, ਉਹਦੇ ਸਮਝਾਉਣ, ਉਹਦੇ ਬਾਰੇ ਗ੍ਰੰਥ ਲਿਖਣ, ਲੈਕਚਰ ਕਰਨ, ਕਿਤਾਬਾਂ ਸਾਬਤ ਕਰਨ। ਉਹ ਗੱਲ ਸਾਬਤ ਨਹੀਂ ਹੁੰਦੀ ਜਿਹੜੀ ਇਹ ਕਹਿੰਦੇ ਨੇ। ਆਹ ਗੱਲ ਸਾਬਤ ਹੁੰਦੀ ਹੈ ਜਿਹੜੀ ਉਹਦਾ ਇਹਨਾਂ ਨੂੰ ਪਤਾ ਕੋਈ ਨਹੀਂ। ਜੋ ਗੱਲ ਗੁਰਬਾਣੀ ਸਾਬਤ ਕਰਦੀ ਹੈ ਉਹਦਾ ਗਿਆਨ ਕੋਈ ਨਹੀਂ। ਜਿਹੜੀ ਉਹ ਕਹਿੰਦੇ ਨੇ ਉਹ ਹੈ ਕੋਈ ਨਹੀਂ। ਜਿਹੜੀ ਹੈ ਕੋਈ ਨਹੀਂ ਉਹਨੂੰ ਮੰਨਦੇ ਨਹੀਂ, ਜਿਹੜੇ ਉਹਨਾਂ ਨੂੰ ਇਹ ਰਾਖਸ਼ ਕਹਿੰਦੇ ਨੇ। ਇਹ ਕੈਟਾਗਰੀਆਂ ਸਾਰੀਆਂ ਹਮੇਸ਼ਾ ਹੀ ਰਹਿੰਦੀਆਂ ਨੇ। ਆ ਪ੍ਰੈਜ਼ੈਂਟ ਟੈਂਸ ਦੀ ਗੱਲ ਕੀਤੀ ਹੈ, ਇਹ ਪਾਸਟ ਦੀ ਨਹੀਂ ਗੱਲ ਹੈਗੀ। ਇਹ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ, ਹੁਣ ਹੈਗਾ, ਹਰ ਵਕਤ ਰਹਿੰਦਾ। ਪ੍ਰੈਜ਼ੈਂਟ ਟੈਂਸ ਦੀ ਗੱਲ ਹੈ। ਐ ਨਹੀਂ ਵੀ ਸੀਗਾ ਹੁਣ ਹੈ ਨਹੀਂ, ਇਹ ਹਮੇਸ਼ਾ ਹੀ ਐ ਰਹਿੰਦਾ ਔਰ ਐਵੇਂ ਹੀ ਰਹੂਗਾ। ਜਿਹੜੇ ਮੰਨਦੇ ਨੇ ਨਾ ਇਹਨੂੰ ਬਾਣੀ, ਭੱਜਣਗੇ ਤੇ ਜ਼ਿਆਦਾ ਭੱਜਣਗੇ। ਉਹ ਇਹ ਜ਼ਿਆਦਾ ਛਾਲਾਂ ਜਗਾਊਗੀ, ਕਿਉਂਕਿ ਸਿੱਧੀ ਇਹ ਗੱਲ। ਇਹ ਅਕਾਲ ਉਸਤੇ ਤਾਂ ਕੋਈ ਚਿੰਤਾ ਕਰਦਾ, ਕਿੰਤੂ ਇਹਨੂੰ ਮੰਨ ਕੇ ਦਿਖਾਉਣਾ। ਤ੍ਰਿਆ ਚਰਿੱਤਰ ਕੇ ਪਾਸੇ ਰੱਖ ਦੋ। ਤ੍ਰਿਆ ਚਰਿੱਤਰ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਇਹਨੂੰ ਤਾਂ ਮੰਨਣਾ। ਇਹ ਤਾਂ ਸੌਖੀ ਹੈ ਗੱਲ ਮੰਨਣੀ, ਇਹਨੂੰ ਮੰਨਣ। ਫਿਰ ਜੇ ਇਹਨੂੰ ਮੰਨ ਗਏ, ਤ੍ਰਿਆ ਚਰਿੱਤਰ ਦਾ ਰੜਕਣਾ ਹੀ ਨਹੀਂ ਕਿਤੇ ਅੱਖ 'ਚ ਪਾਇਆ ਹੋਇਆ, ਫੇਰ ਨਹੀਂ ਤ੍ਰਿਆ ਚਰਿੱਤਰ ਕੁਛ ਕਹਿੰਦਾ। ਉਹ ਕਹਿੰਦਾ ਹੀ ਉਹ ਨਜ਼ਰ ਹੈ, ਇਹਨੂੰ ਨਹੀਂ ਮੰਨਦੇ। ਫਿਰ ਤਿਰਗੁਣ ਅਤੀਤ ਹੈ। ਜਿਹੜਾ ਤਿਰਗੁਣ ਅਤੀਤ ਹੈ ਉਹਨੂੰ ਕੁਛ ਵੀ ਨਹੀਂ ਹੈ, ਉਹਦਾ ਸੰਸਾਰ ਨਾਲ ਸਰੀਰ ਨਾਲ ਜੁੜਿਆ ਹੋਇਆ ਹੀ ਨਹੀਂ। ਤਿਰਗੁਣ ਅਤੀਤ ਤਾਂ ਇੱਥੇ ਹੀ ਹੋ ਜਾਣਾ। ਜਾਪ ਸਾਹਿਬ ਤੇ ਬਾਅਦ ਆ ਜਿਹੜਾ ਹੈ ਨਾ ਅਕਾਲ ਉਸਤਤ, ਇਹ ਤਿਰਗੁਣ ਅਤੀਤ ਤਾਂ ਇੱਥੇ ਹੋ ਗਿਆ। ਤੇ ਗਾਹਾਂ ਜਾਊ ਤਿਰਗੁਣ ਅਤੀਤ ਹੋ ਗਈ, ਪੜੂ ਨਾ ਫਿਰ ਉਹਨੂੰ। ਜੇ ਤਿਰਗੁਣ ਅਤੀਤ ਹੋ ਕੇ ਨਹੀਂ ਪੜਦਾ ਫਿਰ ਉਹ ਰੜਕੂਗਾ ਹੀ, ਫਿਰ ਤਾਂ ਸੰਸਾਰੀ ਆਦਮੀ ਹੈ। ਫਿਰ ਤਾਂ ਸੰਸਾਰੀ ਹੈ। ਸੰਸਾਰੀਆਂ ਨੂੰ ਏਦਾਂ ਹੀ ਲੱਗਦਾ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ। ਗੱਲ ਭਗਤਾਂ ਦੀ ਹੈ, ਪੜ੍ਹਦੇ ਸੰਸਾਰੀਆਂ ਤੁਸੀਂ। ਸੰਸਾਰੀਆਂ ਦੇ ਪੜ੍ਹਨ ਵਾਲੀ ਉਹ ਗੱਲ ਨਹੀਂ ਹੈ, ਉਹ ਭਗਤਾਂ ਦੇ ਪੜ੍ਹਨ ਵਾਲੀ ਹੈ, ਖਾਲਸੇ ਦੇ ਪੜ੍ਹਨ ਵਾਲੀ ਹੈ। ਪਹਿਲਾਂ ਤਿਰਗੁਣ ਅਤੀਤ ਹੋਵੇ ਫਿਰ ਪੜ੍ਹਿਓ ਉਹਨੂੰ, ਫਿਰ ਪਤਾ ਲੱਗੂਗਾ ਵੀ ਉਹ ਕੀ ਹੈ। कहूँ देवतान के दीवान में विराजमान, कहूँ दानवान को गमान मत देत हो। कहूँ देवतान के दीवान में विराजमान, किते देवतियां दे दीवान दे विच विराजमान है। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਦੇਵਤਿਆਂ ਦੇ ਦਰਬਾਰ 'ਚ ਜਾਂਦੇ ਹੀ ਨੇ, ਭਗਤ ਜਾਂਦੇ ਹੀ ਰਹੇ ਨੇ, ਗੁਰੂ ਸਾਹਿਬਾਨ ਜਾਂਦੇ ਹੀ ਰਹੇ ਨੇ। ਗੁਰਮੁਖ ਦੇਵਤੇ ਹੀ ਹੁੰਦੇ ਨੇ। ਜਿਹੜੇ ਸਿੱਖ ਸੰਗਤ ਹੁੰਦੀ ਸਾਰੇ ਦੇਵਤੇ ਹੀ ਸੀਗੇ ਜਿਹੜੇ ਆਲੇ ਦੁਆਲੇ ਬੈਠੇ ਹੁੰਦੇ ਸੀ। ਮਾਨਸ ਤੇ ਦੇਵਤੇ ਤਾਂ ਬਣਾਏ ਸੀ ਉਹਨਾਂ ਨੇ। ਕਿਸੇ ਦੀ ਗੱਲ ਨਹੀਂ, ਗੱਲ ਗੁਰੂ ਘਰ ਦੀ ਹੈ ਸਾਰੀ। ਇਹ ਇਹਨਾਂ ਨੂੰ ਲੱਗਦਾ ਪਤਾ ਨਹੀਂ ਕਿਹਦੀ ਗੱਲ ਹੈ। ਗੱਲ ਹੱਡ ਵੀ ਇਹ ਸਾਰੀ ਗੁਰੂ ਘਰ ਦੀ ਹੋਈ ਹੈ।
ਆਪ ਦੇਵਤਿਆਂ ਦੇ ਦੀਵਾਨ 'ਚ ਨਹੀਂ ਬਹਿੰਦੇ ਦਸਮ ਪਾਤਸ਼ਾਹ ਜਿਹੜੇ ਲਿਖ ਰਹੇ ਨੇ। ਕੀ ਆਤਮ ਕਥਾ ਨਹੀਂ ਇਹ ਹੈ ਉਹਨਾਂ ਦੀ? ਜਿਹੜਾ ਖਾਲਸਾ ਸੀ ਦੇਵਤੇ ਨਹੀਂ ਸੀ ਉਹ ਬੈਠੇ ਜਿਹੜੇ ਪੜ੍ਹ ਰਹੇ ਸੀ। ਕਹੂੰ ਦੇਵਤਾਨ ਕੇ दीवान में विराजमान, ਦੀਵਾਨ में विराजमान, कहूँ दानवान को गमान मत देतो। कहूँ दानवान को गमान मत देत हो। ਉਹਦੇ ਵਿੱਚ ਵੀ ਤੂੰ ਸ਼ਬਦ ਪ੍ਰਗਟ ਹੈ। ਕੀ ਪ੍ਰਗਟ ਹੈ? ਜੋ ਕੁਝ ਕਹਿ ਰਹੇ ਨੇ ਦਸਮ ਪਾਤਸ਼ਾਹ ਕੀ ਕਹਿ ਰਹੇ ਨੇ? ਉਹੀ ਤਾਂ ਕਹਿ ਰਹੇ ਨੇ ਜੋ ਹੁਕਮ ਹੈ। ਹੁਕਮ ਦੀ ਤਾਂ ਵਿਆਖਿਆ ਕਰ ਰਹੇ ਨੇ, ਕੋ ਆਪਣੇ ਕੋਲੋਂ ਕਹਿ ਰਹੇ ਨੇ। ਤੁਰਕੀ ਬਾਣੀ ਉਹ ਦੱਸ ਰਹੇ ਨੇ ਉਹਨਾਂ ਨੂੰ ਭਾਈ ਜੋ ਹੁਕਮ ਹੈ ਹੁਕਮ ਬੁੱਝ ਕੇ ਬੁਝਾ ਰਹੇ ਨੇ। ਨਾਨਕ ਗੁਰਮੁਖ ਬੂਝ ਬੁਝਾਏ, या गुरमुख देख दिखाए। जो ਉਹਨੇ ਦੇਖ ਲਿਆ ਹੁਕਮ ਉਹ ਦੂਸਰਿਆਂ ਦਾ ਦਰਸ਼ਨ ਕਰਾ ਰਹੇ। ਹੋਰ ਕੀ ਸੀ? ਹੁਕਮ ਸਾਰੇ ਹੀ ਹੈ, ਹਰ ਜਗ੍ਹਾ ਹੁਕਮ ਵਰਤ ਰਿਹਾ ਹੈ। ਜੋ ਵਰਤੇ ਸੋ ਤੇਰਾ ਫਲ, ਉਹੀ ਦੱਸ ਰਹੇ ਨੇ ਜੋ ਵਰਤ ਰਿਹਾ ਫਲ। ਵੀ ਇੱਥੇ ਜੋ ਵਰਸ ਰਿਹਾ ਹੈ ਅੰਮ੍ਰਿਤ, ਅੰਮ੍ਰਿਤਸਰ ਸਿਫਤੀ ਦੇ ਘਰ 'ਚ ਤੇ ਲਾਹੌਰ ਸ਼ਹਿਰ 'ਚ ਕੀ ਹੈ? ਤੇ ਜ਼ਹਿਰ ਕਹਿਰ ਸਵਾ ਪਹਿਰ ਹੈ, ਉੱਥੇ ਵੀ ਬਾਰਿਸ਼ ਹੋ ਰਹੀ ਹੈ। ਦੋਏ ਨਕਸ਼ੇ ਨੇ। ਉੱਥੇ ਕੀ ਹੈ? ਉੱਥੇ ਵੀ ਸੰਗਤ ਹੈ, ਉੱਥੇ ਵੀ ਬੰਦਿਆਂ ਦਾ ਇਕੱਠ ਹੈ, ਪਰ ਉੱਥੇ ਜ਼ਹਿਰ ਵਰਸ ਰਹੀ ਹੈ। ਹਰ ਪਹਿਰ ਸਵਾਈ ਹੁੰਦੀ ਹੈ, ਜ਼ਹਿਰ ਵੱਧਦੀ ਹੈ। ਜਿਵੇਂ ਵੀ ਵਧੀ ਜਾਂਦਾ ਨਾ, ਜ਼ੋਰ ਨਾ ਪਈ ਜਾਂਦਾ। ਤੇ ਇੱਥੇ ਕੀ ਵਰਸਦਾ? ਇੱਥੇ ਅੰਮ੍ਰਿਤ ਵਰਸਦਾ, ਉਪਦੇਸ਼ ਹੈ। ਤੇ ਨਾਮ ਵਰਸਦਾ, ਉੱਥੇ ਅੰਮ੍ਰਿਤ ਵਰਸਦਾ। कहूँ दान ਅੰਮ੍ਰਿਤ ਸਿਫਤ ਹੈ ਨਾ ਪਰਮੇਸ਼ਰ ਦੀ। ਇਹ ਸਿਫਤੀ ਦਾ ਘਰ ਹੈ, ਸਿਫਤ ਵਰਸਦੀ ਹੈ, ਉੱਥੇ ਅੰਮ੍ਰਿਤ ਵਰਸਦਾ ਹੈ। ਤੇ ਲਾਹੌਰ ਦੇ ਵਿੱਚ ਹਕੂਮਤ ਹੈ, ਸਰਕਾਰ ਹੈ, ਹੰਕਾਰ ਹੈ, ਪੈਸਾ ਹੈ, ਜ਼ੋਰ ਹੈ, ਜ਼ੁਲਮ ਹੈ, ਉੱਥੇ ਜ਼ਹਿਰ ਵਰਸਦੀ ਹੈ। ਹੋਰ ਕੀ ਵਰਸਦਾ? ਇਹ ਗੱਲ ਸੀ, ਨਕਸ਼ਾ ਹੀ ਦਿਖਾਇਆ ਸੀ ਉਹ ਉਸ ਵੇਲੇ ਦਾ। ਹਰ ਵਕਤ ਨਹੀਂ ਜ਼ਹਿਰ ਕਹਿਰ ਵਰਸਦੀ, ਅੰਮ੍ਰਿਤ ਵਰਸਦਾ। ਉਸ ਵੇਲੇ ਵਰਸਦਾ ਸੀ, ਉਸ ਵੇਲੇ ਦੀ ਗੱਲ ਕੀਤੀ ਸੀ ਵੀ ਇਸ ਵਕਤ ਆ ਹੋ ਰਿਹਾ। ਪ੍ਰੈਜ਼ੈਂਟ ਦੀ ਗੱਲ ਕੀਤੀ ਸੀ ਉਦੋਂ। ਹਾਂਜੀ, कहूँ दानवान को गुमान मत देतो। ਕਿਤੇ ਦਾਨਵਾਨ ਨੂੰ ਗਵਾਨ ਮਤ ਦੇ, ਨਾਲੇ ਤਾਂ ਦਾਨ ਕਰਾ ਲੈਣਾ ਉਹਤੇ, ਨਾਲੇ ਉਹਨੂੰ ਹੰਕਾਰ ਹੋ ਜਾਂਦਾ ਉਹਦਾ। ਉਹੀ ਗਿਆਨ ਹੈ ਉਹਦੇ ਕੋਲ, ਗਿਆਨ ਉਹੀ ਹੈ। दान भी कराता उसे ज्ञान ने, उसे ज्ञान ने हंकारी भी बनाता। दानवान को गुमान मत देता, ज्ञान मत देता, गुमान मत गुमान देतो। मत। दानवान का इन्हें पता की करता? इन्हें दानव करता। और दानवता दान करते ही नहीं, दान तो देवते करते होंगे ने, धार्मिक आदमी करते होंगे ने। दानवता इन्होंने गलों नहीं मानते भी ये होंगे ਦਾਨ ਹੁੰਦਾ। ਦਾਨ ਕੋਈ ਚੀਜ਼ ਹੈ ਜਿਹੜਾ ਧਰਮ ਤੋਂ ਬਾਗੀ ਆ, ਉਹ ਦਾਨ ਕਿਦੋਂ ਬਣਦਾ? ਉਹ ਮਦਦ ਕਹਿੰਦਾ, ਮੈਂ ਤੇਰੀ ਮਦਦ ਕੀਤੀ ਹੈ, ਦਾਨ ਨਹੀਂ ਕਹਿੰਦਾ। ਉਹ ਮਦਦ ਕਹੂਗਾ, ਦਾਨ ਨਹੀਂ ਕਹਿੰਦਾ ਹੁੰਦਾ। ਉਹ ਦਾਨ ਧਾਰਮਿਕ ਕਹੂਗਾ। ਕਿਉਂ? ਜੇ ਦਾਨਵਾਨ ਨੂੰ ਗਵਾਨ ਮਤ ਕਹਿਤਾ, ਇਹਨੇ ਕਿਹਾ ਵੀ ਅਸੀਂ ਸਾਡਾ ਧਰਮ ਪਟਿਆ ਜਾਊਗਾ। ਐ ਬਚਾ ਰਿਹਾ। ਹੁਣ ਕਿਹਨੂੰ ਪਤਾ ਲੱਗੇ ਵੀ ਬਚਾ ਰਿਹਾ? ਦਾਨ ਪੁੰਨ ਦੀ ਗੱਲ ਨੂੰ ਬਚਾ ਰਿਹਾ ਹੈ। ਪੰਡਤ ਹੈ ਨਾ, ਟੀਕਾਕਾਰ। ਟੀਕਾਕਾਰ। ਦਾਨਵਾਨ ਲਿਖਿਆ, ਦਾਨਵਾਨ ਨੂੰ ਦਾਨਵ ਲਿਖਤਾ। ਇਹਨੇ ਅਰਥ ਕਰਤੇ ਵੀ ਰਾਖਸ਼, ਰਾਖਸ਼ ਦਾ ਦਾਨ ਨਹੀਂ ਕਰਦੇ। ਇਹ ਚੋਰੀਆਂ ਫੜਨੀਆਂ ਸੀਆਂ, ਇਹ ਚੋਰੀਆਂ ਹੀ ਫੜਨੀਆਂ ਨੇ। ਇਹਨਾਂ ਦੀਆਂ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਨੇ, ਇਹਨਾਂ ਨੇ ਮੱਤ ਪੜਤੀ ਤੁਹਾਡੀ। ਉਹ ਵਿਦਵਾਨ ਤਾਂ ਸੁੱਤੇ ਪਏ ਤੇ ਜਿਹੜੇ ਪਹਿਲੇ ਸੀ, ਆਉਣ ਵਾਲੇ ਵੀ ਸੁੱਤੇ ਹੀ ਪਏ ਨੇ। ਪਤਾ ਕਿਸੇ ਨੂੰ ਨਹੀਂ ਹੈ ਵੀ ਗੱਲ ਕੀ ਹੈ। ਗੱਲੇ ਤੁਹਾਡੀ ਬਦਲਤੀ। ਦਾਨਵਾਨ ਦਾ ਦਾਨਵ ਲਿਖਤਾ, ਕਿਸੇ ਨੂੰ ਨਹੀਂ ਪਤਾ ਵੀ ਇਹ ਗੱਲ ਕੀ ਲਿਖਤੀ। ਪੰਡਤ ਹੈ ਨਾ ਇਹ। ਪੰਡਤ ਆਪਣੀ ਮਤ ਨੂੰ ਕਿਉਂ ਨਾ ਬਚਾਉਂਦਾ? ਉਹਨੇ ਹਿੰਦੂ ਮਤ ਬਚਾਇਆ। ਹਿੰਦੂ ਮਤ ਦਾ ਨਹੀਂ ਕੱਖ ਵੀ ਛੱਡਦਾ ਇਹ, ਗ੍ਰੰਥ ਨਹੀਂ ਛੱਡਦਾ ਇਹ, ਤਾਂ ਹਿੰਦੂ ਮਤ ਦਾ ਕੱਖ ਵੀ ਨਹੀਂ ਛੱਡਦਾ ਇਹ। ਹੁਣ ਦਾਨ ਤੇ ਹੀ ਖਿਲਾਫ ਹੈ। ਦਾਨ ਦੇ ਖਿਲਾਫ ਨਹੀਂ ਹੈ। ਦਾਨ ਦਾ ਗੁਮਾਨ ਜੇ ਹੋ ਜਾਏ, ਉਹ ਵੀ ਇਹ ਦੇ ਦੇ ਮੁੱਗੇ ਸੈਸਾ ਗੁਣਾ, ਸੋਭ ਕਰੇ ਸੰਸਾਰ, ਸੰਸਾਰ ਦੀ ਸੋਭਾ।
ਤਾਂ ਹੀ ਕਹਾਂ ਜਿਹੜੀ ਸੰਸਾਰ ਦੀ ਸੋਭਾ ਦੀ ਇੱਛਾ ਰੱਖਣੀ ਹੈ ਨਾ, ਇਹ ਤੁਹਾਨੂੰ ਨਾਸ ਕਰ ਦੂਗੀ ਸਾਰੇ ਗੁਣ। ਇਹਦੀ ਦਾਨ ਕਰਨਾ ਮਾੜਾ ਨਹੀਂ, ਸੋਭਾ ਦੀ ਇੱਛਾ ਮਾੜੀ ਹੈ। ਫਿਰ ਦਾਨ ਜੇ ਕਰੋਗੇ ਤੁਸੀਂ ਮੰਨ ਕੇ ਕਰੋਗੇ ਨਾ ਦਾਨ, ਉਹਦਾ ਗਵਾਨ ਹੋ ਜਾਊਗਾ। ਦਾਨ ਤੁਸੀਂ ਕਰ, ਜਾਂ ਤੁਹਾਡਾ ਕੁਝ ਹੈ ਹੀ ਨਹੀਂ ਤਾਂ ਦਾਨ ਕਾਹਦਾ। ਮੇਰੇ ਕੋਲ ਆਇਆ ਸੀ ਇਹਦਾ ਪੈਸਾ, ਪਰਮੇਸ਼ਰ ਨੇ ਭੇਜਿਆ ਸੀ, ਇਹ ਅੰਨ ਇਹਨੇ ਆਪਣਾ ਲੈ ਲਿਆ। ਮੇਰੀ ਤਾਂ ਡਿਊਟੀ ਹੈ, ਜੇ ਮੈਂ ਕਹਿਣਾ ਵੀ ਇਹਦਾ ਹੀ ਸੀ ਦਾਣੇ ਨੇ, ਇਹਨੇ ਹੀ ਖਾਣੇ ਸੀ, ਇਹਦੇ ਹੀ ਲਿਖੇ ਹੋਏ ਸੀ, ਮੇਰੇ ਕੋਲ ਪਤਾ ਨਹੀਂ ਕਿਉਂ ਆ ਗਏ, ਮੈਨੂੰ ਆਪ ਨਹੀਂ ਪਤਾ ਕਿਉਂ ਆ ਗਏ, ਵੀ ਮੇਰੇ ਕਿਉਂ ਦਵਾਇਆ। ਪਰਮੇਸ਼ਰ ਨੇ ਇੱਥੇ ਪਹੁੰਚਾਉਣਾ ਸੀ, ਮੇਰੇ ਤੇ ਪਹੁੰਚਾਤਾ। ਫਿਰ ਤਾਂ ਨਹੀਂ ਹੰਕਾਰ ਹੁੰਦਾ। ਜੇ ਇਹ ਗੱਲ ਨਹੀਂ ਸਮਝੀ ਫਿਰ ਹੰਕਾਰ ਹੋਊਗਾ ਹੀ ਹੋਊਗਾ, ਚਾਹੇ ਹੌਲੀ ਹੌਲੀ ਹੋ ਜਾਵੇ। ਹਾਂਜੀ, कहूँ इंद्र राजा को मिलत इंद्र पदवी सी। ਕਿਤੇ ਇੰਦਰ ਰਾਜੇ ਨੂੰ ਰਾਜ ਮਿਲ ਰਿਹਾ, ਇੰਦਰ ਦੀ ਪਦਵੀ ਮਿਲ ਰਹੀ ਹੈ ਕਿਸੇ ਵਕਤ। कहूँ इंद्र पदवी छपाए छीन ले तो हो। ਕਿਤੇ ਫਿਰ ਉਹ ਜਦ ਰਾਖਸ਼ ਦਾ ਜ਼ੋਰ ਆ ਜਾਂਦਾ, ਇੰਦਰ ਫਿਰ ਮੂਰੇ ਮੂਰੇ ਰਾਖਸ਼ ਪਿੱਛੇ ਪਿੱਛੇ, ਇੰਦਰ ਦਾ ਰਾਜ ਖੋ ਖੋ कहूँ ਸੁੱਸ इंद्र ਜਾਂਦਾ पदवी ਉਹਨੂੰ। छपाए छीन ले तो हो। ਉਹ ਛੁਪਦਾ ਵਿਚਾਰਾ, ਰਾਜ ਤਾਂ ਛਿੰਦਾ ਹੀ ਛਿੰਦਾ, ਉਹਨੂੰ ਲੋਕੇ ਦਿਨ ਕੱਟਣੇ ਪੈਂਦੇ ਨੇ। ਰਾਜ ਤਾਂ ਗਿਆ ਹੀ ਗਿਆ, ਉੱਥੇ ਆਇਆ ਨਹੀਂ ਚੰਡੀ ਦੀ ਵਾਰ ਚ। ਉਹੀ ਗੱਲ ਕਹਿ ਰਹੇ ਨੇ ਚੰਡੀ ਦੀ ਵਾਰ ਦੀ, ਉਹ ਛੁਪਾਏ ਛੀਨ ਲੈ ਦੋ, ਉਹਦਾ ਰਾਜ ਛੀਨ ਲਿਆ, ਉਹ ਵਿਚਾਰਾ ਜਾਨ ਬਚਾਉਂਦਾ ਫਿਰਦਾ, ਛੁਪਿਆ ਫਿਰਦਾ। ਜੋ ਉੱਥੇ ਚੰਡੀ ਦੀ ਵਾਰ ਦੀ ਗੱਲ ਹੈ, ਉਹੀ ਇੱਥੇ ਚੰਡੀ ਚਰਿੱਤਰਾਂ ਦੀ ਗੱਲ। ਹਾਂਜੀ, कतहूँ विचार अविचार को विचारत हो। ਇੰਨਾ ਸੰਬੰਧ ਆਪਸ ਵਿੱਚ ਹੀ ਇਹਨਾਂ ਦਾ, ਸਾਰੇ ਗ੍ਰੰਥ ਦਾ। ਕੋਈ ਕਹਿ ਨਹੀਂ ਸਕਦਾ ਦੂਏ ਆਦਮੀ ਦੀ ਗੱਲ ਲਿਖੀ ਹੋਈ ਹੈ, ਸਮਝ ਆਉਣੀ ਚਾਹੀਦੀ। ਇਹਦਾ ਜਗ੍ਹਾ 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 ਇਸ ਤਰੀਕੇ ਨਾਲ ਗੱਲ ਲਿਖੀ ਹੋਈ ਹੈ, ਜਿਹਨੂੰ ਸਮਝ ਆਇਆ ਉਹ ਸਾਬਤ ਕਰ ਦੂਗਾ ਉਸੇ ਆਦਮੀ ਦੀ ਗੱਲ ਲਿਖੀ ਹੈ। ਉਹ ਜਿਹੜਾ ਚੰਡੀ ਚਰਿੱਤਰ ਦਾ ਪੁਆਇੰਟ ਹੈ, ਇੱਥੇ ਆ ਕੇ ਕਰਤਾ। ਛਪਾਏ ਛੀਨ, ਦੋ ਗੱਲਾਂ ਇਕੱਠੀਆਂ ਕਰਤੀਆਂ। ਇੱਧਰ ਬਸ ਵੀ ਛਿਨ ਗਈ, ਜਾਨ ਲਗਾਉਂਦਾ ਫਿਰਦਾ ਰਾਜ ਖੋਲਿਆ। ਹਾਂਜੀ, कहूँ विचार अविचार को विचारत हो। ਕਹੂੰ कतहूँ विचार अविचार को विचारत हो। ਵਿਚਾਰ ਅਵਿਚਾਰ ਕੋ ਵਿਚਾਰ ਤੋਂ, ਕਿਤੇ ਐਸੀ ਵਿਚਾਰ ਕਰਦਾ ਜਿਹੜੀ ਵਿਚਾਰਨ ਵਾਲੀ ਗੱਲ ਨਹੀਂ, ਉਹਦੀ ਵਿਚਾਰ ਕਰਦਾ, ਪੁੱਠੀ ਗੱਲ ਵਿਚਾਰਦਾ। ਅੱਜ ਹੀ ਕਿਉਂ ਹੋ ਗਿਆ, ਲੈ ਦੱਸ, ਕੁਦਰਤ ਨੇ ਕਿਉਂ ਕਰਤਾ? ਇਹਦਾ ਤੈਂ ਕੀ ਲੈਣਾ, ਤੂੰ ਮਾਮਾ ਲੱਗਦਾ, ਤੂੰ ਹਟਾ ਦੇਗਾ। ਪੁੱਠੀ ਗੱਲ ਦੀ ਵਿਚਾਰ ਹੈ ਨਾ, ਇਹ ਪੁੱਠੀ ਵਿਚਾਰ। ਨਾ ਵਿਚਾਰਨ ਵਾਲੀ ਗੱਲ ਨੂੰ ਵਿਚਾਰ ਰਿਹਾ, ਨਾ ਵਿਚਾਰਨ ਵਾਲੀ ਗੱਲ ਨੂੰ ਵਿਚਾਰੇ ਤੇ ਮੱਤ ਪੁੱਠੀ ਹੋ ਜਾਂਦੀ ਹੈ। ਕਿਤੇ ਇਹ ਕੰਮ ਤੇ ਲੱਗਿਆ ਹੋਇਆ, ਸਰਕਾਰਾਂ ਲੱਗੀਆਂ ਹੋਈਆਂ ਨੇ, ਵਿਦਵਾਨ ਲੱਗੇ ਲਾਏ ਹੋਏ ਨੇ, ਕਿਤੇ ਸਰਾਂਪੀ ਲਹਿਰਾਂ ਦਾ ਪਹਿਲਾਂ ਹੀ ਪਤਾ ਲੱਗ ਜੇ। ਤੁਸੀਂ ਜਿੰਨਾ ਮਰਜ਼ੀ ਭੱਜ ਲਓ, ਤੁਹਾਨੂੰ ਕੁਝ ਨਹੀਂ ਪਤਾ ਲੱਗਣਾ। ਇੱਕ ਬਿਮਾਰੀ ਦਾ ਇਲਾਜ ਹੁੰਦਾ ਨਹੀਂ, 6 ਹੋਰ ਪੈਦਾ ਹੋ ਜਾਂਦੀਆਂ ਨੇ, ਉਦੋਂ ਖਤਰਨਾਕ ਹੋ ਜਾਂਦੀਆਂ ਨੇ। ਖਤਰਨਾਕ ਬਿਮਾਰੀਆਂ ਕਿਉਂ ਪੈਦਾ ਹੋਈਆਂ ਨੇ? ਆਪ ਸਿਆਣੇ ਹੋ ਗਏ। ਅੱਗੇ ਲੋਕ ਇਹਦੇ ਨੂੰ ਜਾਂਦੇ ਨਹੀਂ ਸੀ, ਸਭ ਸਾਦੀਆਂ ਸਾਦੀਆਂ ਬਿਮਾਰੀਆਂ ਸੀ, ਮਰਦੇ ਜਦ ਵੀ ਸੀ, ਜੋ ਮਰਦੇ ਹੁਣ ਵੀ ਨੇ ਲੋਕ। ਸਵੈਨ ਫਲੂ ਕਿਹੜਾ ਜੰਮਦਾ ਸੀ? ਅਵਿਚਾਰ ਕੋ ਵਿਚਾਰ ਦੋ, ਅਵਿਚਾਰ ਹੁੰਦਾ ਨਾ ਵਿਚਾਰਨ ਵਾਲੀ ਗੱਲ, ਫਿਰ ਉਹਨੂੰ ਵਿਚਾਰ ਰਹੇ। कहूँ निज नार पर नार के नकेत हो। ਕਹੂ ਨਿਜ ਨਾਰ ਪਰ, ਜਿਹੜੀ ਨਿਜ ਨਾਰ ਹੈ ਉਹਦਾ ਆਸਰਾ ਬਣਿਆ ਹੁੰਦਾ ਕਿ ਸਿਰਫ ਘਰਿਸਤੀ ਆਦਮੀ ਹੈ, ਬੱਚੇ ਪਾਲਣੇ ਨੇ, ਭਾਈ ਇੱਥੇ ਤੱਕ ਐਸੀ ਮਤ ਹੈ ਨਾ ਭਾਈ, ਬਸ ਰੋਟੀ ਮਿਲ ਜਾਵੇ, ਨਿਆਣੇ ਪਾਲ ਲਈਏ, ਵਿਚਾਰਾ ਬਣਿਆ ਹੁੰਦੇ। ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਨਾਲ ਲੜਨਾ ਨਹੀਂ, ਸਮਝਿਆ ਨਹੀਂ? ਇਹੋ ਜਿਹੇ ਵੀ ਆਦਮੀ ਨੇ, 100 ਆਦਮੀ ਜਿਹਨੂੰ ਆਪਾਂ ਕਹਿੰਦੇ, ਕਿਤੇ ਇਹ ਕਰ ਰਹੇ। पर नार के नकेत हो। ਨਹੀਂ ਨਹੀਂ, ਨਾਰ ਪਰ ਕਹੂੰ ਨਿਜ कहूँ निज नार पर नार के नकेत हो। ਆਪਣੇ ਔਰਤ ਦੇ ਉੱਤੇ ਹੀ ਉਹਦਾ ਆਸਰਾ, ਨਕੇਤ ਹੁੰਦਾ ਆਸਰਾ। नर नार के नकेत हो। ਨਾਰ ਦਾ ਆਸਰਾ ਨੇ ਬੱਚੇ ਨੇ, ਨਾਰ ਦਾ ਬੱਚਿਆਂ ਦਾ, ਇਸਤਰੀ ਦਾ ਬੋਝ ਆਪਣੇ ਤੇ ਲਈ ਬੈਠਾ, ਆਪਣੇ ਕੰਨਿਆਂ ਤੇ
ਸਾਰਾ ਦਿਨ ਕਮਾਈ ਕਰਦਾ, ਕੋਈ ਰਿਕਸ਼ਾ ਚਲਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਲਿਜਾ ਕੇ ਉਹਨਾਂ ਨੂੰ ਦੇਣਾ ਕਮਾ ਕੇ। ਆਸਰਾ ਬਣਿਆ ਹੈ ਨਾ ਉਹਨਾਂ ਦਾ। ਆਸਰਾ ਨਕੇਤ ਆਸਰੇ ਨੂੰ ਕਹਿੰਦੇ ਨੇ, ਨਾਰੀ ਨਕੇਤਨ ਨਹੀਂ ਹੁੰਦੇ। ਨਾਰੀ ਨਕੇਤਨ ਉੱਥੇ ਜਿਹੜੇ ਉਹਨਾਂ ਦੇ ਆਸਰੇ ਬਣੇ ਹੁੰਦੇ, ਜਿੱਥੇ ਉਹਨਾਂ ਨੂੰ ਵਿਚਾਰੇ ਜਿਨ੍ਹਾਂ ਦੇ ਹੈ ਨਹੀਂ ਕੋਈ, ਉਹਨਾਂ ਦੀ ਪਰਵਰਿਸ਼ ਹੁੰਦੀ ਹੈ। ਪਰਵਰਿਸ਼ ਕਰਨਾ ਨਕੇਤਨ ਦਾ ਮਤਲਬ ਪਾਲਣਾ ਕਰਨਾ। ਕਹੂੰ ਵੇਦ ਰੀਤ ਕਹੂੰ ਤਾਸੋ ਬਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਇਹ ਵੀ ਵੇਦ ਰੀਤ ਹੀ ਹੈ, ਬੱਚੇ ਪਾਲਣੇ ਵੇਦ ਰੀਤ ਹੈ। ਪਰ ਉਹਨੂੰ ਭੁੱਲ ਕੇ ਜੋ ਕਰਨਾ ਹੈ, ਉਹਨੂੰ ਭੁੱਲ ਕੇ ਪਾਲਣੇ ਬੇਵਕੂਫੀ ਹੈ। ਬੱਚੇ ਪਾਲਣੇ ਕੋਈ ਮਾੜੇ ਨਹੀਂ ਹੈ, ਚੰਗੀ ਗੱਲ ਹੈ, ਵੇਦ ਰੀਤ ਹੀ ਹੈ। ਪਰ ਜਿਹੜਾ ਕੰਮ ਕਰਨਾ ਹੈ ਉਹਨੂੰ ਭੁੱਲ ਕੇ ਪਾਲਣਾ ਪਾਗਲਪਣ। ਅਪਰਾਧ ਕੋਈ ਨਹੀਂ, ਇਹ ਪਾਗਲਪਣ ਹੈ, ਘੱਟ ਅਕਲ ਦੀ ਗੱਲ ਹੈ। ਉਹ ਜੋ ਹੱਥ ਪੈਰ ਕਰ ਕੰਮ ਸਭ ਚੀਤ ਰੰਜਣ ਨਾਲ, ਉਹ ਚੀਤ ਰੰਜਣ ਨਾਲ ਰੱਖਣ ਵਾਲੀ ਜਿਹੜੀ ਗੱਲ ਨੂੰ ਭੁੱਲਣਾ, ਉਹ ਪਾਗਲਪਣ ਹੈ। ਬੱਚੇ ਪਾਲਣਾ ਕੋਈ ਮਾੜੀ ਗੱਲ ਨਹੀਂ, ਉਹ ਚੰਗੀ ਗੱਲ ਹੈ, ਪਾਲਣੇ ਹੀ ਚਾਹੀਦੇ ਨੇ। ਇਹ ਬੇਦਰੀਤ ਹੈ, ਉਹ ਦੂਈ ਵਿਪਰੀਤ ਨਹੀਂ ਹੈ, ਪਰ ਮੂਰਖ ਵਾਲੀ ਗੱਲ ਹੈ, ਥੋੜੀ ਜਿਹੀ ਘੱਟ ਅਕਲ ਵਾਲੀ ਗੱਲ ਹੈ, ਸੁੱਤਿਆ ਨਾਲ ਬਹਿਣੀ ਵਾਲੀ ਗੱਲ ਹੈ। ਸੁੱਤਾ ਆਦਮੀ ਅਪਰਾਧ ਤਾਂ ਕਰਦਾ ਨਹੀਂ ਹੁੰਦਾ, ਪਰ ਰਹਿਣ ਬਹਿਣੀ ਹੈ, ਰਹਿਣ ਬਹਿਣੀ ਹੈ। ਸੁੱਤਾ ਆਦਮੀ ਅਪਰਾਧ ਤਾਂ ਕਰਦਾ ਨਹੀਂ ਹੁੰਦਾ, ਰਹਿਣ ਬਹਿਣੀ ਵਾਲੀ ਗੱਲ। ਹਾਂਜੀ, ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ। ਕਿਤੇ ਸ਼ਸਤਰ ਧਾਰੀ ਹੈ, ਕਿਤੇ ਵਿਦਿਆ ਕੇ ਵਿਚਾਰੀ ਹੈ। ਹੁਣ ਦੋ ਗੱਲਾਂ ਕਰੀਆਂ ਸੀ, ਸ਼ਸਤਰ ਧਾਰੀ ਵਿਦਿਆ ਕੇ ਵਿਚਾਰੀ ਨਹੀਂ ਸੀ, ਵਿਦਿਆ ਕੇ ਵਿਚਾਰੀ ਸ਼ਸਤਰ ਧਾਰੀ ਨਹੀਂ ਸੀ। ਪਹਿਲਾਂ ਸ਼ਸਤਰ ਧਾਰੀ ਔਰ ਵਿਦਿਆ ਕੇ ਵਿਚਾਰੀ ਇਕੱਠੇ ਹੁੰਦੇ ਸੀ। ਜਿਹੜਾ ਪੰਡਤ ਹੈ ਸ਼ਸਤਰ ਧਾਰੀ ਵੀ ਸੀ, ਵਿਦਿਆ ਕਾ ਵਿਚਾਰੀ ਵੀ ਸੀ। ਉਹ ਰਾਵਣ ਸੀਗਾ, ਵਿਦਿਆ ਕਾ ਵਿਚਾਰੀ ਵੀ ਹੈ, ਸ਼ਸਤਰ ਧਾਰੀ ਵੀ ਹੈ। ਅਸਲ ਦੇ ਵਿੱਚ ਪ੍ਰੋਹਿਤ ਜਿਹੜਾ ਲਫ਼ਜ਼ ਹੈ, ਪ੍ਰੋਹਿਤ ਪੰਡਤ ਤੇ ਰਾਜ ਕਰਦਾ ਰਿਹਾ ਸ਼ੁਰੂ ਚ, ਪਹਿਲਾਂ ਤੇ। ਕੋਈ ਆਦਮੀ ਕਹਿੰਦਾ ਨਾ ਵੀ ਪੰਡਤ ਬਾਹਮਣ ਜਿਹੜਾ ਰਾਜ ਹੈ, ਜਾਂ ਰਾਵਣ ਦਾ ਚਲਿਆ ਗਿਆ, ਪੰਡਤ ਦਾ ਰਾਜ ਜਾਤੇ ਖਤਮ ਹੋ ਗਿਆ। ਪਰਸ਼ੁਰਾਮ ਛਤਰੀਆਂ ਦੇ ਖਿਲਾਫ ਰਿਹਾ, ਪਰਸ਼ੁਰਾਮ ਵੀ ਸ਼ਸਤਰਧਾਰੀ ਹੈ। ਇਹਦੀ ਇਹਨਾਂ ਨੇ ਹੋਰੇ ਕਹਾਣੀ ਬਣਾ ਲਈ ਵੀ ਉਹ ਸ਼ਸਤਰਧਾਰੀ ਕਿਉਂ ਹੈ, ਉਹ ਵੀ ਇਹਨਾਂ ਨੇ ਜਾਣ ਕੇ ਬਣਾਈ ਹੋਈ ਹੈ। ਪ੍ਰੋਹਿਤ ਜਿਹੜਾ ਲਫ਼ਜ਼ ਹੈ, ਪ੍ਰੋਹਿਤ ਰਾਜੇ ਦੇ ਪਥਾਏ ਲਫ਼ਜ਼ ਆਇਆ ਹੈ। ਉਹਦਾ ਮਤਲਬ ਪਰੋਹਿਤ, ਦੂਸਰੇ ਦਾ ਭਲਾ ਕਰਨਾ, ਆਪਣਾ ਨਹੀਂ ਕਰਨਾ। ਰਾਜਾ ਹਮੇਸ਼ਾ ਹੀ ਦੂਸਰੇ ਦੇ ਭਲੇ ਵਾਸਤੇ ਹੁੰਦਾ। ਜਿਹੜਾ ਰਾਜਾ ਦੂਸਰੇ ਦੇ ਭਲੇ ਵਾਸਤੇ ਨਹੀਂ, ਉਹ ਰਾਜਾ ਨਹੀਂ ਹੈ, ਉਹ ਰਾਜਾ ਨਹੀਂ, ਉਹਨੂੰ ਰਾਜਾ ਨਹੀਂ ਮੰਨਿਆ ਜਾ ਸਕਦਾ। ਉਹ ਅਪਰਾਧੀ ਹੈ। ਰਾਜ ਤੇ ਬੈਠ ਕੇ ਜਿਹੜਾ ਕੰਮ ਨਹੀਂ ਕਰਦਾ, ਅਪਰਾਧੀ ਹੈ। ਰਾਜ ਤਾਂ ਉਹਨੂੰ ਦੂਸਰਿਆਂ ਦਾ ਹਿੱਤ ਕਰਨ ਵਾਸਤੇ ਦਿੱਤਾ, ਪਾਵਰ ਉਹਨੂੰ ਕਿਉਂ ਦਿੱਤੀ ਹੈ? ਦੂਸਰਿਆਂ ਦਾ ਭਲਾ ਕਰਨ ਵਾਸਤੇ ਦਿੱਤੀ ਹੈ। ਜੇ ਉਹ ਕਰਦਾ ਨਹੀਂ, ਫਿਰ ਉਹ ਅਪਰਾਧੀ ਹੈ, ਫਿਰ ਬੇਦਰੀਤ ਤੇ ਵਿਪਰੀਤ ਹੈ ਨਾ, ਉਹ ਨਿਯਮ ਦੇ ਖਿਲਾਫ ਹੈ ਨਾ, ਉਹ ਕੁਦਰਤ ਦੇ ਨਿਯਮ ਦੇ ਖਿਲਾਫ ਹੈ। ਗੱਲ ਰਾਜ ਕਰਨ ਵਾਲਾ ਨਹੀਂ, ਪਰ ਉਹ ਭੁੱਲ ਕੇ ਮਾੜਾ ਉਹਨੂੰ। ਇਹ ਰਾਜ ਨਹੀਂ ਹੋ ਸਕਦਾ, ਭਗਤੀ ਨਹੀਂ ਹੋ ਸਕਦੀ। ਫਿਰ ਅੱਜ ਦੇ ਡੇਟ 'ਚ ਰਾਜ ਨਹੀਂ ਹੋ ਸਕਦਾ ਭਗਤੀ ਨੂੰ। ਸਮਾਂ ਹੁੰਦਾ, ਉਹ ਸਮਾਂ ਸੀਗਾ, ਜਾਂ ਸਮਾਂ ਫੇਰ ਆਊ, ਫਿਰ ਦੇਖੀ ਜਾਊ। ਰਾਜ ਦੀ ਇੱਛਾ ਰੱਖਣੀ ਮਾੜੀ ਹੈ, ਇੱਛਾ ਨਹੀਂ ਕਰਨ ਦਿੰਦੀ ਕੁਛ। ਜਿਹਨੂੰ ਇੱਛਾ ਹੀ ਨਹੀਂ ਹੈ, ਉਹਦੇ ਗਲ ਪਿਆ ਢੋਲ ਵਜਾਊਗਾ। ਉਹ ਗਲ ਪਿਆ ਢੋਲ ਵਜਾਉਂਦਾ ਹੁੰਦਾ, ਉਹ ਨਹੀਂ ਕਰਦਾ ਹੁੰਦਾ ਰਾਜ। ਜਿਹਦੀ ਇੱਛਾ ਉਹਦੀ ਸੁਰਤ ਰਾਜ 'ਚ ਰਹੂ, ਉਹਦੀ ਭਗਤੀ 'ਚ ਕਿੱਥੇ ਲੱਗੂ, ਸਿੱਖੀ 'ਚ ਕਿੱਥੇ ਉਹਦੀ ਸੁਰਤ ਲੱਗੂਗੀ। ਦੋਏ ਕੰਮ ਪੰਡਤ ਕਰਦਾ ਸੀ। ਰਾਜ ਕਰਨ ਵਾਸਤੇ ਸ਼ਸਤਰਧਾਰੀ ਹੋਣਾ ਪਊਗਾ। ਕੀ ਹੋਇਆ ਉਹ ਤੋਂ ਬਾਅਦ? ਹੌਲੀ ਹੌਲੀ ਪਹਿਲਾਂ ਇਹਨਾਂ ਨੇ ਵਿਰੋਧ ਕੀਤਾ ਰਾਮਚੰਦਰ ਦਾ, ਚਲਗੇ ਨਹੀਂ ਦਿੱਤਾ ਪੰਡਤਾਂ ਨੇ ਵੀ ਇਹਨਾਂ ਬ੍ਰਹਮ ਹੱਤਿਆ ਦਾ ਦੋਸ਼ ਹੈ ਤੇ ਪੰਡਤ ਮਾਰਿਆ ਨੇ, ਬ੍ਰਾਹਮਣ ਮਾਰਿਆ, ਰਾਵਣ ਮਾਰਿਆ ਸੀ ਨਾ। ਅਗਰ ਜਦ ਇਹਨਾਂ ਦੀ ਪਾਵਰ ਖਤਮ ਹੋ ਗਈ, ਭੁੱਖੇ ਮਰਨ ਲੱਗੇ, ਹਥਿਆਰ ਸੁੱਟਦੇ, ਫਿਰ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਰਾਜੇ ਨਾਲ। ਰਾਜੇ ਨੇ ਮੰਤਰੀ ਬਣਾ ਲਿਆ ਇਹਨਾਂ ਨੂੰ ਵੀ ਰਾਜ ਦਾ ਖਿਆਲ ਛੱਡ ਦਿਓ, ਮੰਤਰੀ ਬਣ ਜਾਓ।
ਰਾਜ ਦਾ ਖਿਆਲ ਛੱਡਤਾ, ਮੰਤਰੀ ਬਣਾਤਾ। ਇੱਕ ਨਾਲ ਸ਼ਰਤ ਰੱਖਤੀ ਵੀ ਵੇਦ ਦੀ ਜਿਹੜੀ ਫਿਲਾਸਫੀ ਉਹ ਬਦਲਣੀ ਪਊਗੀ। ਕੋ ਵੇਦ ਰਾਜੇ ਨੂੰ ਰਾਜਾ ਮੰਨਦਾ ਨਹੀਂ, ਰਾਜੇ ਨੂੰ ਤਾਂ ਰਾਜਾ ਨਹੀਂ ਮੰਨਦਾ ਵੇਦ, ਗੁਰਬਾਣੀ ਦਾ ਰਾਜੇ ਨੂੰ ਰਾਜਾ ਨਹੀਂ ਮੰਨਦੀ। ਇਹ ਪ੍ਰਚਾਰ ਬਦਲੋ। ਇਹ ਭੁੱਖ ਦੇ ਦੋਖੇ ਪੰਡਤ ਨੇ ਬਾਟ ਪਾੜੀ ਹੈ, ਸਮਝਿਆ ਨਹੀਂ? ਪੰਡਤ ਬਾੜੀ ਬਾਟ ਹੈ। ਕੰਪਰੋਮਾਈਜ਼ ਕਰ ਲਿਆ, ਢਿੱਡ ਨੇ ਕੰਪਰੋਮਾਈਜ਼ ਕਰਾ ਦਿੱਤਾ, ਖਰੀਦੇ ਗਏ ਪੰਡਤ। ਵਿਸ਼ਨੂੰ ਨੇ ਬ੍ਰਹਮ ਗਿਆਨੀ ਖਰੀਦ ਕੇ, ਇਹ ਬ੍ਰਾਹਮਣ ਸੀ ਪਹਿਲਾਂ, ਪੰਡਤ ਨਹੀਂ ਸੀ, ਬ੍ਰਾਹਮਣ ਤੋਂ ਪੰਡਤ ਹੋ ਗਏ। ਰੋਵੇਂ ਪੰਡਤ ਗਿਆਨ ਗਵਾਏ, ਗਿਆਨ ਗਵਾ ਲਿਆ। ਗਿਆਨ ਕਿਉਂ ਗਵਾ ਲਿਆ? ਗਿਆਨ ਗਵਾਇਆ, ਦੂਜੇ ਪਾਇਆ ਗਰਭ ਗਲੇ ਬਿਖ ਖਾਇਆ, ਜ਼ਹਿਰ ਖਾ ਲਈ, ਮਾਇਆ ਦੇ ਪਿੱਛੇ ਪੈ ਗਏ। ਹਰ ਰਸ ਨਾਦ ਵੇਦ ਨਹੀਂ ਭਾਵੈ, ਸੁਣੀਏ ਗਹਿਰ ਗੰਭੀਰ, ਗਵਾਇਆ, ਸਾਰਾ ਕੁਝ ਗਵਾ ਲਿਆ। ਪਰ ਲੋਕ ਗਵਾ ਲਿਆ, ਆ ਲੋਕ ਦੇਖ ਲਿਆ। ਜਿਹੜੇ ਆ ਲੋਕ ਦੇਖਦੇ ਨੇ ਪਰਲੋਕ ਗਵਾਇਆ ਜਾਂਦਾ, ਮਾਇਆ ਧਾਰੀਆਂ ਦਾ ਪਰਲੋਕ ਗਿਆ। ਆ ਲੋਕ ਵੀ ਦੁਖੀ ਹੋ ਹੁੰਦੇ ਨੇ, ਐਵੇਂ ਹੀ ਲੱਗਦਾ ਉਹਨਾਂ ਨੂੰ। ਸੁੱਖ ਹੈ ਲੋਕ ਚ ਵੀ ਨਹੀਂ ਹੁੰਦਾ, ਇਹ ਲੋਕ ਜਾਂ ਕਿਸੇ ਨੂੰ ਸੁੱਖ ਹੈ ਉਹ ਨਹੀਂ, ਇਹ ਤਾਂ ਐਵੇਂ ਭੁਲੇਖਾ ਹੈ। ਜਦੋਂ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ, ਉੱਥੇ ਗਏ ਪੰਡਤ ਬਾੜੀ ਬਾਟ। ਇਹਨਾਂ ਨੇ ਫਿਰ ਕੀ ਲਿਖਿਆ? ਉਹ ਰਮਾਇਣ ਛੱਡ ਕੇ ਦੂਈ ਰਮਾਇਣ ਤਿਆਰ ਕਰਾਈ, ਪਹਿਲੀ ਛੱਡ ਕੇ ਵਾਲਮੀਕ ਵਾਲੀ। ਉਹ ਪੜ੍ਹਦਾ ਨਹੀਂ ਕੋਈ, ਤਾਂ ਹੀ ਨਹੀਂ ਪੜ੍ਹਦੇ ਉਹ। ਸਾਰੇ ਦੂਏ ਸ਼ਾਸਤਰ 18 ਪੁਰਾਣ ਲਿਖੇ, ਦੁਬਾਰਾ ਤਿਆਰ ਕਰਾਏ ਨੇ। ਵੇਦ ਛੱਡ ਦਿੱਤਾ, ਵੇਦ ਦਾ ਪ੍ਰਚਾਰ ਛੱਡਤਾ। ਵੇਦ ਦਾ ਪ੍ਰਚਾਰ ਭਗਤਾਂ ਨੇ ਸ਼ੁਰੂ ਕੀਤਾ, ਸਮੇਂ ਸਮੇਂ ਸਿਰ ਭਗਤ ਕਰਦੇ ਰਹੇ ਨੇ। ਉਹ ਸੱਚਾ ਧਰਮ ਵੇਦ ਦਾ, ਬਾਕੀ ਤਾਂ ਧਰਮ ਝੂਠੇ ਨੇ ਸਾਰੇ। ਵੇਦ ਵਾਲੇ ਧਰਮ ਆਪਣੇ ਸਿੱਖ ਮਤ ਹੈ, ਇਹ ਗੁਰਮਤ ਹੈ ਜਿਹੜੀ ਵੇਦ ਵਾਲਾ ਧਰਮ ਹੈ, ਵੇਦ ਧਰਮ ਹੈ। ਆ ਤਾਂ ਹੀ ਵੇਦ ਰੀਤ ਹੁੰਦਾ ਨਾ, ਕਹੂੰ ਵੇਦ ਰੀਤ, ਕਹੂੰ ਤਾਸੋ ਵਿਪਰੀਤ। ਇਹਦਾ ਪ੍ਰਚਾਰ ਉਲਟ ਕੀਤਾ ਇਹਨਾਂ ਨੇ ਵੀ ਇਹ ਤਾਂ ਜੀ ਖਤਰਨਾਕ ਪ੍ਰਚਾਰ ਹੈ। ਅਸੀਂ ਵੇਦ ਛੱਡਤਾ, ਸਾਡੇ ਗੱਲ 'ਚ ਫੂਕ ਮਾਰਤੀ, ਵੇਦ ਤਾਂ ਬਣਤਾ ਨੇ ਹੁੰਦੇ ਨੇ। ਮੂਰਖ ਜਿਹੜੇ ਇਹੋ ਜਿਹੇ ਨੇ, ਸਪੋਕਸਮੈਨ ਵਰਗੇ, ਜੋਗਿੰਦਰ ਸਿੰਘ ਵਰਗੇ ਪਾਗਲ ਟੋਲਾ, ਜਿਹਨੂੰ ਪਤਾ ਹੀ ਨਹੀਂ ਧਰਮ ਕੀ ਹੁੰਦਾ, ਉਹਨਾਂ ਨੂੰ ਅਲਰਜੀ ਹੋ ਗਈ ਵੇਦ ਤੇ। ਵੇਦ ਇੱਕ ਐਸੀ ਚੀਜ਼ ਹੈ, ਗੁਰਬਾਣੀ ਦੇ ਵਿੱਚ ਵੇਦ ਦੀ ਕਿਤੇ ਨਿੰਦਿਆਰੀ ਕੀਤੀ ਹੋਈ। ਉਹ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ, ਫਿਰੇ ਜੋ ਬੇਤਾ ਲਿਆ। ਪੰਡਤ ਨੂੰ ਕਿਹਾ ਨਾਮ ਉੱਤਮ ਗਿਆ ਸੀ, ਉਹ ਤੇ ਛੱਡ ਦਿੱਤਾ, ਤਾਂ ਮਾਇਆ ਤੁਹਾਨੂੰ ਉੱਤਮ ਸਮਝ ਲਿਆ। ਲక్ష్ਮੀ ਦੀ ਪੂਜਾ ਕਰਨ ਲੱਗ ਗਿਆ, ਧਨ ਦੀ ਪੂਜਾ ਕਰਨ ਲੱਗ ਗਿਆ। ਜੇ ਗਿਆਨਵਾਨ ਸੀ ਤੇਰਾ ਨਾਮ ਧਨ ਸੀ, ਗਿਆਨੀਆਂ ਦਾ ਧਨ ਨਾਮ ਹੈ। ਗਿਆਨ ਗਵਾ ਲਿਆ, ਹੁਣ ਤੇਰਾ ਧਨ ਸੰਸਾਰੀ ਧਨ ਹੋ ਗਿਆ। ਇਹ ਤਾਂ ਰਾਜਿਆਂ ਦਾ ਧਨ ਸੀ, ਵਿਸ਼ਨੂੰ ਦਾ ਧਨ ਸੀ, ਇਹ ਬ੍ਰਾਹਮਣ ਦਾ ਧਨ ਨਹੀਂ ਸੀ। ਕੀ ਕਹਿ ਰਿਹਾ ਕਬੀਰ? ਕੌਰ ਪੰਡਿਆ ਕੱਬ ਕੇ ਬਾਹਮਣ ਹੋਏ। ਉਹ ਤੂੰ ਮੁੜ ਕੇ ਬ੍ਰਾਹਮਣ ਆਪਣੇ ਆਪ ਨੂੰ ਫਿਰ ਕਹਿਣ ਲੱਗ ਗਿਆ, ਯਾਰ ਤੇ ਤੂੰ ਕਾਤੇ ਹੋ ਗਿਆ, ਤੂੰ ਫਿਰ ਬ੍ਰਾਹਮਣ ਹੋ ਗਿਆ ਤਾਂ ਬ੍ਰਹਮ ਗਿਆਨ ਦੀ ਗੱਲ ਕਰ। ਬਾਹਮਣ ਕਹਿ ਕੇ ਜਨਮ ਮਤ ਖੋਏ। ਕਿਉਂ ਜਨਮ ਖਰਾਬ ਕਰਨਾ? ਬਾਹਮਣ ਕਹੀ ਜਾਂਦੇ ਆਪਣੇ ਆਪ ਨੂੰ, ਜਿਵੇਂ ਅਸੀਂ ਸਿੱਖ ਕਹੀ ਜਾਂਦੇ, ਸਿੱਖੀ ਤੋਂ 1000 ਕੋ ਦੂਰ ਖੜੇ ਆ। ਕਹੀ ਜਾਂਦੇ ਅਸੀਂ ਸਿੱਖਾ ਯਾਰ, ਸਿੱਖੀ ਦੇ ਵਿਰੋਧ ਖੜੇ ਆ, ਕਹੀ ਜਾਂਦੇ ਅਸੀਂ ਸਿੱਖ। ਇਹ ਉਹੀ ਪੰਡਤ ਵਾਲੀ ਗੱਲ ਹੈ, ਬ੍ਰਾਹਮਣ ਵਾਲੀ ਗੱਲ ਹੈ, ਬ੍ਰਹਮ ਗਿਆਨ। ਇਹ ਤੇ ਚੱਲਣਾ ਬਹੁਤ ਔਖਾ ਹੈ। ਮਾਇਆ ਨਹੀਂ ਚੱਲਣ ਦਿੰਦੀ। ਜਿਹੜਾ ਗੋਲਕ ਵੱਲ ਚਾਕੂਗਾ, ਮਾਇਆ ਵੱਲ ਚਾਕੂਗਾ, ਰਾਜ ਵੱਲ ਚਾਕੂਗਾ, ਦੁਨੀਆ ਦੀ ਵਡਿਆਈ ਵੱਲ ਚਾਕੂਗਾ, ਇਹ ਤੇ ਪੈਰਾ ਨਹੀਂ ਦੇ ਸਕਦਾ। ਭਗਤਾਂ ਨੇ ਦਿੱਤਾ ਪੈਰਾ, ਰਵਿਦਾਸ ਨੇ ਦਿੱਤਾ ਪੈਰਾ, ਤਨੇ ਨੇ ਦਿੱਤਾ ਪੈਰਾ। ਕਿੰਨਾ ਕਮੀਰ ਸੀ। ਇਹ ਪੈਰਾ ਦੇਣਾ ਬਹੁਤ ਔਖਾ। ਹਾਂ ਮਾਇਆ ਵੀ ਰਹੀ ਹੈ, ਮਾਇਆ ਤਾਂ ਵੀ ਕੋਈ ਗੱਲ ਨਹੀਂ। ਛੱਡ ਵੀ ਐਂ ਦਿੱਤੀ, ਪਤਾ ਹੀ ਨਹੀਂ ਕਿਵੇਂ ਛੱਡਤੀ। ਅਨੰਦਪੁਰ ਸਾਹਿਬ ਛੱਡਿਆ, ਪਰਵਾਹ ਨਹੀਂ ਕੀਤੀ, ਪਰ ਉਹ ਨਹੀਂ ਛੱਡਿਆ ਆਪਣਾ। ਕੰਪਰੋਮਾਈਜ਼ ਨਹੀਂ ਕੀਤਾ ਹੈ, ਝੂਠ ਨਾਲ ਕੰਪਰੋਮਾਈਜ਼। ਸੱਚ ਦੇ ਨਾਲ ਜੁੜੇ, ਸੱਚ ਨਾਲੇ ਰਹੇ, ਪ੍ਰਚਾਰ ਸੱਚ ਦਾ ਹੀ ਕਰਨਾ। ਫਿਰ ਕੀ ਇਹ ਹੋਇਆ?
ਤਾਂ ਦਸਮ ਪਾਤਸ਼ਾਹ ਨੇ ਕਿਹਾ ਕਿ ਇਹ ਧਰਮ ਨਹੀਂ ਹੋ ਸਕਦਾ, ਚੱਲ ਸਕਦਾ। ਪਰਮੇਸ਼ਰ ਨੇ ਕਿਹਾ ਸ਼ਾਸਤਰਾਂ ਬਿਨਾਂ ਨਹੀਂ ਚੱਲਣਾ ਹੈ, ਤਾਂ ਖਾਲਸਾ ਸ਼ਾਸਤਰ ਧਾਰੀ ਬਣਾਇਆ। ਪੰਡਤ ਦਾ ਸ਼ਾਸਤਰ ਛੱਡ ਗਿਆ ਸੀ, ਉਹਨੇ ਕਿਹਾ ਸ਼ਾਸਤਰ ਪਹਿਲਾਂ ਸ਼ਾਸਤਰ ਛੱਡ ਫਿਰ ਲਾਊਗਾ। ਵਿਸ਼ਨੂੰ ਕਹਿੰਦਾ ਸ਼ਾਸਤਰ ਆਪਣੇ ਕੋਲ ਰੱਖ ਲੈ, ਧਰਮ ਉਹਨੂੰ ਸੰਭਾਲਤਾ। ਜਿੰਨਾ ਚਿਰ ਧਰਮ ਸ਼ਾਸਤਰ ਧਾਰੀ ਨਹੀਂ ਰਹੂਗਾ, ਇਹ ਧਰਮ ਨੂੰ ਬਚਣ ਕੌਣ ਦਊਗਾ? ਧਰਮ ਦੇ ਵਿਰੋਧੀ ਨੇ ਸਾਰੀ ਦੁਨੀਆ। ਧਰਮ ਕਿਵੇਂ ਬਚੂਗਾ? ਸੱਚ ਧਰਮ ਨੂੰ ਨਹੀਂ ਕੋਈ ਬਚਣ ਦਿੰਦਾ ਬਗੈਰ ਸ਼ਾਸਤਰਾਂ ਤੇ। ਸ਼ਿਵ ਜੀ ਕਹਿੰਦੇ ਤਰਸੂਲ ਨਹੀਂ ਬੈਠਾ ਵੀ, ਉਹਨੂੰ ਕੀ ਲੋੜ ਹੈ? ਉਹਨੇ ਤਾਂ ਰਾਜ ਵੀ ਨਹੀਂ ਕਰਨਾ। ਉਹਨੂੰ ਵੀ ਵਿਸ਼ਨੂੰ ਤੋਂ ਖਤਰਾ ਹੈ, ਰਾਜਾ ਉਹ। ਵਿਸ਼ਨੂੰ कहते हथियार नहीं खड़ा, वो कहते ने ਉਹਦੇ ਕੋਲ ਹਥਿਆਰ। ਕ੍ਰਿਸ਼ਨ ਕੋ कहते ਨੇ, ਰਾਮਚੰਦਰ ਕੋ कहते ਨੇ ਹਥਿਆਰ। ਸੱਚ ਧਰਮ ਦੇ ਖਿਲਾਫ ਨੇ ਹਥਿਆਰ ਉਹਨਾਂ ਦੇ। ਹੱਕ ਜਿਹੜੇ ਆਣ ਸਕਦੇ ਹਥਿਆਰ, ਸਾਰੀਆਂ ਮਤਾਂ ਸੱਚ ਦੇ ਖਿਲਾਫ ਨੇ। ਨਹੀਂ ਆਣ ਚਰਚਾ ਕਰ ਲੈਣ ਉਹਨਾਂ ਦੇ ਗ੍ਰੰਥਾਂ 'ਚੋਂ, ਅਸੀਂ ਸਾਬਤ ਕਰ ਦਾਂਗੇ ਖਿਲਾਫ ਨੇ। ਸ਼ਿਵ ਜੀ ਵੀ ਖਿਲਾਫ ਹੈ ਤੇ ਵਿਸ਼ਨੂੰ ਵੀ ਖਿਲਾਫ ਹੈ। ਉਹ ਤਾਂ ਸਾਬਤ ਹੋ ਜਾਂਦਾ। ਇਹਨਾਂ ਵਾਲਾ ਤਾਂ ਬ੍ਰਹਮਾ ਵੀ ਖਿਲਾਫ ਹੈ, ਜਿਹੜਾ ਇਹਨਾਂ ਵਾਲਾ ਬ੍ਰਹਮ ਹੈ ਉਹ ਵੀ ਖਿਲਾਫ ਹੈ ਸੱਚ ਤੇ। ਉਹ ਬ੍ਰਹਮਾ ਪੰਡਤ ਹੈ, ਬ੍ਰਹਮਾ ਇਹਨਾਂ ਦਾ। ਹੋਰ ਬ੍ਰਹਮਾ ਕੌਣ ਹੈ? ਇਹਨਾਂ ਦਾ ਬ੍ਰਹਮਾ ਕੌਣ ਹੈ? ਪੰਡਤ ਹੈ, ਉਹ ਵੀ ਖਿਲਾਫ ਹੈ। ਛਤਰੀ ਕੌਣ ਹੈ? ਛਤਰੀ ਹੈ ਰਾਜਾ। ਇਹ ਤਿੰਨੇ ਖਿਲਾਫ ਨੇ। ਤਾਂ ਦਸਮ ਪਾਤਸ਼ਾਹ ਨੇ, ਉਹਨਾਂ ਪਰਮੇਸ਼ਰ ਨੇ ਕਿਹਾ ਪੰਥ ਚਲਾ, ਤੂੰ ਨਹੀਂ ਚੱਲ। ਇਹਨਾਂ ਨੇ ਜਿਉਣ ਦੇਣਾ। ਭਗਤ ਪੈਦਾ ਹੋਏ ਜਦ ਹੀ ਮਿੱਟੀ ਪਾਤੀ, ਚੱਲਣ ਨਹੀਂ ਦਿੱਤਾ ਪੰਥ। ਤਾਂ ਚਲਾਇਆ ਹੈ ਪੰਥ, ਚਲਾ। ਫਿਰ ਕਿਹਾ ਪੰਥ ਚਲਾ ਤਬ ਜਗਤ में जब तुम करो ऑर्गेनाइजेशन एक बनाई है। ऑर्गेनाइजेशन है, हमलावर नहीं है। डिफेंस वास्ते ने शस्त्र। प्रचार करना, प्रचार का जे मुंह बंद करे, मुंह नहीं बंद करना। शस्त्र भी नहीं चलाना। जे वो शस्त्र चला के मुंह बंद करते हैं, फिर डिफेंस वास्ते कुछ भी कर लीजिए। जिन्ना चਿਰ ਉਹ ਸ਼ਾਸਤਰ ਦੇ ਬਾਹਰ ਕਰਦੇ ਨਹੀਂ, ਉਹਨਾਂ ਚਿਰ ਅਸੀਂ ਨਹੀਂ ਕਰ ਸਕਦੇ, ਕਿਸੇ ਦਾ ਵੀ ਨਹੀਂ ਕਰ ਸਕਦੇ। ਗੱਲ ਵੀ ਜਿਹੜੀ ਕਰਨੀ ਹੈ ਉਹ ਹੱਕ ਇਨਸਾਫ ਦੀ ਉਹ ਕਰਨੀ ਹੈ। ਚੁੱਭਵੀਂ ਗੱਲ ਵੀ ਨਹੀਂ ਕਰਨੀ। ਇਹ ਸਾਡੇ ਚੁੱਭਵੀਂ ਗੱਲ ਕਰਦੇ ਨੇ। ਚੁੱਭਵੀਂ ਗੱਲ ਨਹੀਂ ਕਰੀਦੀ ਹੁੰਦੀ। ਧਰਮ ਦਾ ਸਿੱਖਿਆ ਦੇਣੀ ਹੁੰਦੀ ਹੈ। ਸਿੱਖਿਆ ਚੁੱਭਵੀਂ ਗੱਲ ਦਾ ਕੀ ਮਤਲਬ? ਤਾਨਾ ਮੇੜਾ ਨਹੀਂ ਹੁੰਦਾ। ਉਹ ਮਜ਼ਾਕ ਸੀਗਾ ਅਕਬੀਰ ਨੇ ਗੱਲ। ਕੌਰੇ ਪੰਡਿਆ ਬਾਹਮਣ ਕੱਪ ਕੇ ਹੋਏ, समझे? ब्राह्मण सोचो ब्रह्म विचार है। ब्राह्मण तो जे ब्रह्म विचारे ता ही है ना। हाँ जी। कहूँ शस्त्र धारी, कहूँ विद्या के विचारी। कहूँ विद्या के विचारी, किते विद्या का विचारी है। हुण शास्त्र धारी और विद्या का विचारी साडे खालसा इकट्ठा ही है। ताई कह 70 सवै करत विपिन की दस पातशाह कह रहे ने, पंडित नूं कह रहे ने कि ਜਿਹੜੇ ਛਤਰੀ ਨੇ ਵਿਪਰਾਲੇ ਕੰਮ ਦੇ 13 ਨੂੰ ਹੈ। ਇਹਨੂੰ ਪੇ ਕਟਾਸ਼ ਕਿਰਪਾ ਕੇ ਨਿਹਾਰੋ। ਹੁਣ ਕਿਰਪਾ ਦ੍ਰਿਸ਼ਟੀ ਕਰ, ਤੈਨੂੰ ਹੁਣ ਤੇ ਦਾਨ ਦੇ ਦਿੱਤਾ ਬਥੇਰਾ। ਹੁਣ ਮੇਰਾ ਦਾਨ ਦੇਣ ਨੂੰ ਕਿਸੇ ਹੋਰ ਨੂੰ ਜੀ ਨਹੀਂ ਕਰਦਾ। ਸਮਝਿਆ ਨਹੀਂ? ਕਹਿੰਦਾ ਦਾਨ ਦਿਓ ਇਨਹੀ ਕੋ ਭਲੋ। ਕਹਿੰਦਾ ਹੁਣ ਦਾਨ ਦੇਣਾ ਮੈਨੂੰ ਇਹਨਾਂ ਨੂੰ ਚੰਗਾ ਲੱਗਦਾ, ਮੇਰੇ ਦਿਲ ਨੂੰ ਐ ਚੰਗਾ ਲੱਗਦਾ। ਜਿਹੜਾ ਖਾਲਸਾ ਹੈ ਇਹਦੀ ਉਹ ਸੇਵਾ ਕਰਨਾ ਮੈਂ, ਜਿਹੜਾ ਦਾਨ ਦੇਣਾ ਨਾ ਪੰਡਤ ਨੂੰ, ਇਹਨਾਂ ਦੀ ਉਹ ਸੇਵਾ ਕਰਨਾ। ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ। ਹੋਰ ਨੂੰ ਦਿੱਤਾ ਹੋਇਆ ਦਾਨ ਮੈਨੂੰ ਚੰਗਾ ਨਹੀਂ ਲੱਗਦਾ, ਮੇਰਾ ਮਨ ਨਹੀਂ ਬਣਦਾ। ਔਰ ਆਗੇ ਭਲਾ ਇਨਹੀ ਕੋ ਦਿਓ। ਕਹਿੰਦੇ ਅੱਗੇ ਬਾਤ ਨੂੰ ਵੀ ਫੜੂ ਤਾਂ ਇਹਨਾਂ ਨੂੰ ਦਿਓ। ਹੱਕਦਾਰ ਇਹ ਨੇ। ਜਿਹੜਾ ਲੜਾਈ ਲੜੂ ਸੱਚ ਦੀ ਉਹੀ ਹੱਕਦਾਰ ਹੈ। ਦੂਆ ਕੌਣ ਹੱਕਦਾਰ ਹੈ? ਆਗੇ ਭਲਾ ਇਨਹੀ ਕੋ ਦਿਓ। ਇਹ ਤਾਂ ਲਾ ਦੇਣਗੇ ਠਿਕਾਣੇ ਸੱਚ ਦੀ ਲੜਾਈ ਤੇ, ਹੋਰ ਕਿਸੇ ਨਹੀਂ ਲਾਉਣਾ ਹੈ। ਇਨਹੀ ਕੋ ਦਿਓ ਜਗ ਮੈਂ ਜਸ ਔਰ ਦਿਓ ਸਭ ਪੀਕੋ। ਹੋਰ ਨੂੰ ਦਵੋਗੇ ਜਗ ਦਾ ਜਸ ਤਾਂ ਹੋਊਗਾ ਜ਼ਰੂਰ ਜ਼ਰੂਰ। ਹੋਰ ਨੂੰ ਦਾਨ ਦਿੱਤੇ ਤਾਂ ਸੰਸਾਰੀ ਜਸ ਹੋਊਗਾ, ਦਰਗਾਹ ਦਾ ਜਸ ਨਹੀਂ ਹੋਣਾ। ਸੰਸਾਰ ਦਾ ਜਸ ਫਿੱਕਾ ਜਸ ਹੁੰਦਾ, ਫਿੱਕਾ ਰੰਗ ਹੈ ਨਾ, ਥੋੜੇ ਦਿਨ ਦਾ ਹੁੰਦਾ।
ਜਗ ਮੈਂ ਜਸ ਔਰ ਦਿਓ ਸਭ ਫੀਕੋ ਮੋਗ ਰਹਿ ਮੋ ਤਨ ਤੇ ਮਨ ਤੇ ਸਿਰ ਲੋ ਧਨ ਤੇ ਸਭ ਹੀ ਇਨਹੀ ਕੋ ਭਾਈ ਕਹਿੰਦਾ ਮੈਂ ਆਪਣੇ ਘਰ ਦਾ ਤਨ ਮਨ ਧਨ ਔਰ ਮੇਰਾ ਸਿਰ ਮੈਂ ਤਾਂ ਦੇਤਾ ਇਹਨਾਂ ਨੂੰ, ਤੁਸੀਂ ਜਿਹਨਾਂ ਦੇਣਾ ਦਿਓ, ਨਹੀਂ ਦੇਣਾ ਨਾ ਦਿਓ। ਵਸੀਅਤ ਕਰਤੀ ਖਾਲਸੇ ਨੂੰ, ਇਹ ਵਸੀਅਤ ਦਿਖਾ ਕੇ ਉਹ ਮੁਕੱਦਮਾ ਜਿੱਤਿਆ ਸੀ ਲਾਹੌਰ ਵਾਲਾ। 10 ਗ੍ਰੰਥ ਦੇ ਵਿੱਚ ਪਈ ਹੈ ਵਸੀਅਤ, 3 ਸਵਈਏ ਨੇ ਪੜਾਂਗੇ ਫਿਰ। ਇਹਦੇ ਵਿੱਚ ਆ ਵਿਚਾਲੇ 10 ਗ੍ਰੰਥ ਦੇ ਵਸੀਅਤ, 3 ਸਵਈਏ ਨੇ ਸੈਂਟਰ ਚ ਆਉਂਦੇ ਨੇ ਉਹ। ਹਾਂਜੀ। ਕਹੂੰ ਮਾਰਤ ਆਹਾਰੀ ਕਹੂੰ ਨਾਰਕੇ ਨਕੇਤ ਹੋ। ਕਹੂੰ ਮਾਰਤ ਆਹਾਰੀ ਕੀ ਕਰਦਾ? ਸ਼ਸਤਰ ਧਾਰੀ ਹੋ ਕੇ ਸ਼ਿਕਾਰ ਖੇਡਦਾ। ਗੁਰੂ ਸ਼ਿਕਾਰ ਨਹੀਂ ਖੇਡਦੇ ਰਹੇ। ਕੌਣ ਕਹਿੰਦਾ ਮਾਸ ਨਹੀਂ ਦਿਖਾਉਂਦੇ? ਅਮਾਰਤ ਆਹਾਰੀ ਲਿਖਿਆ ਹੋਇਆ। ਇਹ ਤਾਂ ਸਾਧਾਂ ਦਾ ਪ੍ਰਚਾਰ ਕੀਤਾ ਹੋਇਆ ਔਰ ਪੰਡਤਾਂ ਦਾ ਰਲ ਕੇ ਵੀ ਇਹਨਾਂ ਨੂੰ ਆਪਣੇ ਵਰਗੇ ਹੀ ਬਣਾ ਲਓ। ਕਹੂੰ ਮਾਰਤ ਆਹਾਰੀ ਕਹੂੰ ਨਾਰਕੇ ਨਕੇਤ ਹੋ। ਕਹੂੰ ਨਾਰਕੇ ਨਕੇਤ ਉਹੀ ਘਰ ਵਾਲਿਆਂ ਦਾ ਆਸ਼ਰਾ, ਬੱਚਿਆਂ ਦਾ ਆਸ਼ਰਾ। ਕਹੂੰ ਮਾਰਤ ਆਹਾਰੀ ਕਹੂੰ ਨਾਰਕੇ ਨਕੇਤ। ਹਾਂ, ਨਾਰਕੇ ਨਕੇਤ। ਕਹੂੰ ਦੇਵ ਬਾਣੀ ਕਹੂੰ ਸ਼ਾਰਦਾ ਭਵਾਨੀ। ਕਹੂੰ ਦੇਵ ਬਾਣੀ ਹੈ, ਉਹ ਦੇਵ ਬਾਣੀ ਅੰਤਰਾਤਮਾ ਦੀ ਆਵਾਜ਼, ਦੇਵਤਿਆਂ ਦੀ ਬਾਣੀ। ਕਹੂੰ ਸ਼ਾਰਦਾ ਭਵਾਨੀ ਕਹੂੰ ਸ਼ਾਰਦਾ ਭਵਾਨੀ। ਦੇਖੋ ਸ਼ਾਰਦਾ ਭਵਾਨੀ ਦੋ ਨਹੀਂ ਹਨ, ਇੱਕੋ ਹੀ ਹੈ। ਇਹਨੇ ਦੋ ਲਿਖਤੀ, ਸ਼ਾਰਦਾ ਅੱਡ ਕਰ ਲਈ, ਭਵਾਨੀ ਅੱਡ ਕਰ ਲਈ ਇਹਨੇ। ਇਹਨਾਂ ਦੀਆਂ ਭਵਾਨੀਆਂ ਫਿਰ ਜੇ ਦੋ ਕਰ ਲੀਆਂ ਦੋ ਡੁਪਲੀਕੇਟ ਬਣ ਜਾਣਗੀਆਂ। ਜੇ ਕਹੂ ਉਹ ਠੀਕ ਬਣੂਗੀ। ਸਾਰਦਾ ਤਾਂ ਹੈ, ਸ਼ਾਰਦਾ ਨਹੀਂ ਹੈ, ਸਾਰਦਾ ਹੈ। ਸ਼ਾਰਦਾ ਭਵਾਨੀ ਸਾਰ ਰੂਪ ਗਿਆਨ ਵਾਲੀ ਮਤ। ਕਹੂੰ ਦੇਵ ਬਾਣੀ ਕਹੂੰ ਸ਼ਾਰਦਾ ਭਵਾਨੀ। ਉਹ ਦੇਵ ਬਾਣੀ ਹੈ। ਦੇਵ ਬਾਣੀ ਦੇ ਅੱਗੇ ਬਿਉਂ ਬਾਣੀ ਹੈ। ਇਹ ਦੇਵ ਬਾਣੀ ਹੈ ਜਿਹੜੀ, ਇਹ ਤਾਂ ਅੰਤਰਾਤਮਾ ਦੀ ਆਵਾਜ਼ ਹੈ। ਉਹ ਆਖਰੀ ਤੁਰਕੀ ਬਾਣੀ ਹੈ, ਉਹ ਸਾਰਦਾ ਭਵਾਨੀ ਹੈ। ਸਾਰ ਗਿਆਨ ਹੈ ਨਾ ਉਤੇ, ਸਾਰ ਰੂਪ ਗਿਆਨ ਹੈ ਉਹ ਚ। ਬਾਣੀ ਉਹ ਵੀ ਹੈ, ਇਹ ਵੀ ਹੈ, ਦੇਵ ਬਾਣੀ ਹੈ, ਉਹ ਵੀ ਬਾਣੀ ਉਹ ਹੈ। ਉਹ ਸਾਰਦਾ ਭਵਾਨੀ ਹੈ, ਉਹ ਬਾਣੀ ਦਾ ਨਾਮ ਹੀ ਹੈ। ਸੋਈ ਭਵਾਨੀ ਨਾਮ ਕਹੇ ਉਹ। ਕਹੂੰ ਮੰਗਲਾ ਮਿੜਾਣੀ ਕਹੂੰ ਸਿਆਮ ਕਹੂੰ ਸੇਤ ਹੋ। ਕਹੂੰ ਮੰਗਲਾ ਮੜਾਣੀ। ਮੰਗਲਾ ਮੜਾਣੀ ਕੌਣ ਹੈ? ਸ਼ਿਵ ਜੀ ਵਾਲੀ ਮਤ ਮੜਾਣੀ ਹੈ ਨਾ ਉਹ। ਮੰਗਲਾ ਇਹ ਸਮਝਦੇ ਨੇ ਮੰਗਲਾ ਮੜਾਣੀ ਉਹਨੂੰ। ਮੰਗਲਾ ਕਹਿੰਦੇ ਬੜੀ ਖੁਸ਼ੀਆਂ ਬਖਸ਼ਣ ਵਾਲੀ ਹੈ। ਉਹ ਕਹਿੰਦੇ ਨੇ ਜੇ ਖੁਸ਼ੀਆਂ ਵੀ ਬਖਸ਼ਣ ਵਾਲੀ ਹੈ ਕੀ ਬਖਸ਼ੂਗੀ? ਰੁਦਰ ਭਗਤ ਜਗਤ ਮਹਾਏ ਸੋਕੇ ਦਿਵ ਸਦਾ ਪਰ। ਸੁਖ ਸ਼ਾਂਤੀ ਦੇ ਦੂ, ਸੰਸਾਰ ਦੀ ਦੇ ਦੂ ਨਾ। ਉਹੀ ਮੰਗਲ ਹੈ, ਹੋਰ ਕੁਝ ਨਹੀਂ ਹੈਗਾ। ਮੰਗਲਾ ਮੜਾਣੀ। ਕਹੂੰ ਸਿਆਮ ਕਹੂੰ ਸੇਤ ਹੋ। ਕਹੂੰ ਸ਼ਾਮ ਕਹੂੰ ਸੇਤ ਹੋ। ਕਿਤੇ ਕੀ ਹੈ? ਸੇਤ ਕੋਲ ਸੇਤ ਹੁੰਦਾ ਚਿੱਟਾ, ਸ਼ਾਮ ਹੁੰਦਾ ਕਾਲਾ। ਕਿਤੇ ਚਿੱਟਾ ਹੋ ਰਿਹਾ, ਕਿਤੇ ਕਾਲਾ ਹੋ ਰਿਹਾ। ਜੇ ਤਾਂ ਮੰਗਲਾ ਮੜਾਣੀ ਨਾਲ ਚਲੇ ਜੁੜਿਆ ਹੋਇਆ ਫਿਰ ਤਾਂ ਹੋਰ ਸ਼ਾਮ ਹੋ ਰਿਹਾ, ਹਨੇਰਾ ਹੋ ਰਿਹਾ, ਫਿਰ ਤਾਂ ਭਰਮ ਪੈਦਾ ਹੋ ਰਿਹਾ। ਜੇ ਸਾਰਦਾ ਭਵਾਨੀ ਨੇ, ਜੇ ਸਾਰਦਾ ਭਵਾਨੀ ਨਾਲ ਜੁੜਿਆ ਹੋਇਆ ਫਿਰ ਸਾਫ ਹੋ ਰਿਹਾ, ਫਿਰ ਧੋਤਾ ਜਾ ਰਿਹਾ। ਸ਼ਾਮ ਕਹੂੰ ਸੇਤ ਹੋ। ਉਹ ਸ਼ਾਮ ਕਿਹਨੂੰ ਕਹਿੰਦੇ ਨੇ? ਸ਼ਾਮ ਕਹਿੰਦੇ ਨੇ ਉਹਨੂੰ, ਕ੍ਰਿਸ਼ਨ ਨੂੰ ਹੈ। ਮਨ ਕਾਲਾ ਹੋ ਰਿਹਾ ਹੈ, ਆਤਮਾ ਕਾਲੀ ਹੋ ਰਹੀ ਹੈ ਮੰਗਲਾ ਮੜਾਣੀ ਨਾਲ ਜੁੜ ਕੇ। ਉਹ ਸ਼ਾਰਦਾ ਭਵਾਨੀ ਨਾਲ ਜੁੜ ਕੇ ਚਿੱਟੀ ਹੋ ਰਹੀ ਹੈ। ਕਹੂੰ ਸ਼ਾਮ ਕਹੂੰ ਸੇਤ ਹੋ, ਦੋ ਚੀਜ਼ਾਂ ਹੋ ਰਹੀਆਂ ਨੇ। ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ। ਕਹੂੰ ਧਰਮ ਧਾਮੀ। ਕਿਤੇ ਧਰਮ ਦਾ ਧਾਮ ਹੈ, ਧਰਮ ਦਾ ਪ੍ਰਚਾਰ ਕਰ ਰਹੇ ਹਨ। ਧਰਮ ਦਾ ਧਾਮ ਹੈ, ਧਰਮ ਹੈ ਉੱਥੇ ਹੋ ਰਹੀ ਕੱਖ ਨਹੀਂ। ਧਰਮ ਦੀ ਨਗਰੀ 'ਚ ਰਹਿਣ ਵਾਲਾ ਹੀ ਹੈ। ਕਹੂੰ ਸਰਬ ਠੌਰ ਹੋਰ ਕੁਝ ਹੁੰਦਾ ਹੀ ਨਹੀਂ ਉੱਥੇ। ਕਹੂੰ ਸਰਬ ਠੌਰ ਗਾਮੀ। ਕੌਣ ਹੈ? ਧਰਮ ਧਾਮੀ। ਨਾਨਕ ਧਰਮ ਧਾਮੀ ਹੈ। ਨਾਨਕ ਕੇ ਘਰ ਕੇਵਲ ਨਾਮ। ਹੋਰ ਕਈ ਕੁਝ ਨਹੀਂ ਕਹਿਣਾ ਮੇਰੇ ਘਰ। ਸੱਚਖੰਡ ਵਾਸੀ ਹੈ। ਧਰਮ ਧਾਮੀ ਹੈ ਹੀ ਨਹੀਂ ਕੁਝ। ਨਾਨਕ ਕੇ ਘਰ ਕੇਵਲ ਨਾਮ। ਰੱਖੇ ਹੀ ਕੱਖ ਨਹੀਂ ਕਰ, ਨਾਮ ਰੱਖੇ। ਧਰਮ ਧਾਮੀ। ਕਹੂੰ ਸਰਬ ਠੌਰ ਗਾਮੀ। ਕਹੂੰ ਸਰਬ ਠੌਰ ਗਾਮੀ। ਕਿਤੇ ਚਫੇਰ ਗੜੀਆਂ, ਚਫੇਰ ਗੜੀਆਂ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਕਿਤੇ ਹੈ ਜਾਂ ਸਰਬ ਠੌਰ ਗਾਮੀ ਹੈ। ਜਿੱਥੇ ਮਰਜੀ ਚਲੇ ਜਾ, ਮੱਥਾ ਹੀ ਟੇਕਣਾ। ਸਾਰੇ ਦੇਵੀ ਦੇਵਤਿਆਂ ਨੂੰ ਮੰਨਦੇ ਜੀ ਅਸੀਂ ਤਾਂ। ਸਾਰੇ ਇੱਕੋ ਨੇ ਸਾਡੇ ਵਾਸਤੇ ਤਾਂ ਸਾਰੇ ਧਰਮ। ਇਹ ਸਰਬ ਠੌਰ ਗਾਮੀ ਹੈ। ਕਹੂੰ ਹਾਂ ਕਹੂੰ ਜਤੀ ਕਹੂੰ ਕਾਮੀ। ਕਿਤੇ ਜਤੀ ਹੈ, ਜਤ ਰੱਖਿਆ ਹੋਇਆ, ਉਹ ਵੀ ਮਨ ਦੀ ਮੱਤ ਹੈ। ਕਿਤੇ ਕਾਮੀ ਹੈ, ਕਿਤੇ ਕਾਮਨਾ ਦੇ ਬਸ ਪਿਆ ਹੋਇਆ।
ਰਾਜਾ ਬਣਿਆ ਹੋਇਆ, ਮਨ ਪ੍ਰਧਾਨ ਹੈ ਨਾ। ਹਾਂ, कहूँ देत कहूँ लेत हो। ਕਹੂੰ ਦੇ ਤੇ ਕਹੂੰ ਲੈ ਤੋ, ਕਿਤੇ ਦਾਨ ਦੇਣਾ ਕਿਤੇ ਲੈਣਾ, ਕਿਤੇ ਕੋਈ ਚੀਜ਼ ਗਿਆਨ ਦੇਣਾ ਕਿਤੇ ਲੈਣਾ। ਦੇਣ ਲੈਣ ਦਾ ਸੰਬੰਧ ਬਣਿਆ ਹੋਇਆ ਹੈ ਪੰਡਤ ਦਾ। ਕਹੂੰ ਦੇ ਤੇ ਕਹੂੰ ਲੈ ਤੋ, कहूँ वेद रीत कहूँ तास्यो विपरीत। ਕਹੂੰ ਵੇਦ ਰੀਤ ਕਹੂੰ ਤਾਸੋ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। कहूँ जटाधारी कहूँ कंठी धरे ब्रह्मचारी। ਕਹੂੰ ਜਟਾਧਾਰੀ, ਕਿਤੇ ਜਟਾਂ ਰੱਖੀਆਂ ਹੋਈਆਂ ਨੇ, ਕਿਤੇ ਕੰਠੀ ਕੰਠ ਕਾਠ ਕੀ ਡਾਰੀ, ਪ੍ਰਭੂ ਕੀ ਕਿਰਿਆ ਨਾ ਕਛੂ ਵਿਚਾਰੀ। ਇਹ ਕੌਣ ਸੀ ਕੰਠੀ ਕਾਠ ਕੀ ਡਾਰਨ ਵਾਲਾ? ਇਹ ਸੀ ਉਹ ਕਬੀਰ ਨੇ ਕਬੀਰ ਨੂੰ ਜਿਹਨੇ ਵਾਲਾ ਫੜਾਈ ਸੀ, ਰਾਮਾਨੰਦ ਸਵਾਮੀ। ਇਹਨੇ ਇੱਕ ਮੱਤ ਚਲਾਇਆ ਸੀ, ਤੁਲਸੀ ਦੀ ਮਾਲਾ ਗਲ 'ਚ ਪਾ ਕੇ ਰੱਖਦੇ ਸੀ। ਕਾਠ ਦੀ ਕੰਠੀ ਕਹਿੰਦੇ ਸੀ ਉਹਨੂੰ, ਕੰਠ ਵਿੱਚ ਪਾਉਣੇ ਵਾਲੀ। ਪਰ ਕਹਿੰਦੇ ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ। ਪ੍ਰਭ ਦੀ ਕਿਰਿਆ ਕੀ ਹੈ? ਪ੍ਰਭ ਦੀ ਕਿਰਿਆ ਹੁਕਮ ਹੈ। ਹੋਰ ਪ੍ਰਭ ਦੀ ਕਿਰਿਆ ਕੀ ਹੁੰਦੀ? ਪ੍ਰਭ ਕੀ ਕਰ ਰਿਹਾ? ਹੁਕਮ ਹੈ। ਹੁਕਮ ਨਾਲ ਜੋ ਹੋ ਰਿਹਾ ਪ੍ਰਭ ਕੀ ਕਿਰਿਆ ਹੀ ਹੈ, ਹੋਰ ਕੀ ਹੈ? ਇਹ ਨਹੀਂ ਵਿਚਾਰਿਆ, ਹੁਕਮ ਨਹੀਂ ਵਿਚਾਰਿਆ, ਪਾਣਾ ਨਹੀਂ ਵਿਚਾਰਿਆ, ਉਹਨੇ ਆਪਣੀ ਮੱਤ ਚਲਾ ਲਈ। कहूँ जटाधारी कहूँ कंठी धरे ब्रह्मचारी। ਹਾਂ, ਬ੍ਰਹਮਚਾਰਿਆ ਰੱਖਣਾ। ਜੇ ਬ੍ਰਹਮਚਾਰੀ ਰੱਖਣਾ ਹੈ ਤਾਂ ਪ੍ਰਭ ਕੀ ਕਿਰਿਆ ਦਾ ਵਿਚਾਰ ਲੈਂਦਾ ਉਹਨੂੰ। ਤੈਨੂੰ ਪ੍ਰਭ ਕੀ ਕਿਰਿਆ ਦੇ ਖਿਲਾਫ ਹੈ ਕੰਮ, ਬ੍ਰਹਮਚਾਰੀ ਰਹਿਣਾ ਹੁਕਮ ਦੇ ਖਿਲਾਫ ਹੈ। ਜੇ ਤੇਰੀ ਮਗਰ ਸੰਸਾਰ ਲੱਗ ਜਵੇ, ਸੰਸਾਰ ਦੇ ਵਿੱਚ ਜੀਵ ਪੈਦਾ ਹੀ ਨਾ ਹੋਣ, ਇਹ ਮਨੁੱਖਾ ਜਨਮ ਸਫਲਾ। ਲੋਕ ਛੁੱਟਣਗੇ ਕਿਵੇਂ ਸੰਸਾਰ ਤੋਂ? ਤੂੰ ਤਾਂ ਬੰਦ ਕਰ ਰਿਹਾ ਸੰਸਾਰ ਨੂੰ ਛੁੱਟਣ ਤੋਂ। ਜੇ ਸੰਸਾਰ ਦੀ ਉਤਪਤੀ ਬੰਦ ਹੋ ਜਵੇ, ਇਹ ਰਸਤਾ ਹੀ ਬੰਦ ਕਰ ਰਿਹਾ ਤੂੰ ਤਾਂ ਨਿਕਲਣ ਦਾ। ਸੰਸਾਰ ਚੋਂ ਨਿਕਲਣ ਦਾ ਰਸਤਾ ਬੰਦ ਕਰ ਰਿਹਾ। ਮਾਨਸ ਨਾ ਜੰਮੂਗਾ ਨਾ ਮੁਕਤੀ ਇਹਨੂੰ ਮਿਲੂਗੀ ਵਿਚਾਰੇ ਨੂੰ। ਇੱਕ ਪਾਸੇ ਦਾ ਵੀ ਇਹ ਮਸਾਂ ਜਨਮ ਮਿਲਦਾ, ਤੂੰ ਇਹ ਜਨਮ ਬੰਦ ਕਰ ਰਿਹਾ। ਬ੍ਰਹਮਚਾਰੀ ਹੋ ਜਾਓ ਜੀ ਸਾਰੇ, ਫਿਰ ਰਾਹ ਬੰਦ ਹੋ ਗਿਆ। ਪ੍ਰਭ ਕੀ ਕਿਰਿਆ ਨਾ ਕਛੂ ਨਾ ਵਿਚਾਰੀ, ਇਹ ਆ ਗੱਲ ਹੈ ਵਿੱਚ ਤਾਂ ਲਿਖੀ ਹੈ ਉੱਥੇ। ਇਹ ਕਿੱਥੇ ਲਿਖੀ ਹੈ ਭਲਾ? ਇਹੀ 75 ਨਾਟਕੀ ਲਿਖੀ ਹੋਈ ਹੈ ਉੱਥੇ, ਜਿੱਥੇ ਕਹਿੰਦੇ ਨੇ ਹੈ ਨਹੀਂ ਜੀ ਉਹ, ਉੱਥੇ ਲਿਖੀ ਹੋਈ ਹੈ ਇਹ ਗੱਲ। ਇੱਥੇ ਕੁਝ ਹੋਰ ਹੈ, ਉੱਥੇ ਹੋਰ ਹੈ। ਉੱਥੇ ਨਾਲ ਲਿਖੀ ਹੋਈ ਹੈ ਕੰਠੀ ਕੰਠ ਕਾਠ ਕੀ ਡਾਰੀ, ਪ੍ਰਭ ਕੀ ਕਿਰਿਆ ਨ ਕਛੂ ਵਿਚਾਰੀ। ਵੀ ਫਿਰ ਫਲਾਣਾ ਭੇਜਿਆ, ਢਿੰਗੜਾ ਭੇਜਿਆ, ਉਹ ਭੇਜਿਆ, ਫਿਰ ਮੈਨੂੰ ਭੇਜਿਆ। ਇਹ ਤਾਂ ਸਾਰੇ ਦੂਜੀਆਂ ਮੱਤਾਂ ਨੇ। ਇਹ ਦੂਜੀਆਂ ਮੱਤਾਂ ਤਾਂ ਹੁਕਮ ਤੋਂ ਖਿਲਾਫ ਨੇ ਸਾਰੀਆਂ ਹੀ। ਹਾਂਜੀ, कहूँ जोग साधी कहूँ साधना करत हो। ਖੂਬ ਯੋਗ ਸਾਧੀ, ਕਿਤੇ ਯੋਗ ਸਾਧ ਕਰ ਰਿਹਾ, ਸਰੀਰ ਦੀ ਸਾਧਨਾ ਕਰ ਰਹੇ ਹਾਂ ਯੋਗ ਸਾਧਨਾ। ਕਿਤੇ ਜੋ ਸਾਧਨਾ ਕਰਨ ਲੱਗਿਆ ਹੋਇਆ, ਕਿਤੇ ਯੋਗ ਸਾਧਨਾ ਕਰ ਚੁੱਕੇ ਹਨ। ਕਿਤੇ ਤਾਂ ਸਾਧਕ ਹੈ, ਕਿਤੇ ਸਿੱਧ ਬਣਿਆ ਬੈਠਾ, ਕਿਤੇ ਜੋ ਸਾਧਕ ਹੈ। ਯੋਗ ਸਾਧੀ ਹੈ ਜੋ ਸਾਧਕ ਹੈ। ਜਿਹਨੇ ਸਾਧ ਲਿਆ ਉਹ ਸਿੱਧ ਹੈ। ਹਾਂ, कहूँ कान फारे कहूँ डंडी होए पधारे। ਕਿਤੇ ਤਾਂ ਕੰਨ ਪਾੜ ਲੈ, ਕਿਤੇ ਡੰਡੀ ਸੁਆਮੀ ਹੈ। ਉਹ ਡੰਡੀ ਸੁਆਮੀ ਨੇ ਲਿਖਿਆ ਨਹੀਂ, कहूँ डंडी होए पधारे। ਡੰਡੀ ਸੁਆਮੀ ਸੀ। ਇਹ ਸੰਨਿਆਸੀ ਨੇ ਡੰਡੀ ਸੁਆਮੀ ਕਹਿੰਦੇ ਨੇ ਆਪਣੇ ਆਪ ਨੂੰ। ਸੰਨਿਆਸੀ ਕੀ ਨੇ? ਇਹਨਾਂ ਦੀ ਫਿਲਾਸਫੀ ਕੀ ਹੈ? ਇਹ ਕਹਿੰਦੇ ਆਸ ਨੂੰ ਸੁਣ ਕਰਨਾ, ਆਸ ਖਤਮ ਕਰਨੀ ਹੈ ਅੰਦਰੋਂ। ਆਸ ਖਤਮ ਨਹੀਂ ਹੋ ਸਕਦੀ। ਆਸ ਖਤਮ ਹੋ ਜਾਂਦੀ ਹੈ, ਵੈਕੂਮ ਪੈਦਾ ਹੁੰਦਾ, ਡੈਡ ਹੋ ਜਾਂਦਾ ਆਦਮੀ। ਡੈਡ ਹੋਏ ਤੇ ਸੁੱਤੇ ਪਏ ਤੇ ਆਸ ਖਤਮ ਹੁੰਦੀ ਹੈ, ਬੇਹੋਸ਼ੀ ਦੀ ਹਾਲਤ ਹੁੰਦੀ ਹੈ, ਹੋ ਹੀ ਨਹੀਂ ਸਕਦੀ। ਨਹੀਂ ਪੋਸੀਬਲ ਨਹੀਂ ਹੈ। ਗੁਰਬਾਣੀ ਕਿਵੇਂ ਖਤਮ ਕਰਦੀ? ਆਸਾ ਮਾਹੇ ਨਿਰਾਸੋ, ਇੱਕ ਆਸ ਰੱਖੋ मन माहे। ਬਸ ਉਹਦੇ ਦਰਸ਼ਨ ਦੀ ਆਸ ਰੱਖੋ, ਮਿਲਣ ਦੀ ਆਸ ਰੱਖੋ, ਸੱਚ ਦੀ ਆਸ ਰੱਖੋ। ਜਿਹੜੀਆਂ ਆਸਾਵਾਂ ਛੱਡਣੀਆਂ ਨੇ ਉਹ ਛੱਡ ਦਿਓ, ਦੂਈ ਦਾ ਰੱਖੋ। ਨਹੀਂ, ਪ੍ਰਾਪਤੀ ਕੀ ਕਰਨੀ ਹੈ ਫਿਰ ਤੁਸੀਂ ਜੇ ਆਸਾ ਹੀ ਖਤਮ ਕਰਨੀ ਹੈ? ਕਾਹਦੇ ਵਾਸਤੇ ਆਸਾ ਖਤਮ ਕਰਨੀ ਹੈ? ਇਹਦਾ ਮਤਲਬ ਅੱਧੀ ਅਕਲ ਸੀ ਉਹਨਾਂ ਨੂੰ, ਬੁੱਧੀ ਘੱਟ ਸੀ। ਜੇ ਆਸਾ ਛੱਡਣੀ ਹੈ ਕਾਹਦੇ ਵਾਸਤੇ ਛੱਡਣੀ ਹੈ? ਜੋ ਵਾਸਤੇ ਹੀ ਨਹੀਂ ਹੈ, ਕਾਹਦੇ ਵਾਸਤੇ ਛੱਡਣੀ? ਫਿਰ ਛੁੱਟੂ ਕਿਉਂ? ਪੜ੍ਹਨਾ ਕਿਉਂ ਪੜ੍ਹਨਾ? ਜੇ ਪੜ੍ਹਨ ਦਾ ਲਾਭ ਹੀ ਨਹੀਂ, ਪੜ੍ਹਨਗੇ ਲੋਕ ਕਿਉਂ? ਜਿਹੜੇ ਕੰਮ ਚੋਂ ਕੋਈ ਲਾਭ ਨਹੀਂ ਉਹਨੂੰ ਕਰੂ ਕਿਉਂ ਕੋਈ? ਐਸਾ ਕੋਈ ਆਦਮੀ ਨਹੀਂ ਦੇਖਿਆ
ਅੱਗੇ ਖੂਹ ਚੱਲਦੇ ਸੀ ਨਾ ਵੀ ਚਲੋ ਹੱਡ ਤਾਂ ਚਲੀ ਜਾਂਦਾ ਹੋਵੇ ਪਰ ਪੁੱਠਾ ਚਲਾਵੇ ਉਹ ਟੰਡਾ ਖਾਲੀ ਆਉਣਗੀਆਂ ਨਾ ਭਾਵੇਂ ਜ਼ੋਰ ਘੱਟ ਲੱਗਦਾ ਇਹ ਆਪਾਂ ਅੜਛਾ ਚੱਕ ਕੇ ਚਲਾਵੇ ਖੂਹ ਦਾ ਪਾਣੀ ਖੂਹ 'ਚ ਡਿੱਗੀ ਜਾਵੇ ਕੋਈ ਦੇਖਿਆ ਚਲਾਉਂਦਾ ਫਿਰ ਉਹ ਤਾਂ ਉਹ ਗੱਲ ਹੋਈ ਖੂਹ ਦਾ ਪਾਣੀ ਖੂਹ 'ਚ ਡਿੱਗੀ ਜਾਂਦਾ ਹੱਡ ਚੱਲਦਾ ਜ਼ੋਰ ਲੱਗਦਾ ਪੂਰਾ ਉਹ ਭਗਤੀ ਨੂੰ ਜ਼ੋਰ ਤਾਂ ਪੂਰਾ ਲੱਗਦਾ ਲਾਭ ਕੋਈ ਨਹੀਂ ਇਹੋ ਜਿਹਾ ਕੰਮ ਤਾਂ ਕੋਈ ਕਰਦਾ ਨਹੀਂ ਹੁੰਦਾ ਜਿਹਨੇ ਇਹੋ ਜਿਹਾ ਕੰਮ ਸ਼ੁਰੂ ਕੀਤਾ ਬੁੱਧੀਹੀਨ ਨਹੀਂ ਸੀ ਔਰ ਠੀਕ ਹੀ ਇਸ ਕਰਕੇ ਬੁੱਧੀਹੀਨ ਕਿਹਾ ਹੋਇਆ ਇਹਨਾਂ ਨੂੰ ਨਹੀਂ ਕਿਹਾ ਹੋਇਆ ਸਾਬਤ ਕੀਤਾ ਹੋਇਆ ਤਾਂ ਹੀ ਤਾਂ ਲੋਕਾਂ ਨੇ ਮੱਤਾਂ ਛੱਡਤੀਆਂ ਉਹਨਾਂ ਦੀਆਂ ਮੱਤਾਂ ਕਿਉਂ ਛੱਡਤੀਆਂ ਕਿਉਂ ਨਹੀਂ ਚੱਲੀਆਂ ਬੁੱਧੀਹੀਨਾਂ ਦੀਆਂ ਮੱਤਾਂ ਸੀਆਂ ਉਹ ਛੱਡਦੀਆਂ ਲੋਕਾਂ ਨੇ ਦੂਜਿਆਂ ਨੇ ਸਮਝਾਇਆ ਹੋਇਆ ਤਾਂ ਬੁੱਧੀਹੀਨਾਂ ਦੀ ਮੱਤ ਛੱਡ ਦੇਣਗੇ ਵੈਗਰੂ ਵਾਲਿਆਂ ਦੀ ਮਗਰ ਕਿਉਂ ਨਹੀਂ ਹੁਣ ਲੱਗਦੇ ਨਵੇਂ ਆਦਮੀ ਪਤਾ ਲੱਗ ਗਿਆ ਵੀ ਇਹਨਾਂ ਨੂੰ ਮਿਲਿਆ ਇਹਨਾਂ ਨੂੰ ਨਹੀਂ ਕੁਛ ਮਿਲਿਆ ਤੁਹਾਨੂੰ ਕੀ ਮਿਲੂਗਾ 60 ਸਾਲ ਦੇ ਜਿਹਨਾਂ ਨੇ ਇਹ ਕੀਤਾ ਹੈ ਉਹਨਾਂ ਨੂੰ ਨਹੀਂ ਕੱਖ ਮਿਲਿਆ ਤੁਹਾਨੂੰ ਕੀ ਮਿਲਣਾ ਹਾਂ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਮਿਲਿਆ ਕ੍ਰੋਧ ਉਹਨਾਂ ਨੂੰ ਮਿਲਿਆ ਉਹ ਜੱਟਪਣਾ ਗੁੱਸਾ ਜੱਟਪਣਾ ਹੀ ਹੁੰਦਾ ਜਿਹੜਾ ਆਦਮੀ ਉਹ ਜੱਟ ਹੈ ਉਹਨਾਂ ਗੁੱਸਾ ਹੋਊਗਾ ਗਿਆਨਵਾਨ ਨੂੰ ਗੁੱਸਾ ਕਿੱਥੋਂ ਹੋਊਗਾ ਉਹਨਾਂ ਨੂੰ ਮਿਲਿਆ ਹੰਕਾਰ ਬਿਨਾਂ ਕ੍ਰੋਧ ਨਹੀਂ ਹੁੰਦਾ ਕ੍ਰੋਧ ਦਾ ਮੂਲ ਹੰਕਾਰ ਹੈ ਨਾ कहूँ फूक फूक पावन को पृथ्वी पे धरत हो ਕਿਤੇ ਕਹਿੰਦੇ ਨੰਗੇ ਪੈਰੀ ਰਹਿੰਦੇ ਨੇ ਫਿਰ ਉਹ ਜੁੱਤੀ ਨਹੀਂ ਪਾਉਂਦੇ ਫੂਕ ਪੈਰ ਧਰਦਾ ਪ੍ਰਤੀ ਤੇ ਪੈਰ ਜੋ ਜੜਦੇ ਨੇ ਵਿਚਾਰੇ ਦੇ ਕਹਿੰਦੇ ਨੇ ਪੈਰ ਥੱਲੇ ਆ ਕੇ ਕੋਈ ਕੀੜਾ ਮਰ ਜੂਗਾ ਕੋਈ ਉਹ ਹੋ ਜੂਗਾ ਕੋਈ ਉਹ ਹੋ ਜੂਗਾ ਜਦ ਤਾਂ ਤੁਰਨਾ ਤਾਂ ਕੀੜੇ ਨੇ ਆਉਣਾ ਜਿਹਨੇ ਆਉਣਾ ਉਹ ਭੇਜਣਾ ਉਹਨੇ ਉਹਦੀ ਮੁਕਤੀ ਹੋਣ ਵਾਸਤੇ ਭੇਜਣਾ ਜੇ ਮਰਨਾ ਉਹਨੇ ਨੰਗੇ ਪੈਰ ਨਾਲ ਵੀ ਮਰ ਜਾਣਾ ਬੋਝ ਤਾਂ ਹੁੰਦਾ ਹੀ ਹੈ ਜੁੱਤੀ ਦਾ ਬਹੁਤਾ ਬੋਝ ਨਹੀਂ ਹੁੰਦਾ ਜੁੱਤੀ ਦਾ ਤਾਂ ਬਹੁਤ ਜ਼ਿਆਦਾ ਨਹੀਂ ਹੁੰਦਾ ਸਰੀਰ ਦੇ ਬੋਝ ਨਾਲ ਮਰਨਾ ਜਮਾਨਾ ਜੇ ਨਹੀਂ ਮਰਨਾ ਜੁੱਤੀ ਨਾਲ ਵੀ ਨਹੀਂ ਮਰਨਾ ਉਹਨੇ ਵਿਚਾਲੇ ਰਹਿ ਜਾਣਾ ਹੈ ਉੱਥੇ ਧੁੱਦੜ ਹੋਣੀ ਹੈ ਕੁਛ ਹੋਣਾ ਜ਼ਮੀਨ ਹੈ ਸਖਤ ਨਹੀਂ ਹੋਣੀ ਜੇ ਤੁਸੀਂ ਕਹੋਗੇ ਤੇ ਆਹ ਨਾ ਹੋ ਜਾਏ ਉਹ ਨਾ ਹੋ ਜਾਣਾ ਇਹ ਹੈ ਕੇਅਰ ਕਿਲਡ ਦੀ ਕੈਟ ਜੇ ਜ਼ਿਆਦਾ ਕਹਿੰਦੇ ਧਿਆਨ ਰੱਖਿਆ ਤਾਂ ਰੱਖਿਆ ਬਿੱਲੀ ਦਾ ਬੱਚਿਆਂ ਨੇ ਪਾਲੀ ਬਿੱਲੀ ਉਹ ਮਾਰਤੀ ਧਿਆਨ ਜ਼ਿਆਦਾ ਰੱਖਿਆ ਨਾ ਬਿੱਲੀ ਪਾਲ ਲਈ ਨਿਆਣਿਆਂ ਨੇ ਇੰਨਾ ਧਿਆਨ ਰੱਖਿਆ ਬਿੱਲੀ ਮਾਰਤੀ ਜ਼ਿਆਦਾ ਕੇਅਰ ਰੱਖੀ ਨਾ ਕੇਅਰ ਕਿਲਡ ਦੀ ਕੈਟ ਇਹ ਉਹ ਧਰਮ ਸੀ ਇੰਨਾ ਧਿਆਨ ਰੱਖਿਆ ਨਾ ਸੰਭਾਲ ਲਿਆ ਬੁੱਧੀ ਉਹਦਾ ਹੀ ਨਾ ਸੰਭਾਲ ਲਿਆ ਬੁੱਧੀ ਉਹੀ ਹੋ ਗਏ ਬਿੱਲੀ ਕਿ ਧੋਣ ਨਾਲ ਮਰ ਗਈ ਉਹ ਕਹਿੰਦਾ ਧੋਣ ਨਾਲ ਨਹੀਂ ਮਰੀ ਕਹਿੰਦਾ ਨਿਚੋੜ ਨਾਲ ਮਰੀ ਗਈ केयर किल्ड द कैट केयर किल्ड द कैट कहूँ फूक फूक पावन को पृथ्वी पे धरत हो कतहूँ सिपाही होए के साधत सलाहन को किते सिपाही हो के साधत सलाहन को ਉਹ ਸਾਧਨਾ ਕਰਦਾ ਗੱਤਕਾ ਸਿੱਖਦਾ ਨਾ ਸ਼ਾਸਤਰ ਚਲਾਉਣਾ ਸ਼ਾਸਤਰ ਵਿਦਿਆ ਸਿੱਖਦਾ ਕੋਈ ਜੇ ਸਿਪਾਹੀ ਭਰਤੀ ਹੋਊਗਾ ਸ਼ਾਸਤਰ ਵਿਦਿਆ ਤਾਂ ਸਿੱਖਣੀ ਪਊਗੀ ਕਿਤੇ ਕੁਝ ਕਰ ਰਹੇ ਫੌਜਾਂ ਚ ਹੋਏ ਰਿਹਾ ਇਹਨੂੰ ਕਰੇ ਰਹੇ ਸਾਰੀ ਸ੍ਰਿਸ਼ਟੀ ਆ ਜਾਣੀ ਹੈ ਵਿੱਚ ਨਕਸ਼ਾ ਸਾਰਿਆਂ ਦਾ ਹੀ ਆ ਜਾਣਾ ਵਿੱਚ ਬਚਣਾ ਕੋਈ ਵੀ ਨਹੀਂ कहूँ छतरी होए का और मारत मरत हो ਕਿਤੇ ਛਤਰੀ ਹੋ ਕੇ ਮਾਰਦਾ ਜੰਗਾ ਕਰਦਾ ਮਾਰਦਾ ਵੀ ਮਰਦਾ ਵੀ ਉਹ ਕਹਿੰਦੇ ਛਤਰੀ ਦਾ ਧਰਮ ਹੈ ਮਾਰਨਾ ਜਿਹੜਾ 30 ਸਾਲ ਦਾ ਹੋ ਗਿਆ ਕਹਿੰਦੇ ਛਤਰੀ ਹੁੰਦਾ ਹੀ ਨਹੀਂ 30 ਸਾਲ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਛਤਰੀ ਨੂੰ ਰਾਜਸਥਾਨ ਇੱਥੋਂ ਹੀ ਮਰਿਆ ਰਾਜਸਥਾਨ ਦਾ ਇੱਥੇ ਤੱਕ ਹੰਕਾਰ ਵਧ ਗਿਆ ਸੀ ਉਹ ਕਹਿੰਦਾ ਜਿਹੜਾ 30 ਸਾਲ ਟੱਪ ਗਿਆ ਛਤਰੀ ਨਹੀਂ ਹੁੰਦਾ 30 ਸਾਲ ਤੋਂ ਪਹਿਲਾਂ ਕੋਈ ਨਾ ਕੋਈ ਪੰਗਾ ਖੜਾ ਹੋ ਜਾਣਾ ਉਹਨੇ ਮਰ ਜਾਣਾ ਲੜਕੇ ਮਰ ਜਾਓ ਤੇ ਮੂਰਖ ਨਹੀਂ ਤਾਂ ਹੋਰ ਕੀ ਹੈ ਸਭ ਮੂਰਖਤਾਈ ਦੀਆਂ ਗੱਲਾਂ ਨੇ ਇਹੋ ਜਿਹੇ ਸਮੇਂ ਆ ਗਏ ਨੇ ਪਿੱਛੇ ਇਹੋ ਜਿਹਾ ਸਮਾਂ ਲੰਘ ਕੇ ਗਿਆ ਹੋਇਆ ਉਹੀ ਗੱਲ ਕਰ ਰਹੇ ਨੇ ਇਸ਼ਾਰਾ ਉਸ ਗੱਲ ਵੱਲ ਕਰ ਰਹੇ ਨੇ ਇਹ ਤਾਂ ਇਸ਼ਾਰੇ ਮਾਤਰ ਨੇ ਬੁੱਝਣ ਵਾਲੀ ਹੈ ਸਾਰੀ ਗੱਲ ਜਿਹਨੂੰ ਹਿਸਟਰੀ ਦਾ ਪਤਾ ਹੈ ਪਿਛਲਾ ਪਤਾ ਉਹ ਬੁੱਝ ਲੈਂਦਾ ਵੀ ਗੱਲ ਕੀ ਹੈ ਕਿੱਥੇ ਗਈ ਹੈ ਐਵੇਂ ਥੋੜੀ ਇੱਥੇ ਤਾਂ ਟੂਕ ਮਾਤਰ ਗੱਲਾਂ ਕਹੀਆਂ ਹੋਈਆਂ ਨੇ ਵਿਆਖਿਆ ਹੋਰ ਕੀ ਹੁੰਦੀ ਹੈ ਵਿਆਖਿਆ ਦਾ ਹੋਰ ਕੀ ਮਤਲਬ ਹੁੰਦਾ ਵਿਆਖਿਆਕਾਰ ਨੂੰ ਗਿਆਨ ਹੋਣਾ ਚਾਹੀਦਾ ਇਹ ਗੱਲ ਕਿੱਥੇ ਕਹੀ ਹੋਈ ਹੈ कहूँ भूम भार को उतारत हो महाराज कहूँ भूम भार को उतारत हो महाराज ਇਹ ਪਤਾ ਕੀ ਕਹਿੰਦਾ ਇਹ ਕਹਿੰਦਾ ਹੈ ਵੀ ਆ ਜਿਹੜਾ ਪਿਰਥੀ ਦੇ ਬੋਝ ਹੈ ਪਿਰਥੀ ਦੇ ਬੋਝ ਫੇ ਘਟ ਜੂਗਾ ਜੇ ਆਦਮੀ ਕੋਈ ਮਰ ਗਿਆ ਪਿਰਥੀ ਦੇ ਬੋਝ ਤਾਂ ਉਨਾ ਹੀ ਹੈ ਪਹਿਲਾਂ ਤਾਂ ਆਪਣਾ ਚੱਕੀ ਫਿਰਦਾ ਫਿਰ ਤੂੰ ਚੱਕੇਗਾ ਉਹਨੂੰ ਦੋ ਚੱਕਣਗੇ
ਪਿਰਥੀ ਦੇ ਬੋਝ ਕਾਹਦਾ ਖੰਡ, ਆਤਮਾ ਦਾ ਕੋਈ ਬੋਝ ਨਹੀਂ ਹੁੰਦਾ ਪਿਰਥੀ ਤੇ। ਪਿਰਥੀ ਦੇ ਬੋਝ ਤਾਂ ਸਰੀਰ ਦਾ, ਉਹ ਤਾਂ ਫਿਰ ਵੀ ਇੱਥੇ ਹੀ ਰਹਿੰਦਾ, ਨਾ ਕੁਛ ਆਈ ਨਾ ਕੁਝ। ਅਸਲ ਦੇ ਵਿੱਚ ਜਿਆਦਾ ਭਾਰ ਉਤਾਰਨ ਤੇ ਹਟ ਗਏ ਨਾ, ਇਹਦੇ ਅਰਥ ਬਦਲਦੇ। ਪੂਮ ਹੈ ਹਿਰਦਾ, ਪੂਮ ਇਹਦਾ ਭਾਰ ਉਤਾਰਨਾ, ਜਿਹੜਾ ਮਨ ਦੇ ਉੱਤੇ ਬੋਝ ਹੈ। ਕਹਿੰਦਾ ਮੇਰੇ ਮਨ ਤੇ ਬੜਾ ਬੋਝ ਹੈ, ਇਹ ਕੌਣ ਉਤਾਰੇ? ਇਹ ਉਤਾਰਨਾ ਤਾਂ ਬੰਦ ਕਰਤਾ। ਇਹ ਕਹਿੰਦੇ ਹੁਣ ਰਾਖਸ਼ ਹੋ ਗਏ ਜੀ, ਧਰਤੀ ਦੇ ਬੋਝ ਵੱਧ ਗਿਆ, ਹੁਣ ਰੱਬ ਉਤਾਰੂਗਾ ਇਹਨੂੰ। ਇਹਨਾਂ ਨੂੰ ਉਹ ਬੋਝ ਲੱਗਦਾ ਜਿਹੜਾ ਇਹਨਾਂ ਨੇ ਬੋਝ ਪਾਇਆ ਲੋਕਾਂ ਦੇ ਮਨਾਂ ਤੇ, ਉਹ ਨਹੀਂ ਲੱਗਦਾ ਵੀ ਸਾਨੂੰ ਸਜ਼ਾ ਮਿਲੀ ਹੈ। ਨਹੀਂ ਮੰਨਦੇ, ਇਹ ਨਹੀਂ ਮੰਨਦੇ ਭਗਵਾਨ ਉਤਾਰਨ ਦੇਵਤਿਆਂ ਮੈਖਾ ਸੁਰਸੋਭਾ ਪਾਇਆ, ਇਹ ਤਾਂ ਨਹੀਂ ਮੰਨਦੇ। ਕਹਿੰਦੇ ਪਾਪ ਵੱਧ ਗਿਆ, ਹੁਣ ਪਰਮੇਸ਼ਰ ਇਹਦਾ ਇਲਾਜ ਕਰੂਗਾ, ਐਂ ਕਹਿ ਰਹੇ ਨੇ। ਅਸੀਂ ਪਾਪ ਵਧਾਇਆ, ਆਪਣਾ ਨਹੀਂ ਨਜ਼ਰ ਆਇਆ ਪਾਪ ਇਹਨਾਂ ਨੂੰ, ਤਾਂ ਸਾਨੂੰ ਦਸਮ ਪਾਤਸ਼ਾਹ ਨੇ ਨਕਸ਼ਾ ਦਿਖਾਇਆ। ਹੁਣ ਭੂਮ ਭਾਰ ਕੀ ਹੈ? ਭੂਮ ਹੈ ਹਉਮੈ ਮੋਹ ਭਰਮ ਪੈ ਭਾਰ। ਤੁਸੀਂ ਹਉਮੈ ਵਧਾਤੀ ਸੰਸਾਰ 'ਚ, ਮੋਹ ਵਧਾਤਾ, ਭਰਮ ਵਧਾਤਾ, ਭੈ ਵੱਧ ਗਈ। ਇਹ ਭਾਰ ਹੈ, ਇਹ ਉਤਾਰੋ। ਇਹ ਉਤਾਰਨਾ ਸੀ ਧਰਮ ਨੇ। ਧਰਮ ਇਹ ਉਤਾਰਦਾ ਹੁੰਦਾ। ਨੌਵੇਂ ਪਾਤਸ਼ਾਹ ਨੇ ਇਹੀ ਕਿਹਾ, ਭੈ ਕਾਹੂ ਕੋ ਦੇਤ ਨਾ ਭੈ ਮਾਨਤ। ਨਾ ਕਿਸੇ ਨੂੰ ਭੈ ਦਿੰਦੇ ਆ, ਨਾ ਭੈ ਮੰਨਦੇ ਆ। ਜੇ ਭੈ ਨਹੀਂ ਤਾਂ ਭਾਰ ਉਤਰ ਗਿਆ। ਜਦੋਂ ਭਾਰ ਉਤਰ ਜੂ, ਭੈ ਮੁਕਤ ਹੋ ਜੂਗਾ। ਜਿਹੜੀ ਭੈ ਆ ਉਹੀ ਭਾਰ ਹੈ। ਰਿਜ਼ਲਟ ਕੀ ਹੈ ਭਾਰ ਦਾ? ਭੈ। ਜਿਹੜਾ ਮਨ ਤੇ ਬੋਝ ਆ, ਉਹ ਭੈ ਦਾ ਬੋਝ ਹੈ। ਜਿਹਦੇ ਭੈ ਹੈ ਨਹੀਂ, ਉਹਦੇ ਭਾਰ ਕੋਈ ਵੀ ਨਹੀਂ। ਨਾ ਉਹ ਉਹਨੂੰ ਪਾਪ ਤੇ ਮੰਨਦਾ ਹੀ ਨਹੀਂ ਕਿਸੇ ਚੀਜ਼ ਨੂੰ। ਉਹਨੇ ਕਿਸੇ ਦਾ ਕੋਈ ਦੇਣਾ ਹੀ ਨਹੀਂ। ਮੈਂ ਨਹੀਂ ਕਿਸੇ ਕਾ ਦੇਣਾ, ਉਹ ਮੰਗੂ ਸੰਤਰ ਲੈਣਾ, ਮੈਂ ਨਹੀਂ ਕਿਸੇ ਕਾ ਦੇਣਾ। ਉਹ ਹੈ ਨਿਰਭਰ। ਹੁਣ ਉਹ ਤਾਂ ਪੰਡਤ ਨੇ ਅਰਥ ਕਰੇ ਨਹੀਂ। ਪੰਡਤ ਨੇ ਅਰਥ ਕਰਦੇ ਆਪਣੇ ਵਾਲੇ, ਆਪਣੇ ਮਤਲਬ ਦੇ ਐ ਅਰਥ ਕਰ ਰਿਹਾ ਹੈ। ਧਰਤੀ ਦਾ ਭਾਰ ਹਟਾ, ਧਰਤੀ ਦਾ ਭਾਰ ਹਟਾਉਂਦਾ। ਧਰਤੀ ਦਾ ਭਾਰ ਹਟਾਤਾ। ਧਰਤੀ ਦਾ ਭਾਰ ਵਧਾਈ ਦਾ ਹਟਾਈ ਦਾ ਹੁੰਦਾ। ਤੂੰ ਆਪ ਧਰਤੀ ਦਾ ਭਾਰ ਬਣਿਆ ਹੋਇਆ। ਐ ਨਹੀਂ ਪਤਾ ਵੀ ਧਰਤੀ ਦੇ ਭਾਰ ਅਸੀਂ ਬਣੇ ਹੋਏ ਹਾਂ। ਜਦ ਤੈਂ ਪੰਡਤ ਨੇ ਬਾੜ ਪਾੜੀ ਹੈ, ਧਰਤੀ ਦਾ ਭਾਰ ਤਾਂ ਉਦੋਂ ਤੂੰ ਵਧਾਉਣ ਲੱਗਿਆ। ਤੂੰ ਵੇਦ ਛੱਡ ਕੇ, ਸੱਚ ਛੱਡ ਕੇ, ਸਾਜ ਛਾੜ ਝੂਠ ਸੰਗ ਮਚਾ। ਰਤਨ ਤਿਆਗ ਕੌਡੀ ਸੰਗ ਰਚਾ। ਕੌਣ ਰਚਾ? ਪੰਡਤ ਰਚਾ। ਪੰਡਤ ਦੀ ਗੱਲ ਹੈ। ਪੰਡਤ ਦੇ ਘਰ ਰਿਹਾ ਸੀ ਇਹ ਵੇਦ ਦਾ ਪ੍ਰਚਾਰ, ਹੋਰ ਕਿਹਨੇ ਕਰਨਾ ਸੀ? ਪੰਡਤ ਦੀ ਡਿਊਟੀ ਸੀ ਨਾ ਵੇਦ ਦਾ ਪ੍ਰਚਾਰ ਕਰਨਾ, ਸੱਚ ਦਾ ਪ੍ਰਚਾਰ ਕਰਨਾ। ਪਰ ਕਰਦਾ ਕੀ ਆ ਉਹ? ਇਹ ਗੁੱਜੀਆਂ ਗੱਲਾਂ ਨੇ, ਇਸ਼ਾਰੇ ਨੇ। ਸਾਡੇ ਪ੍ਰਚਾਰ ਕਿਵੇਂ ਕਰਦਾ? ਆਹ ਸਾਡੇ ਪ੍ਰਚਾਰਕ ਦਾ ਕਰਨਾ ਹੀ ਹੈ। ਝੂਠ ਸੰਗ ਮਚਾ। ਰਤਨ ਤਿਆਗ ਕੌਡੀ ਸੰਗ ਰਚਾ। ਅੰਤਰਾਤਮਾ ਦੀ ਆਵਾਜ਼ ਛੱਡਤੀ ਆ। ਸਰੀਰ ਕੌਡੀ ਆ, ਇਹਦੇ ਨਾਲ ਹੋ ਗਿਆ। ਇਹ ਕੌਡੀ ਤੋਂ ਵੱਧ ਨਹੀਂ ਹੈ ਸਰੀਰ। ਕੌਡੀ ਵੀ ਨਹੀਂ ਮੁੱਲ ਪੈਣੀ, ਫਿਰ ਤਾਂ ਇਹ ਮਹਿੰਗਾ ਪੈ ਜਾਣਾ। ਲੱਕੜਾਂ ਵੀ ਕਈ 100 ਦੀਆਂ ਆਉਂਦੀਆਂ ਨੇ। ਦੇਖੋ ਮਰ ਜਾ 5-7 ਹਜ਼ਾਰ ਰੁਪਏ ਨੂੰ ਤਾਂ ਉਹੀ, ਜੇ ਸੰਸਕਾਰ ਕਰਨਾ ਹੋਵੇ ਤਾਂ 5-4 ਹਜ਼ਾਰ ਰੁਪਇਆ ਦਾ ਲੱਗ ਜਾਂਦਾ। ਜੇ ਪਿੱਛੋਂ ਕਰਨਾ ਹੋਵੇ ਚਾਹੇ 2 ਲੱਖ ਲਾ ਲਓ। ਘਰਦਿਆਂ ਨੂੰ ਪੁੱਛ ਕੇ ਦੇਖੋ, ਕਹਿੰਦੇ ਦੁਖੀ ਕਰਤੇ ਲੋਕਾਂ ਨੇ, ਆਉਣ ਵਾਲਿਆਂ ਨੇ। ਕੰਮ ਨਹੀਂ ਕਰਨ ਦਿੰਦੇ ਸਾਨੂੰ। ਇੱਕ ਤਾਂ ਉਹਨਾਂ ਦਾ ਬੰਨਾ ਵਰ ਗਿਆ, ਇੱਕ ਉਹਨਾਂ ਨੂੰ ਲੋਕ ਦੁਖੀ ਕਰੀ ਜਾਂਦੇ ਨੇ ਆ ਕੇ। ਸਮਝਿਆ ਨਹੀਂ? ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ। ਜੇ ਗਿਆਨ ਹੁੰਦਾ ਫਿਰ ਕਹਿੰਦੇ ਸੰਤ ਬਰੇ ਕਿਉਂ ਰੋਈਆ? ਕਿਉਂ ਰੋਈਏ ਜੋ ਗ੍ਰਹਿ ਆਪਣੇ ਜਾਏ। ਰੋ ਸਾਖਤ ਬਾਪੜੇ ਜਾਂ ਹਾਟੇ ਹੱਟ ਬਕਾਏ। ਸਾਖਤ ਕਿੱਥੋਂ ਪੈਦਾ ਕੀਤੇ? ਸਾਖਤ ਕੀਤੇ ਪੰਡਤ ਨੇ ਪੈਦਾ। ਸਾਰੀ ਜ਼ਿੰਮੇਵਾਰੀ ਇਹਦੇ ਤੇ ਹੈ। ਸਾਰੀ ਜ਼ਿੰਮੇਵਾਰੀ ਇਹਦੇ ਤੇ। ਜਾਂ ਇਹਦੇ ਤੇ ਜ਼ਿੰਮੇਵਾਰੀ ਜਿਹਦਾ ਜਿਹੜਾ ਕੰਮ ਆਪਣਾ ਛੱਡ ਗਿਆ, ਜ਼ਿੰਮੇਵਾਰੀ ਤਾਂ ਉਹਦੀ ਸੀ ਨਾ। ਅੱਜ ਸਾਡੇ ਜ਼ਿੰਮੇਵਾਰੀ ਹੈ। ਇਹਨਾਂ ਨੂੰ ਦਿੱਤਾ ਸੀ ਡਿਊਟੀ ਦਾ ਸੰਪਾਦਨ ਨੇ 70 ਸਭਾ ਕਰਤਾ ਵਿਪਨ ਕੀ ਇਹਨੂੰ ਕਟਾਸ਼ ਕਿਰਪਾ ਕੇ ਨਿਹਾਰੋ। ਉਹਨੇ ਤਾਂ ਕਹਿਤਾ ਦਾਨ ਦੀ ਹੋਏ ਨਹੀਂ ਕੋ ਭਲੋ। ਦਾਨ ਤਾਂ ਇਹਨਾਂ ਨੂੰ ਠਾ ਆਉਂਦਾ। ਇਹ ਕਰਦੇ ਕੀ ਨੇ ਫਿਰ? ਦਾਨ ਤਾਂ ਆਉਣ ਲੱਗ ਗਿਆ ਉਹਨਾਂ ਦੇ ਕਹੇ ਤੇ। ਦਾਨ ਦੀ ਕੋਈ ਕਮੀ ਨਹੀਂ ਹੈ। ਉਹਨੇ ਕਹਾ ਦਾਨ ਦਿਓ ਨਹੀਂ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ। ਉਹ ਦਾਨ ਤੁਸੀਂ ਖਾਣ ਵਾਸਤੇ ਦਿੱਤਾ ਤੁਹਾਨੂੰ,
ਕੁਝ ਕਰਨ ਵਾਸਤੇ ਦਿੱਤਾ ਹੈ। ਉਹਦੀ ਡਿਊਟੀ ਲਾਈ ਸੀ, ਉਹ ਕੌਣ ਕਰੂਗਾ? ਤੁਸੀਂ ਬਣਾਉਣ ਲੱਗੇ ਕਾਲਜ ਉਹਦੇ ਨਾਲ। ਉਹ ਡਿਊਟੀ ਔਖੀ ਹੈ। ਕਾਲਜ ਬਣਾਉਣ ਨੂੰ ਦਿੱਤਾ ਸੀ ਦਾਨ, ਗੁਰੂ ਨੂੰ ਦਿੱਤਾ ਹੈ। ਜੇ ਕਾਲਜ ਬਣਾਉਣਾ ਗੁਰੂ ਵਾਲੇ ਬਣਾਓ ਕਾਲਜ। ਜਦੋਂ ਗੁਰਮੁਖ ਪੈਦਾ ਹੋ ਕੇ ਨਿਕਲਣ ਤੇ ਗੁਰਮੁਖਤਾਈ ਦਾ ਪਾਠ ਪੜਾਇਆ ਜਾਵੇ, ਉਹ ਬਣਾਓ। ਮਨਮੁਖਾਂ ਨੇ ਤਾਂ ਆਪਣੇ ਵਾਲੇ ਬਣਾਉਣੇ ਨੇ। ਮਨਮੁਖ ਗੋਲਕ ਗੁਰੂ ਦੀ ਲੱਗੀ ਮਨਮੁਖਾਂ ਦੇ ਹੱਥ। ਮਨਮੁਖਾਂ ਨੇ ਆਪਣੇ ਵਾਲੇ ਕੰਮ ਕਰਨੇ ਤੇ ਸ਼ੁਰੂ ਕਰ ਲਏ। ਜੇ ਸੰਗਤ ਘਟਦੀ ਹੈ, ਮਿਊਜ਼ੀਅਮ ਬਣਾ ਦਿਓ ਗੁਰਦੁਆਰਿਆਂ ਨੂੰ, ਹੋਰ ਸਜਾ ਦਿਓ, ਸੰਗਤ ਆਵੇ। ਇੰਡਸਟਰੀ ਵਾਂਗੂ ਬਣਾ ਰਹੇ ਨੇ ਗੁਰਦੁਆਰੇ, ਜਿਵੇਂ ਇੰਡਸਟਰੀ ਹੁੰਦੀ ਹੈ ਨਾ, ਇੰਡਸਟਰੀ ਵਾਂਗੂ ਬਣਾ ਰਹੇ ਨੇ। ਕਿਉਂਕਿ ਬੰਦੇ ਧਾਰਮਿਕ ਤਾਂ ਹੈ ਨਹੀਂ, ਧਰਮ ਬੰਦੇ ਤਾਂ ਹੈ ਨਹੀਂ। ਉਹ ਇੰਡਸਟਰੀ ਵਾਂਗੂ ਕਰ ਰਹੇ ਨੇ ਡਿਵੈਲਪ ਇਹਨਾਂ ਨੂੰ। ਗੋਲਕ ਕਿਵੇਂ ਆਊਗੀ? ਪ੍ਰਚਾਰਕ ਕਹੇ ਜੇ ਚਾਹੀਦੇ ਨੇ। ਗੋਲਕ ਕਿਉਂ ਘਟ ਗਈ? ਸੈਲਾਨੀ ਕੇਂਦਰ ਬਣਾਉਣਾ। ਪਾਰਕਿੰਗ ਦਾ ਵੀ ਪ੍ਰਬੰਧ ਕਰੋ। ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ। ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ। ਕਿਤੇ ਜਿਹੜੇ ਭਵ ਸਾਗਰ ਦੇ ਜੀਵ ਨੇ ਵਿਚਾਰੇ, ਉਹਨਾਂ ਦੇ ਅੰਦਰ ਜੋ ਭੁੱਖ ਹੈ, ਉਹਦੀ ਭੁੱਖ ਪੂਰੀ ਕਰ ਰਹੇ ਹਨ ਸਭ ਦੀ। ਕਾਹਦੀ? ਨਾਮ ਦੀ ਭੁੱਖ। ਪ੍ਰਚਾਰ ਕਰਕੇ ਭਾਵਨਾ, ਭਾਵਨਾ ਕਹੇ ਜੀ ਵੀ ਹੋ ਸਕਦੀ ਹੈ। ਭਾਵਨਾ ਕੋਈ ਇਹ ਨਹੀਂ ਹੈ ਵੀ ਨਾਮ ਦੀ ਹੋਵੇ। ਭਾਵਨਾ ਕਈ ਕਿਸਮ ਦੀ ਹੈ, ਸਾਰੇ ਮੱਤਾਂ ਚੱਲਦੀਆਂ ਨੇ। ਜਿਹੜੀ ਕਲਾਸ ਦਾ ਬੰਦਾ ਹੁੰਦਾ ਉਹੀ ਕਲਾਸ ਉਹਨੂੰ ਸਮਝ ਆਉਂਦੀ ਹੈ, ਉਹ ਜਿਹਾ ਗਿਆਨ ਉਹਨੂੰ ਸਮਝ ਆਉਂਦਾ। ਬਾਕੀ ਨਹੀਂ ਸਾਰਿਆਂ ਨੂੰ। ਇਹ ਤਾਂ ਬਿਰਲੇ ਨੇ, ਇਸ ਗਿਆਨ ਵਾਲੇ ਬਿਰਲੇ ਹੀ ਨੇ, ਬਿਰਲਿਆਂ ਦੇ ਸਮਝ ਆਊਗੀ। ਬਾਕੀ ਹੋਰ ਹੈਗੇ ਥੱਲੇ ਵਾਲੇ। ਪਰ ਥੱਲੇ ਵਾਲੇ ਲੋਕ ਜਦੋਂ ਇਹ ਕਹਿੰਦੇ ਨੇ ਵੀ ਸਾਡੇ ਵਾਲਾ ਫਾਈਨਲ ਗਿਆਨ ਹੈ, ਇੱਥੇ ਆ ਕੇ ਗੜਬੜ ਹੈ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਭਾਈ ਸਾਡੇ ਕੋਲ ਤਾਂ ਘਟੀਆ, ਠੀਕ ਹੈ, ਤਾਂ ਚੌਥੀ ਕਲਾਸ ਆ, ਸਾਡੇ ਕੋਲ ਤਾਂ ਆ ਜਾ, ਦਾਖਲ ਹੋ ਜਾ, ਜਾਂ ਪੰਜਵੀਂ ਹੋ ਜਾਏਗਾ, ਹੋਰ ਗਾਹਾਂ ਚਲੇ ਜਾਏ। ਸੱਚ ਬੋਲਣ 'ਚ ਕੀ ਹਰਜ ਹੈ? ਹਰ ਕੋਈ ਇਹ ਕਹਿੰਦਾ ਵੀ ਮੈਂ ਗੁਰੂ ਹਾਂ, ਗਾਹਾਂ ਮੇਰੇ ਕੁਛ ਨਹੀਂ। ਰੌਲਾ ਇਸ ਗੱਲ ਦਾ। ਸੱਚ ਬੋਲਣ ਨੂੰ ਤਿਆਰ ਕੋਈ। ਸੱਚ ਬੋਲਦਾ ਘਟੀਆ ਹੁੰਦਾ, ਘਟੀਆ ਬਣਨ ਨੂੰ ਨਹੀਂ ਤਿਆਰ। ਵਧੀਆ ਗਿਆਨ ਹੈ ਨਹੀਂ, ਘਟੀਆ ਬਣਨਾ ਨਹੀਂ ਚਾਹੁੰਦਾ। ਇਹ ਬੇਈਮਾਨੀ ਹੈ। ਸੰਗਤ ਨਾਲ ਬੇਈਮਾਨੀ ਆਉਣ ਵਾਲੀ ਨਾ ਬੇਈਮਾਨੀ ਹੈ। ਧਰਮ ਕਾਹਦਾ ਰਹਿ ਗਿਆ? ਜਿੱਥੇ ਬੇਈਮਾਨੀ ਆ ਗਈ ਧਰਮ ਨਹੀਂ ਰਿਹਾ। ਇਸ ਗੱਲ ਦਾ ਝਗੜਾ, ਹੋਰ ਗੱਲ ਦਾ ਕਿਸੇ ਦਾ ਝਗੜਾ ਨਹੀਂ। ਇੱਕੋ ਜਿਹਾ ਤਾਂ ਹੈ ਨਹੀਂ। ਥੱਲੇ ਵੀ ਤਾਂ ਸਕੂਲ ਥੱਲੇ ਹੋ ਜਾਂਦੇ ਨੇ ਪੜ੍ਹਦੇ। ਯੂਨੀਵਰਸਿਟੀ ਤਾਂ ਕੋਈ ਕੋਈ ਪਹੁੰਚਦਾ। ਜੇ ਇਸ ਤਰੀਕੇ ਦੀ ਗੱਲ ਕਰਨ ਫਿਰ ਕੋਈ ਰੌਲਾ ਹੀ ਨਹੀਂ ਹੈ। ਰੌਲਾ ਇਸ ਗੱਲ ਦਾ ਗੁੰਮਰਾਹ ਕਰਦੇ ਨੇ, ਗੁੰਮਰਾਹ ਕਰਦੇ ਨੇ। ਜਿਵੇਂ ਸਪੋਕਸਮੈਨ ਗੁੰਮਰਾਹ ਕਰਦਾ, ਨਾਨਕ ਦੇ ਨਾਂ ਤੇ ਗੁੰਮਰਾਹ ਕਰ ਰਿਹਾ ਹੈ। ਹੁਣ ਜਿਹੜੇ ਬੇਵਕੂਫ ਨੇ ਉਹ ਕਹਿ ਰਹੇ ਨੇ ਗੁਰਮਤਿ ਦਾ ਪ੍ਰਚਾਰ ਕਰ ਰਹੇ। ਉਹਨਾਂ ਨੂੰ ਕੀ ਪਤਾ ਗੁੰਮਰਾਹ ਕਰ ਰਿਹਾ ਪ੍ਰਚਾਰਕ? ਉਹ ਆਪ ਨਹੀਂ ਉਹਨਾਂ ਨੂੰ ਪਤਾ। ਇਹਦਾ ਮਤਲਬ ਉਹ ਇਹਦੇ ਨਾਲ ਵੀ ਥੱਲੇ ਨੇ। ਜਿਹੜੇ ਸਮਝਦੇ ਨੇ ਪ੍ਰਚਾਰ ਕਰ ਰਹੇ ਉਹ ਇਹਦੇ ਨਾਲ ਵੀ ਥੱਲੇ ਨੇ, ਕਰ ਰਹੇ ਆ ਗੁੰਮਰਾਹ। ਇਹ ਕਿੱਡਾ ਬੜਾ ਪਲਾਨ ਹੈ। ਜੇ ਇੱਕ ਗੱਲ ਵੀ ਮੰਨ ਲਈ ਨਾ ਇਹਨਾਂ ਦੀ, ਇੱਕ ਗੱਲ ਬੜੀ ਜੀ ਵੀ ਮੰਨ ਲੈਂਦੇ। ਜਿਵੇਂ ਅਸੀਂ ਇੱਕ ਲਗਮਾਤਰ ਨਹੀਂ ਬਦਲ ਸਕਦੇ ਗੁਰੂ ਗ੍ਰੰਥ ਸਾਹਿਬ ਚੋਂ, ਨਾ ਬਦਲ ਸਕਦੇ ਹਾਂ ਇਹਦੇ ਚੋਂ। ਇਹਨਾਂ ਨੂੰ ਕੀ ਪਤਾ ਧਰਮ ਗ੍ਰੰਥ 'ਚ ਇੱਕ ਵੀ ਜਰਾ ਬਦਲੀ ਖਤਮ ਹੋ ਜਾਂਦਾ ਸਾਰਾ ਕੁਛ। ਇਹ ਕਹਿੰਦੇ ਨੇ ਵੀ ਦਸਮ ਪਾਤਸ਼ਾਹ ਜਦ ਸੀਗੇ ਉਦੋਂ ਉਹਨਾਂ ਦੇ ਵਿੱਚ ਇਹ ਗ੍ਰੰਥ ਨਹੀਂ ਸੀ ਤਿਆਰ। ਠੀਕ ਹੈ, ਨਹੀਂ ਸੀ ਤਿਆਰ। ਕੌਣ ਕਹਿੰਦਾ ਤਿਆਰ ਸੀ? ਕੋਈ ਕਹਿੰਦਾ ਤਿਆਰ ਸੀ, ਇਹ ਕੋਈ ਵੀ ਨਹੀਂ ਕਹਿੰਦਾ ਤਿਆਰ ਸੀ। ਪਰ ਅੰਮ੍ਰਿਤ ਤਾਂ ਪਹਿਲਾਂ ਤਿਆਰ ਹੋ ਗਿਆ 1699 'ਚ। ਬਾਣੀਆਂ ਤਾਂ ਪਹਿਲਾਂ ਹੀ ਪੜ੍ਹਤੀਆਂ। ਬਾਣੀਆਂ ਤਾਂ 3 ਪਹਿਲਾਂ ਹੀ ਆ ਗਿਆ 16 ਦੀਆਂ, 1999 ਦੀ ਚਲੀਆਂ ਆਉਂਦੀਆਂ ਨੇ। ਬਸ ਮਾਨਤਾ ਤਾਂ ਉਦੋਂ ਦੇਤੀ ਸੀ ਅੰਮ੍ਰਿਤ ਛਕਾਇਆ 1699 'ਚ ਮਾਨਤਾ ਦੇਤੀ ਉਹਨਾਂ ਨੇ। ਗ੍ਰੰਥ ਕਦੇ ਤਿਆਰ ਹੋ ਜਾਵੇ? ਜੇ ਗੁਰੂ ਨਾਨਕ ਦੇ ਟਾਈਮ ਗ੍ਰੰਥ ਨਹੀਂ ਤਿਆਰ ਹੋਇਆ ਫਿਰ ਕੀ ਹੋ ਗਿਆ? ਜੇ ਕਬੀਰ ਵੇਲੇ ਗ੍ਰੰਥ ਨਹੀਂ ਸੀ ਤਿਆਰ ਹੋਇਆ ਫਿਰ ਕੀ ਹੋ ਗਿਆ? ਉਹ ਬਾਣੀ ਦੀ ਵੈਲਿਊ ਘਟ ਗਈ। ਜਾਂ ਉਹ 'ਤੇ ਸ਼ੱਕ ਕਰੀਏ, ਕਬੀਰ ਦੀ ਬਾਣੀ ਦੇ ਕਿਉਂ ਨਹੀਂ ਸ਼ੱਕ ਕਰਦੇ? ਵੀ ਰੌਲਾ ਪੈ ਗਿਆ। ਨਾਨਕ ਦੀ ਬਾਣੀ ਦੇ ਕਿਉਂ ਨਹੀਂ ਸ਼ੱਕ ਕਰਦੇ? ਰੌਲਾ ਪੈ ਗਿਆ। 9ਵੇਂ ਪਾਤਸ਼ਾਹ ਦੀ ਬਾਣੀ ਬਾਅਦ 'ਚ ਪਾਈ ਹੈ। ਇਹ ਸਭ ਚਲਾਕੀ ਹੈ ਇਹਨਾਂ ਦੀ। ਬਈ ਨਾ ਅੰਮ੍ਰਿਤ ਰਹੇ ਤੁਹਾਡਾ। ਉਹ ਤਾਂ ਇੱਥੇ ਤੱਕ ਵੱਧ ਗਿਆ ਸੀ। ਉਹ ਕਹਿੰਦਾ ਅੰਮ੍ਰਿਤ ਦੇ ਵਿੱਚ ਬਾਣੀਆਂ ਨਹੀਂ ਪੜੀ, ਕਾਲਾ ਬਗਾਨਾ
ਇਹ ਉਹਦੇ ਚੇਲੇ ਨੇ ਸਾਰੇ, ਪਿੱਛੇ RSS ਇਹਨਾਂ ਦਾ ਐਸਾ ਸ਼ੱਕ ਪਾ ਦੋ ਨਾ ਤੁਹਾਡੀ ਅਰਦਾਸ ਪਰ ਤੂੰ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਉਹਨਾਂ ਨੇ ਅਰਦਾਸ ਬਣਾਈ ਸੀ ਨਾਨਕਾਰੀਆਂ ਨੇ। ਇਹ ਤਾਂ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੇ ਸ਼ੁਰੂ ਦੀਆਂ, ਕਿਸ ਤਰੀਕੇ ਨਾਲ ਜਰਾ ਕੁਝ ਕਹਿ ਦਈਏ, ਪਹਿਲਾਂ ਇਹਨੂੰ ਤੋੜੀਏ ਫਿਰ ਆਦ ਨੂੰ ਤੋੜੀਏ, ਉਹ 'ਚ ਵੀ ਬਹੁਤ ਕੁਛ ਹੈ, ਇਹ ਨਸ਼ਟ ਕਰ ਦਈਏ ਸਭ ਕੁਛ। ਇਹਨਾਂ ਦੀ ਕੌਣ ਮੰਨ ਲੂਗਾ, ਪਾਗਲਾਂ ਦੀ ਗੱਲ ਕੋਈ। ਨਾਲੇ ਇੱਕ ਤਾਂ ਸਿੱਖ ਨੇ, ਉਹਨੂੰ ਪੁੱਛਿਆ ਵੀ ਤੂੰ ਸਿੱਖੀ ਤੋਂ ਤਾਂ ਖਾਰਜ ਕੀਤਾ ਹੋਇਆ, ਤੈਨੂੰ ਬੋਲਣ ਦਾ ਅਧਿਕਾਰ ਕਿਹਨੇ ਦਿੱਤਾ? ਜੋਗਿੰਦਰ ਸਿੰਘ ਨੂੰ। ਆਹ ਜੋਗਿੰਦਰ ਸਿੰਘ ਨੂੰ ਕਿਹਦਾ ਅਧਿਕਾਰ ਹੈ? ਦੂਏ ਧਰਮ ਜਾਂ ਧਾਰਮਿਕ ਬੰਦਾ ਹੀ ਨਹੀਂ ਸਾਡਾ, ਉਹ ਸਾਡੇ ਧਰਮ ਤੇ ਟਿੱਪਣੀ ਕਿਵੇਂ ਕਰ ਸਕਦਾ? ਉਹ ਕਿਵੇਂ ਕਰ ਸਕਦਾ ਟਿੱਪਣੀ? ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈਗਾ ਵੀ ਜੋ ਮਰਜ਼ੀ ਬੋਲੀ ਜਾਓ। ਜੇ ਗਲਤ ਬੋਲੋਗੇ ਕੇਸ ਵੀ ਹੋ ਜਾਂਦਾ ਦਰਜ। ਬਾਹਰ ਅਗਲੇ ਝੂਠ ਦਾ ਕੇਸ ਨਹੀਂ ਕਰ ਦਿੰਦੇ। ਇਹਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ। ਜੇ ਇਹ ਸਾਬਤ ਕਰ ਦਈਏ ਗੁਰਬਾਣੀ ਦੀ ਸੋਝੀ ਨਹੀਂ, ਫਿਰ ਕੀ ਕਰੂਗਾ? ਆ ਸਾਬਤ ਕਰ ਦੇਣਾ, ਹੋ ਗਿਆ ਸਾਬਤ ਨੂੰ ਕੋ ਕਸਰ। ਭੱਜ ਗਏ ਕੱਲ, ਇਹ ਹੁਣ ਚਰਚਾ ਤੋਂ ਭੱਜਦੇ ਨੇ। ਚਰਚਾ ਇਹਨਾਂ ਦਾ ਕਰੂਗਾ ਕੌਣ? ਇਹਨਾਂ ਕੋਲ ਹੈ ਕੀ? ਅੰਮ੍ਰਿਤਸਰ ਨਹੀਂ, ਇਹਨਾਂ ਨੇ ਕਿਹਾ ਵੀ ਜਿੱਥੇ ਮਰਜ਼ੀ ਚਰਚਾ ਕਰੋ ਸਾਡੇ ਨਾਲ, ਦਸਮ ਗ੍ਰੰਥ। ਹੁਣ ਕਹਿੰਦੇ ਚਰਚਾ ਕੀ ਕਰਨੀ ਹੈ ਜੀ, ਇਹ ਤਾਂ ਕੀ ਨਿਕਲਣਾ ਇਹਦਾ ਜੀ, ਸਾਧ ਨੇ ਵਿਹਲੇ ਨੇ ਜੀ, ਇਹ ਕਰਦੇ ਨਹੀਂ। ਉਹ ਤਾਂ ਦਸਾਂ ਨਾ ਹੁੰਦੀ, ਤੂੰ ਦਸਾਂ ਨਾ ਹੁੰਦੀ ਕਮਾਈਓ ਕਰਦਾ, ਠੱਗੀਆਂ ਮਾਰਦਾ ਲੋਕਾਂ ਨੂੰ। ਟਰਸਟ ਮੇਰੇ ਨਾਲ ਹੈ, ਮੇਰਾ ਕਿਸੇ ਤੇ ਵਿਸ਼ਵਾਸ ਹੀ ਨਹੀਂ। ਤੂੰ ਤਾਂ ਲੋਕਾਂ ਦੇ ਰੁਪਈਏ ਆਪਣੇ ਨੌਕਰੀ ਬੈਠਾ, ਤੇ ਦਿੱਤਾ ਕਿਸੇ ਨੂੰ ਕੀ ਹੈ? ਤੂੰ ਕਰਾਣਾ ਗੁਰੂ ਦੇ ਨਾਮ ਸਾਰਾ ਹੀ, ਫਿਰ ਮੰਨਦੇ ਤੈਨੂੰ ਦਿੱਤਾ ਕੁਛ। ਜੇ ਤਾਂ ਆਪਣਾ ਦਿੱਤਾ ਗੁਰੂ ਦੇ ਨਾਮ ਕਰਾ ਸਾਰਾ ਹੀ, ਫਿਰ ਅਸੀਂ ਮੰਨਦੇ ਤੂੰ ਸਿੱਖ ਹੈ। ਰਸਾਲੇ ਦੇ ਨਾਂ ਤੇ 10-10 ਹਜ਼ਾਰ ਲੈ ਕੇ ਹੁਣ ਰਸਾਲਾ ਨਹੀਂ ਭੇਜਦਾ। ਉਹ ਰਸਾਲੇ ਬੰਦ ਕਰਤੇ ਨੇ, ਲਾਈਫ ਦੇ ਪੈਸੇ ਲੈ ਕੇ। ਉਹ ਠੱਗੀ ਨਹੀਂ ਦੇ, ਹੋਰ ਕੀ ਆ? ਹੁਣ ਉਹਦੇ ਨਾਲ ਟਰਸਟ ਦੇ ਨਾਲ ਤੇ ਹੁਣ ਉੱਥੇ ਜ਼ਮੀਨ ਲਊਗਾ, ਵੀ ਜ਼ਮੀਨ ਸਸਤੀ ਮਿਲ ਜੂਗੀ, ਵੀ ਚੱਲ ਫਿਰ ਉਹ ਵੇਚ ਲਾਂਗੇ ਜੇ ਦੁਬਾਰਾ ਨਿਕਲਿਆ। ਅਸੀਂ ਕਦੇ ਜਾਣਦੇ ਨਹੀਂ ਵੀ ਤੂੰ ਕਿੱਥੇ ਬੈਠਾ, ਸਾਰੇ ਜਾਣਦੇ ਆ ਕਿੰਨੇ ਕੁ ਪਾਣੀ ਚਾਹੇ। कहूँ गीत नाद के निदान को बतावत हो। कहूँ गीत नाद के निदान को बतावत हो। नाद के निदान को बतावत हो। आ गुरबाणी है, गुरबाणी ਜਿਹੜੀ ਹੈ ਨਾਦ ਹੈ ਨਾ, ਉਹਦਾ ਹੀ ਇਹ ਗੀਤ ਹੈ। ਲੋਕ ਕਹੇ ਗੀਤ ਹੈ ਤਾਂ ਬ੍ਰਹਮ ਵਿਚਾਰ ਹੈ, ਬ੍ਰਹਮ ਵਿਚਾਰ ਹੈ ਜਿਹੜੀ ਨਾਦ ਵੇਦ ਵਿਚਾਰ। ਇਹਦਾ ਜਿਹੜਾ ਰਹੱਸ ਹੈ, ਰਹੱਸ ਇਹਦੇ ਵਿਚਾਰ ਕਰਦੇ, ਇਹ ਦੱਸਦਾ ਰਹੱਸ ਬ੍ਰਹਮ ਵਿਚਾਰ। कहूँ नृत्यकारी चित्रकारी के निदान हो। ਕਿਤੇ ਨ੍ਰਿਤਕਾਰੀ ਔਰ ਚਿੱਤਰਕਾਰੀ, ਉਹ ਵੀ ਧਰਮ ਸੀ। ਨ੍ਰਿਤਕਾਰੀ ਔਰ ਚਿੱਤਰਕਾਰੀ ਉਹ ਉਸ ਵੇਲੇ ਦੇ ਉਧਰ ਸੀ। ਉਹ ਤਾਂ ਇੰਨਾ ਉਹਨਾਂ ਨੇ ਝੂਠ ਬੋਲਿਆ, ਕਹਿੰਦੇ ਜਿਹੜਾ ਰਾਗ ਹੈ, ਰਾਗ ਜੀ ਪੱਥਰ ਪਿਘਲ ਜਾਂਦਾ, ਉਹ ਹੋ ਜਾਂਦਾ, ਬਾਹ ਹੋ ਜਾਂਦਾ, ਪਗੜਾ ਕੇ ਦਿਖਾਓ। ਮੇਘ ਪਾਣੀ ਉਹ ਜੀ ਮੀਂਹ ਪੈਣ ਲੱਗ ਜਾਂਦਾ, ਉਹ ਰਾਜਸਥਾਨ 'ਚ ਪਾ ਦੇਣ ਫਿਰ ਵੀ। ਉਹ ਜੇ ਮੀਂਹ ਪੈ ਜਾਂਦਾ ਹੋਰ ਕੀ ਚਾਹੀਦਾ? ਇਹ ਸਭ ਝੂਠ ਹੈ। ਗੁਰਬਾਣੀ ਕੋਈ ਘਾਸ ਨਹੀਂ ਗਿਰਦੀ ਇਹਨਾਂ ਨੂੰ, ਨਾ ਨ੍ਰਿਤਕਾਰੀਆਂ ਨੂੰ, ना चित्रकारियां। ਨਾ ਚਿੱਤਰਕਾਰੀਆਂ ਨੂੰ, ਨਾ ਇਹ ਜਿਹੜੇ ਰਾਗੀ ਨੇ ਇਹਨਾਂ ਨੂੰ। ਝੂਠ ਦੇ ਖੜੇ ਨੇ ਸਾਰੇ। कहूँ ਰਾਗੀ ਦਾ ਤਾਂ ਮਨ ਨਹੀਂ ਭਿੱਜ ਸਕਦਾ, ਨਾ ਭਿੱਜੇ ਰਾਗੀ ਨਾਦੀ। ਕਿ ਰਾਗ ਦੇ ਪਰੇ ਆ, ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ, ਰਾਗ ਤਾਂ ਹੈ ਹੀ ਨਹੀਂ। ਰਾਗ ਦੇ ਪਰੇ ਆ। ਹੁਣ ਅਸੀਂ ਬੈਰਾਗੀ ਹੋ ਗਏ, ਰਾਗੀ। कहूँ पयूक होए के पीवत पिवावत हो। हाँ, कदों पीयूक हो के पीयूक अमृत, आप अमृत हो गया। कहूँ पयूक होए के पीयूक हो के पीवत पिवावत हो। पीयूक हो गया, आप अमृत बन गया, अमृत धारा। आप भी पीना पियादा भी। सतगुर अमृत सरोवर है ना, सतगुर ਨੂੰ ਅੰਮ੍ਰਿਤ ਸਰੋਵਰ ਕਿਹਾ ਹੈ। ਸਤਗੁਰ ਹੀ ਅੰਮ੍ਰਿਤ ਸਰੋਵਰ ਹੈ। ਜਿਹਨੇ ਸਤਪੁਰਖ ਨੂੰ ਜਾਣ ਲਿਆ ਸਤਗੁਰ ਹੈ। ਭਲਾ ਆਪ ਹੀ ਭਲਾ ਵੀ ਰਿਹਾ, ਪੀ ਵੀ ਰਿਹਾ, ਆਪ ਨੂੰ ਕਹਿ ਰਹੇ ਨੇ। ਇਹ ਵਸਦਾ ਤਾਂ ਉਹਨਾਂ ਦੀ ਆਪ ਹੈ ਜਿਹੜਾ ਲਿਖ ਰਿਹਾ। ਕਦੋਂ ਪੀਊ ਕੋ ਕੇ ਅੰਮ੍ਰਿਤ ਹੋ ਕੇ ਆਪ ਵੀ ਪੀ ਰਹੇ, ਅੰਮ੍ਰਿਤ ਲੋਕਾਂ ਨੂੰ ਵੀ ਪਿਲਾ ਰਹੇ।
ਵੰਡ ਵੀ ਰਹੇ। ਪ੍ਰਭਾਵਿਤ ਹੋ। ਉਹ ਕਹਿੰਦੇ ਨੇ ਜਦੋਂ ਜਿਹੜਾ ਕੋਈ ਗਿਆਨ ਦਿੰਦਾ ਉਹਨੂੰ ਆਪ ਨੂੰ ਗਿਆਨ ਮਿਲਦਾ ਨਾ। ਜਿਹੜਾ ਗਿਆਨ ਦਿੰਦਾ ਹੈ ਨਾਮ ਨੂੰ ਜਿੰਨਾ ਖਰਚਦੇ ਆ ਉਹਨਾਂ ਉਹਨੂੰ ਮਿਲਦਾ ਹੈ। ਉਹੀ ਤਾਂ ਗੱਲ ਹੈ। ਹੋਰ ਗੱਲ ਕੀ ਹੈ? ਜਿਹੜਾ ਨਾਮ ਦਿੰਦਾ ਉਹਨੂੰ ਵੀ ਮਿਲਦਾ ਅਲੱਗ। ਉਹ ਜਿੰਨਾ ਬਣਦਾ ਉਹਨਾਂ ਉਹਦਾ ਵਾਧਾ ਘਟਦਾ ਨਹੀਂ ਹੁੰਦਾ। ਉਹ ਗੱਲ ਇਹ ਕਹਿ ਰਹੇ ਨੇ ਪਲਟ ਕੇ। ਕਤਹੂ ਮਯੂਖ ਊਖ ਕਹੂੰ ਮਦ ਪਾਨ ਹੋ। ਕਦੋਂ ਵਿਊਖ ਇਹਨੇ ਸ਼ਾਇਦ ਲਿਖਿਆ, ਵੈਸੇ ਸ਼ਾਇਦ ਨਹੀਂ। ਵਿਊਖ ਦਾ ਅਰਥ ਹੈ ਤੇ ਮਿੱਠਾ। ਕਤਹੂ ਮਯੂਖ ਊਖ ਇੱਕ ਦਾ ਖੱਟਾ ਵੀ ਹੁੰਦਾ ਨਾ ਰਸ। ਜੇ ਭਾਦੋਂ ਚ ਪੀੜ ਲਈਏ ਪਹਿਲਾਂ ਹੀ ਉਦੋਂ ਖੱਟਾ ਹੁੰਦਾ। ਜਦੋਂ ਵਿਊਖ ਹੋ ਜਾਂਦਾ ਹੈ ਰਸ ਗੰਨੇ ਦਾ ਬਹੁਤ ਜ਼ਿਆਦਾ ਮਿੱਠਾ, ਉਹਦੀ ਗੱਲ ਹੈ ਵਿਊਖ। ਕਤਹੂ ਮਯੂਖ ਊਖ ਕਹੂੰ ਮਦ ਪਾਨ ਹੋ। ਉਹਦੇ ਰਸ ਨੂੰ ਰੱਖ ਲਿਓ ਜੋ ਸ਼ਰਾਬ ਪੈਦਾ ਹੋ ਜਾਂਦੀ ਹੈ। ਕਿਤੇ ਕੋਈ ਰਸ ਪੀ ਲੈਂਦਾ, ਕਿਤੇ ਕੋਈ ਉਹਦੀ ਸ਼ਰਾਬ ਬਣਾ ਕੇ ਪੀ ਲੈਂਦਾ। ਐ ਕਹਿ ਰਹੇ ਨੇ। ਸ਼ਾਇਦ ਤਾਂ ਇਹਨੇ ਉਹ ਕਹਿਤਾ, ਸ਼ਾਇਦ ਦਾ ਮਤਲਬ ਮਿੱਠਾ ਹੈ। ਇੱਥੇ ਆਪਾਂ ਕਹਿੰਦੇ ਸ਼ਾਇਦ ਵਰਗਾ ਮਿੱਠਾ ਆ। ਮਿੱਠੇ ਦੀ ਸੈਂਸ ਵਿੱਚ ਹੈ ਸ਼ਾਇਦ। ਇਹ ਵੀ ਵਿਚਾਰਾ ਬਸ ਏਦਾਂ ਹੀ ਹੈ। ਕਤਹੂ ਮਯੂਖ ਊਖ ਕਹੂੰ ਮਦ ਪਾਨ ਹੋ। ਕਹੂੰ ਮਹਾ ਸੂਰ ਹੋਏ ਕੈ ਮਾਰਤ ਮਵਾਸਣ ਕੋ। ਕਿਤੇ ਸੂਰਬੀਰ ਹੋ ਕੇ ਆਪਣੇ ਜਿਹੜੇ ਵਿਰੋਧੀ ਨੇ, ਆਕੀ ਨੇ, ਉਹਨਾਂ ਦੀ ਕੁੱਟ ਰਹੇ ਹਨ। ਮਵਾਸਣ ਜਿਹੜੇ ਆਕੀ ਹੋਏ ਨੇ। ਮਾਰ ਦਾ ਮਤਲਬ ਖਤਮ ਕਰਨਾ ਨਹੀਂ ਹੁੰਦਾ। ਖਤਮ ਕਰਨਾ ਨਹੀਂ ਗੁਰਬਾਣੀ ਬੰਦੀ। ਆਤਮਾ ਖਤਮ ਨਹੀਂ ਹੁੰਦੀ ਹੈ। ਉਹਨਾਂ ਦਾ ਹੰਕਾਰ ਤੋੜਨਾ। ਹੰਕਾਰ ਤੋੜ ਕੇ, ਹੰਕਾਰ ਤੇ ਤੋੜ ਰਹੀ ਹੈ ਬਾਣੀ ਵੀ। ਪਰਮੇਸ਼ਰ ਵੀ ਹੰਕਾਰ ਤੋੜ ਕੇ ਆਪਣੇ ਜ਼ੇਰੇ ਕਰ ਰਿਹਾ, ਅਧੀਨ ਕਰ ਰਿਹਾ। ਗਰਭ ਪ੍ਰਹਾਰੀਓ ਲਿਖਿਆ ਹੈ। ਗਰਭ ਤੇ ਪ੍ਰਹਾਰ ਕਰਕੇ ਆਪਣੇ ਅਧੀਨ ਕਰ ਰਿਹਾ ਨੂੰ ਪਰਮੇਸ਼ਰ। ਹੁਕਮ ਦੇ ਵਿੱਚ ਚੱਲਣ ਦੀ ਗੱਲ ਹੈ। ਆਹੀ ਗੱਲ ਹੈ। ਇਹ ਰਾਜੇ ਵੀ ਇਦਾਂ ਹੀ ਕਰਦੇ ਹੁੰਦੇ ਨੇ। ਲੜਨਾ, ਜਿੱਤ ਲੈਣਾ, ਫਿਰ ਉਹਨੂੰ ਕਹਿਣਾ ਠੀਕ ਹੈ ਰਾਜ ਤੂੰ ਹੀ ਕਰ, ਸਾਡੇ ਅਧੀਨ ਰਹਿ। ਖਰਚਾ ਉੱਤੇ ਲੈ ਲੈਣਾ। ਫੌਜ ਸੀਮਤ ਕਰ ਦੇਣੀ। ਇਦੋਂ ਵੱਧ ਫੌਜ ਨਹੀਂ ਰੱਖ ਸਕਦਾ। ਪਾਬੰਦੀਆਂ ਲਾ ਦੇਣੀ। ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ। ਕਹੂੰ ਮਹਾਦੇਵ, ਕਿਤੇ ਮਹਾਦੇਵ ਹੈ। ਕਹੂੰ ਦੇਵਤਾਨ ਕੇ ਸਮਾਨ ਹੋ। ਪਰ ਦੇਵਤਿਆਂ ਦੇ ਬਰਾਬਰ ਹੀ ਹੈ, ਹੋਰ ਕੁਝ ਨਹੀਂ ਹੈਗਾ। ਮਹਾਦੇਵ ਦੇਵਤਾਨ ਕੇ ਸਮਾਨ ਹੋ, ਦੇਵਤਿਆਂ ਦੇ ਬਰਾਬਰ ਹੀ ਹੈ। ਮਹਾਦੇਵ ਨੂੰ ਉਹ ਰੂਪ ਜਿਹੜਾ ਇਹਨਾਂ ਨੇ ਦਿੱਤਾ ਹੈ, ਉਹ ਖੋ ਕੇ ਪਦ ਵੀ ਦੇਵਤਾਨ ਕੇ ਸਮਾਨ ਕਹਿਤਾ। ਜੇ ਹੋਰ ਦੇਵਤੇ ਹੋ ਜਾ ਤੂੰ। ਮਹਾਦੇਵ ਇਹ ਕਹਿੰਦੇ ਨੇ, ਪਰ ਇਹਨਾਂ ਨੇ ਦੇਵਤਾਨ ਕੇ ਸਮਾਨ ਕਹਿਤਾ। ਦੇਵਤਾਨ ਕੇ ਸਮਾਨ ਹੋ। ਡਿਗਰੀ ਖੋਲੀ ਮਹਾਦੇਵ ਵਾਲੀ। ਉਹ ਜਿਹੜਾ ਬਿੱਲਾ ਲੱਗਿਆ ਨਾ ਮਹਾਦੇਵ ਦਾ, ਉਹ ਲਾ ਲਿਆ। ਲਾ ਕੇ ਕਹਿੰਦੇ ਦੇਵਤਾਨ ਕੇ ਸਮਾਨ ਹੋ। ਤੇ ਬਿੱਲਾ ਲਾਇਆ ਉਹਦਾ ਜਿਹੜਾ ਦਿੱਤਾ ਹੁੰਦਾ ਨਾ ਫਾਲਤੂ ਦਾ। ਕਹੂੰ ਮਹਾਦੀਨ ਕਹੂੰ ਦਰਬ ਕੇ ਅਧੀਨ। ਕਹੂੰ ਵਿਦਿਆ ਮੇ ਪ੍ਰਵੀਨ ਕਹੂੰ ਭ੍ਰਮ ਕਹੂੰ ਭਾਨ ਹੋ। ਕਹੂੰ ਮਹਾਦੀਨ, ਕਿਤੇ ਮਹਾਦੀਨ। ਮਹਾਦੀਨ ਦਾ ਮਤਲਬ ਸੰਸਾਰ ਤੌਰ ਤੇ ਗਰੀਬ ਨਹੀਂ ਹੈ। ਉਹਨੂੰ ਨਹੀਂ ਕਹਿੰਦੇ। ਨਿਬਰਤਾ ਹੈ, ਹੱਦ ਤੋਂ ਜ਼ਿਆਦਾ ਨਿਬਰ ਹੈ, ਨਿਬਰ ਸੁਭਾਅ ਵਾਲਾ। ਕਹੂੰ ਮਹਾਦੀਨ ਕਹੂੰ ਦਰਬ ਕੇ ਅਧੀਨ। ਕਿਤੇ ਦਰਬ ਕੇ ਅਧੀਨ। ਦਰਬ ਕੇ ਅਧੀਨ, ਮਾਇਆ ਦੇ ਅਧੀਨ। ਪੰਡਤ ਹੈ, ਕੋਈ ਰਾਜਾ ਹੈ, ਬਹੁਤ ਬੁੱਧਵਾਨ ਹੈ, ਪਰ ਦਰਬ ਕੇ ਅਧੀਨ। ਬੜੇ ਵਿਦਵਾਨ ਦਰਬ ਕੇ ਅਧੀਨ। ਬੜੇ ਸੰਤ ਦਰਬ ਕੇ ਅਧੀਨ ਹੋ ਜਾਂਦੇ। ਆਮ ਆਦਮੀ ਦੀ ਗੱਲੇ ਨਹੀਂ ਕਰਦੀ ਬਾਣੀ। ਬਾਣੀ ਤਾਂ ਟੌਪ ਦੇ ਬੰਦੇ ਦੀ ਗੱਲ ਕਰਦੀ ਹੈ ਨਾ। ਜਿਹੜਾ ਦਰਬ ਕੇ ਅਧੀਨ ਹੈ। ਧਨ ਕੋ ਭਾਖੀਏ ਜਾ ਕੋ ਜਗਤ ਗੁਲਾਮ। ਕਹਿੰਦਾ ਜਿਹੜਾ ਸੰਸਾਰੀ ਧਨ ਹੈ ਵੀ ਧਨ ਹੈ। ਸੰਸਾਰ ਸਾਰਾ ਗੁਲਾਮ ਹੈ ਇਹਦਾ। ਛੋਟੀ ਗੱਲ ਹੈ ਜਿਹਦਾ ਸਾਰਾ ਸੰਸਾਰ ਗੁਲਾਮ ਹੈ। ਉਹਦੀ ਤਾਕਤ ਨੂੰ ਥੋੜੀ ਮੰਨਣਾ ਥੋੜੀ ਗੱਲ ਹੈ। ਉਹ ਸ਼ਕਤੀ ਤੋਂ ਬਾਹਰ ਕਿਵੇਂ ਆਉਣਾ? ਉਹਦੀ ਤਾਕਤ ਤੇ ਬਾਹਰ ਕਿਵੇਂ ਆਉਣਾ? ਇਹ ਹੈ ਧਰਮ। ਇਹਨੂੰ ਧਰਮ ਕਹਿੰਦੇ ਨੇ। ਉਹਦੀ ਗੁਲਾਮੀ ਚੋਂ ਬਾਹਰ ਕਿਵੇਂ ਆਉਣਾ? ਇਹ ਤਿਆਗ ਦੇ ਹੀ ਚੱਲਣੀ ਆ ਪਈ ਮਾਇਆ। ਅੰਦਰੋਂ ਤਿਆਗ ਹੈ ਤਾਂ ਚੱਲਣਾ ਜਾ ਫਿਰਦੀ ਹੈ। ਫਿਰ ਇਹ ਸਿੱਧ ਨਾਮ ਹੈ ਕੀ? ਦਾਸੀ।
ਇਹ ਤਾਂ ਪਿੱਛੇ ਪਿੱਛੇ ਫਿਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹਾਂ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਕਹੋ ਦਰਬ ਕੇ ਅਧੀਨ, ਦਰਬ ਕੇ ਅਧੀਨ ਨਹੀਂ ਆ ਉਹ। ਗੁਰੂ ਘਰ ਚ ਮਾਇਆ ਸੀ, ਦਰਬ ਕੇ ਅਧੀਨ ਨਹੀਂ ਸੀ, ਪਰ ਉਹ ਬਸ ਆ ਗੱਲ ਹੈ। ਦਰਬ ਮਾਇਆ ਹੋਣੀ ਕੋਲ ਹੋਰ ਗੱਲ ਹੈ, ਦਰਬ ਕੇ ਅਧੀਨ ਹੋਣਾ ਹੋਰ ਗੱਲ ਹੈ। ਦਰਬ ਕੇ ਅਧੀਨ ਹੋਣਾ ਹੋਰ ਗੱਲ ਹੈ। ਕਹੂੰ ਵਿਦਿਆ ਮੈਂ ਪ੍ਰਵੀਨ, ਕਹੂੰ ਵਿਦਿਆ ਮੈਂ ਪ੍ਰਵੀਨ, ਕਿਤੇ ਵਿਦਿਆ ਚ ਪ੍ਰਵੀਨ ਹੈ, ਨਿਪੁੰਨ ਹੈ ਵਿਦਿਆ ਦੇ ਵਿੱਚ। ਕਹੂੰ ਭੂਮ ਕਹੂੰ ਭਾਨ ਹੋ। ਕਿਤੇ ਭੂਮ ਹੈ, ਕਿਤੇ ਭਾਨ। ਭੂਮ ਦਾ ਅਰਥ ਨੇ ਕਰਤਾ ਧਰਤੀ। ਉਹ ਭੂਮ ਧਰਤੀ ਕਾਹਨੂੰ ਹੁੰਦੀ ਹੈ? ਭੂਮ ਉਹ ਹੈ ਹਿਰਦਾ ਜੀ ਤੇ ਸੂਰਜ ਦੀਆਂ ਕਿਰਨਾਂ ਪੈਣੀਆਂ ਨੇ। ਧਰਤੀ ਦਾ ਹਿਰਦਾ ਹੁੰਦੀ ਹੈ, ਜਿੱਥੇ ਹਨੇਰਾ ਉਹਦਾ ਸੂਰਜ ਹੈ। ਕਿਤੇ ਤੂੰ ਭਾਨ, ਉਹਦੇ ਭਾਨ ਜਾ ਵਚੀਨਾ। ਭਾਨ ਹੈ ਸੂਰਜ ਨੂੰ ਕਹਿੰਦੇ ਹੀ ਨਹੀਂ। ਹਿਰਦੇ ਚਾਨਣ ਕਰਨ ਵਾਲਾ। ਹਾਂ ਕਿਤੇ ਹਿਰਦੇ ਚਾਨਣ ਕਰਨ ਵਾਲਾ ਤੂੰ। ਕਿਤੇ ਗੁਰਮੁਖ ਹੈ, ਗੁਰਮੁਖ ਭਾਣੇ ਹੁੰਦਾ ਹੋਰ ਕੀ। ਕਹੂੰ ਅਕਲੰਕ, ਕਿਤੇ ਚਾਨਣ ਕਰਾਉਣ ਵਾਲਾ, ਕਿਤੇ ਚਾਨਣ ਕਰਨ ਵਾਲਾ। ਜਿੱਥੇ ਚਾਨਣ ਹੋ ਰਿਹਾ ਹੈ ਉਹ ਭੂਮ ਹੈ, ਜਿੱਥੇ ਚਾਨਣ ਕਰ ਰਿਹਾ ਜਿਹੜਾ ਕਰ ਰਿਹਾ ਉਹ ਭਾਨ। ਚਾਨਣ ਕਰਨ ਵਾਲਾ ਭਾਨ ਹੈ, ਜਿੱਥੇ ਚਾਨਣ ਹੋ ਰਿਹਾ ਹੈ ਉਹ ਭੂਮ। ਉਹ ਭੂਮ। ਉਹ ਕਹੂੰ ਭਾਨ ਹੋ। ਕਹੂੰ ਅਕਲੰਕ ਕਹੂੰ ਮਾਰਤ ਮਯੰਕ। ਕਹੂੰ ਅਕਲੰਕ, ਕਿਤੇ ਕਲੰਕ ਤੋਂ ਰਹਿਤ ਹੈ। ਕਲੰਕ ਨਹੀਂ ਲੱਗਦਾ, ਨੇ ਕਲੰਕੀ ਹੈ। ਨੇ ਕਲੰਕੀ ਕਾਹਦਾ ਜਦ ਹੁਕਮ ਦੇ ਵਿੱਚ ਹੈ, ਫਿਰ ਇਹਨੂੰ ਪੁੰਨ ਪਾਪ ਨਹੀਂ ਲੱਗਦਾ, ਜਾਂ ਪੁੰਨ ਪਾਪ ਦਾ ਲੇਪ ਨਹੀਂ ਨਾ ਲੱਗਦਾ, ਫਿਰ ਨੇ ਕਲੰਕ ਹੈ। ਨੇ ਕਲੰਕ ਅਵਤਾਰ। ਕਹੂੰ ਮਾਰਤ ਮਯੰਕ, ਹਾਂ ਕਿਤੇ ਕਹੂੰ ਮਾਰਤ ਮਯੰਕ। ਕਿਤੇ ਆਪਣੇ ਮਨ ਜਿਹੜਾ ਹੈਗਾ ਉਹਨੂੰ ਜਿੱਤ ਰਿਹਾ। ਕਹੂੰ ਪੂਰਨ ਪ੍ਰਜੰਕ, ਕਿਤੇ ਪੂਰਾ ਯਤਨ ਕਰ ਰਿਹਾ, ਯਤਨ ਚ ਲੱਗਿਆ ਹੈ। ਕਹੂੰ ਸੁੱਧਤਾ ਕੀ ਸਾਰ ਹੋ। ਕਹੂੰ ਸੁਣਤਾ ਕੀ ਸਾਰੋ, ਕਿਤੇ ਕਿਤੇ ਲੱਗਿਆ ਹੋਇਆ, ਕਿਤੇ ਕਾਮਯਾਬ ਹੋ ਗਿਆ, ਕਿਤੇ ਪੁੱਠੇ ਭਗਤੀਆਂ। ਦੂਜੀਆਂ ਭਗਤੀਆਂ ਵੀ ਨੇ, ਯਤਨ ਵਾਲੀ ਭਗਤੀ ਜਿਹੜੀ ਹੈ ਉਹ ਕੁਰਬਾਨੀ ਨਾਲ ਹੁੰਦੀ ਹੈ। ਕਿਤੇ ਸ਼ੁੱਧਤਾ ਕੀ ਸਾਰ ਹੋ, ਕਿਤੇ ਸ਼ੁੱਧਤਾ ਜਿਹੜੀ ਹੈ ਨਾ, ਸ਼ੁੱਧ ਕਿਵੇਂ ਹੁੰਦਾ? ਸ਼ੁੱਧ ਸਰੀਰ ਨਹੀਂ ਕਰਨਾ, ਸ਼ੁੱਧ ਮਨ ਕਰਨਾ ਹੈ। ਕਿਤੇ ਇਹ ਸਮਝ ਹੈ। ਕਿਵੇਂ ਮਨ ਤੋਂ ਹੋ ਜਾਂਦਾ। ਸੁੱਧਤਾ ਕੀ ਸਾਰ ਹੋ, ਸੁੱਧਤਾ ਦੀ ਖਬਰ ਹੈ। ਸ਼ੁੱਧਤਾ ਦੀ ਸਮਝ ਹੈ। ਕਿਤੇ ਸ਼ੁੱਧਤਾ ਦੀ ਸਮਝ ਦੇ ਰਹੇ ਹਨ, ਕਿਤੇ ਸ਼ੁੱਧਤਾ ਦਾ ਪਤਾ ਹੀ ਨਹੀਂ, ਯਤਨ ਕਰ ਰਹੇ, ਜਲ ਧਾਰੇ ਕਰ ਰਹੇ ਹਨ, ਤੀਰਥ ਯਾਤਰਾ ਕਰ ਰਹੇ ਹਨ। ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ। ਕਿਤੇ ਦੇਵ ਧਰਮ, ਦੇਵਤਿਆਂ ਵਾਲਾ ਧਰਮ, ਦੇਵਤਿਆਂ ਵਾਲਾ ਧਰਮ ਸੱਚ ਧਰਮ ਹੁੰਦਾ। ਕਿਤੇ ਸਾਧਨਾ ਕੇ ਹਰਮ, ਕਿਤੇ ਸਾਧਨਾ ਦੇ ਪਾਸੇ ਪਿਆ ਹੈ, ਜਿਵੇਂ ਸ਼ਿਵਜੀ ਵਾਲਾ ਧਰਮ ਸਾਧਨਾ ਦਾ ਧਰਮ। ਸਾਧਨਾ ਕੇ ਹਰਮ। ਹਾਂ ਕਹੂੰ ਹਰ ਮਨ ਹਰਿਆ ਹੋਇਆ। ਸਾਧਨਾ 'ਚ ਮਨ ਹਰਿਆ ਹੋਇਆ, ਉਹ ਭੁਲੇਖੇ ਨਾਲ ਸਾਧਨਾ ਕਰ ਰਿਹਾ। ਮਤਲਬ ਤਾਂ ਇਹ ਹੈ ਸਾਧਨਾ ਦਾ ਭਰਮ, ਸਾਧਨਾ 'ਚ ਲੱਗਿਆ ਹੋਇਆ, ਭੁਲੇਖੇ 'ਚ। ਸਾਧਨਾ 'ਚ ਪ੍ਰਾਪਤ ਕੁਝ ਨਹੀਂ, ਪਰ ਫੇਰ ਵੀ ਲੱਗਿਆ ਹੋਇਆ। ਕਹੂੰ ਕੁਤ ਸਤ ਕੁਕਰਮ। ਕਹੂੰ ਕੁੱਤ ਸਤ ਕੁਕਰਮ, ਕੁੱਤ ਸਤ ਕੁਕਰਮ। ਕਹੂੰ ਧਰਮ ਕੇ ਪ੍ਰਕਾਰ। ਕੁੱਤ ਸਤ ਕੁਕਰਮ ਹੁੰਦਾ ਸੱਚ ਤੋਂ ਪਰੇ। ਸੱਚ ਤੋਂ ਉਲਟ ਜਿਹੜੇ ਨੇ ਕੁਸਤ, ਜਿਹਨੂੰ ਕੁਸਤ ਕਿਹਾ ਨਾ, ਉਹੀ ਕੁਤ ਸਤ। ਉਹੀ ਕੁੱਤ ਸਤ। ਸੱਚ ਵੀ ਤਾਂ ਆਪਣੇ ਆਪਣੇ ਡੈਫੀਨੇਸ਼ਨਾਂ ਨੇ। ਕੁਕਰਮ ਉਹ ਕੁਕਰਮ ਨੇ। ਧਰਮ ਦੇ ਨਾਂ ਤੇ ਜਿਹੜੇ ਜ਼ੁਲਮ ਹੋ ਰਹੇ ਨੇ, ਪਾਪ ਹੋ ਰਹੇ ਨੇ, ਉਹ ਕੁੱਤ ਸਤ ਕੁਕਰਮ ਨੇ। ਧਰਮ ਦੇ ਨਾਂ ਤੇ, ਧਰਮ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ। ਧਰਮ ਦੇ ਨਾਂ ਤੇ ਲੋਕਾਂ ਨੂੰ ਪੁਠੇਰਾ ਪਾਉਣਾ, ਇਹ ਕੁੱਤ ਸਤ ਕੁਕਰਮ ਹੈ। ਸੱਚ ਨੂੰ ਛੱਡ ਕੇ, ਸੱਚ ਨੂੰ ਪਤਾ ਲੱਗੇ ਦੇ ਬਾਅਦ ਵੀ ਉਹੀ ਕੰਮ ਕਰੀ ਦੱਸੀ ਜਾਣਾ, ਲੋਕਾਂ ਨੂੰ ਫਸਾਈ ਜਾਣਾ ਜਬ ਜਾਲ 'ਚ। ਇਹ ਕੁਕਰਮ ਹੈ ਬਹੁਤ ਬੜਾ, ਕੁੱਤ ਸਤ ਕੁਕਰਮ ਹੈ। ਕਹੂੰ ਧਰਮ ਕੇ ਪ੍ਰਕਾਰ ਹੋ। ਕਹੂੰ ਧਰਮ ਕੇ ਪ੍ਰਕਾਰ ਹੋ, ਕਿਤੇ ਅਸਲੀ ਧਰਮ ਦਾ ਪ੍ਰਕਾਰ ਹੈ, ਅਸਲੀ ਧਰਮ ਦੀ ਅਨੁਸਾਰ ਸਿੱਖਿਆ ਦੇ ਰਹੇ ਹਨ।
ਅਸਲੀ ਧਰਮ ਦੇ ਅਨੁਸਾਰ ਸਿੱਖਿਆ ਦੇ ਰਹੇ ਹਾਂ, ਕਿਤੇ ਨਕਲੀ ਧਰਮ ਜਾਣਬੁੱਝ ਕੇ ਫੈਲਾ ਰਹੇ ਹਾਂ। ਸੱਚੇ ਧਰਮ ਦੇ ਮੁਕਾਬਲੇ 'ਚ ਨਕਲੀ ਧਰਮ ਜਾਣਬੁੱਝ ਕੇ ਫੈਲਾ ਰਹੇ। ਉਹ ਕੁਝ ਸਤ ਕੁਕਰਮ ਦੇਖਣ ਨੂੰ ਬਾਹਰੋਂ ਧਰਮ ਹੈ ਕੁਕਰਮ।